ਲਓ ਜੀ, ਇੱਕ ਵਾਰ ਫਿਰ ਤੋਂ ਹਾਜ਼ਰੀ ਤੁਹਾਡੇ ਨਾਲ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ, ਪ੍ਰੋਗਰਾਮ ਹੈ ਪ੍ਰਾਈਮ ਫੋਕਸ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ, ਤੇ 24 ਘੰਟਿਆਂ ਦਾ ਲਗਭਗ ਲੇਖਾ ਜੋਖਾ ਜਿਹਾ ਕਰਨ ਦੇ ਲਈ ਬਹਿ ਜਾਂਦੇ ਆ, ਤੇ ਕੋਸ਼ਿਸ਼ ਇਹ ਕਰੀਦੀ ਆ ਵੀ ਜੋ ਜਿਵੇਂ ਹੈ ਆਪ ਜੀ ਦੀ ਕਚਹਿਰੀ 'ਚ ਰੱਖ ਦਈਏ। ਨਾਲ ਆਪਣੇ ਪਰਮਵੀਰ ਬਾਠ ਹੋਣੀ ਅੱਜ ਕੱਲ੍ਹ, ਕਿਉਂਕਿ ਆਸਟ੍ਰੇਲੀਆ ਯਾਤਰਾ ਕਰ ਰਹੇ ਆ, ਉੱਥੇ 35ਵਾਂ ਸਿੱਖ ਖੇਡਾਂ ਚੱਲਦੀਆਂ ਪਈਆਂ ਨੇ। ਥੋੜ੍ਹਾ ਬਹੁਤ ਉਹਨਾਂ ਖੇਡਾਂ ਦਾ ਵੀ ਹਾਲ ਚਾਲ ਪੁੱਛ ਲੈਣੇ, ਤੇ ਬਾਕੀ ਗੱਲਬਾਤ ਕਰਦੇ। ਕੀ ਹਾਲ ਨੇ ਬਾਠ ਸਾਹਿਬ? ਬਹੁਤ ਸ਼ੁਕਰੀਆ ਸੰਧਾਲੀਆ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਮਹਾਰਾਜ। ਕਿੱਦਾਂ ਚੱਲ ਰਹੀਆਂ ਖੇਡਾਂ? ਸੰਧਾਲੀਆ ਸਾਹਿਬ, ਹੋ ਸਕਦਾ ਥੋੜਾ ਜਿਹਾ ਆਵਾਜ਼ 'ਚ ਫਰਕ ਹੋਵੇ, ਕਿਉਂਕਿ ਕੱਲ ਥੋੜੇ ਜਿਹਾ ਲੰਗਰ 'ਚੋਂ ਪਕੌੜੇ ਵੀ ਛਕੇ ਆ, ਤੇ ਗੰਨੇ ਦਾ ਹੀ ਰਸ ਰੌਹ ਜਿਹੜੀ ਆ ਉਹ ਵੀ ਚੱਲਦੀ ਸੀ। ਮਾੜੇ ਜਿਹਾ 2 ਹੱਥ ਉਧਰਲੇ ਪਾਸੇ ਵੀ ਕੀਤੇ, ਫਿਰ ਫੁਲਕਾ ਪ੍ਰਸ਼ਾਦਾ ਵੀ ਛਕਿਆ। ਤੇ ਜਦੋਂ ਫਿਰ ਤੁਹਾਨੂੰ ਪਤਾ ਕਿ ਥੋੜਾ ਬਹੁਤ ਬਾਅਦ ਘੱਟ ਜੀ ਹੋ ਜਾਂਦੀ ਹੈ ਇਧਰਲੇ ਪਾਸੇ ਨੂੰ, ਤਾਂ ਫਿਰ ਜਦੋਂ ਠੰਡੀ ਤੱਤੀ ਚੀਜ਼ ਅੱਗੇ ਪਿੱਛੇ ਖਾ ਲੈਣੀ ਤਾਂ ਫਿਰ ਸਮੱਸਿਆ ਜਿਹੜੀ ਉਹ ਕਈ ਵਾਰ ਆ ਜਾਂਦੀ ਹੈ। ਤੇ ਦੁੱਧ ਸੋਡਾ ਵੀ ਜਿਹੜਾ ਐਨ ਚੰਗੇ ਤਰੀਕੇ ਚੱਲਦਾ ਸੀ, ਮੈਨੂੰ ਪਤਾ ਨਹੀਂ ਸੀ ਮੈਂ ਵਹੀਂ ਪੂਈ ਬੈਠਾ ਕਿ ਇਧਰਲੇ ਪਾਸੇ ਗੋਲਡ ਕੋਸਟ ਬ੍ਰਿਸਬੇਨ ਬੈਠਾ। ਆਹਾ ਦੇਖੋ, ਗੱਲ ਆ ਵੀ ਆਹ ਜਿਹੜਾ ਨਜ਼ਾਰਾ ਨਾ, ਕਿ ਵੀ ਹੌਲੀ ਹੌਲੀ ਹੁਣ ਪੰਜਾਬੋਂ ਬਾਹਰ ਵੀ ਨਿੱਕੇ ਨਿੱਕੇ ਪੰਜਾਬ ਜਿਹੜੇ ਆਪਾਂ ਬਣਾ ਲਏ ਆ, ਤੇ ਉਹਨਾਂ ਪੰਜਾਬਾਂ 'ਚ ਬਹਿ ਕੇ ਜਿਹੜਾ ਦੂਜਾ ਪੰਜਾਬ ਆ, ਅਸਲੀ ਪੰਜਾਬ ਆ, ਉਹਦਾ ਕਈ ਵਾਰ ਚੇਤਾ ਭੁੱਲ ਜਾਂਦਾ। ਇਹ ਗੱਲ ਠੀਕ ਹੈ, ਤੁਸੀਂ ਇੱਥੇ ਆ ਗੱਲਾਂ ਕੀਤੀਆਂ ਤੇ ਸਵਾਦ ਇੱਥੇ ਮੈਨੂੰ ਵੀ ਆਇਆ, ਹੋ ਸਕਦਾ ਸੁਣਨ ਵਾਲੇ ਦੇਖਣ ਵਾਲੇ ਪਰਿਵਾਰ ਦੇ ਮੈਂਬਰਾਂ ਨੂੰ ਹੀ ਆਇਆ ਹੋਵੇ। ਚਲੋ ਇਹ ਤੇ ਹੋ ਗਈ ਨਾ ਗੱਲ ਵੀ ਮਤਲਬ ਤੁਹਾਨੂੰ ਪਦਾਰਥ ਮਿਲੇ ਤੇ ਤੁਸੀਂ ਛਕ ਲਈ। ਬਾਕੀ ਗੱਲ ਹੈ ਵੀ ਪਦਾਰਥ ਜਿਸ ਕਰਕੇ ਸੀਗੇ ਉਹਦਾ ਹਾਲ ਚਾਲ ਕਿੱਦਾਂ? ਸੰਧਾਲੀਆ ਸਾਹਿਬ, ਬਹੁਤ ਵਧੀਆ। ਦੇਖੋ, ਪਹਿਲਾ ਦਿਨ ਸੀ 35ਵੀਂ ਆਸਟ੍ਰੇਲੀਆਈ ਸਿੱਖ ਖੇਡਾਂ ਦਾ, ਅੱਜ ਦੂਸਰਾ ਦਿਨ ਹੈ, ਭਲਕੇ ਤੀਸਰਾ ਤੇ ਆਖਰੀ ਦਿਨ ਹੋਣਾ। ਤੇ ਮੈਂ ਹੈਰਾਨ ਸੀ ਕਿ ਹਲਕਾ ਮੀਂਹ ਕਣੀ ਜਿਹਾ ਵੀ ਸੀ, ਪਰ ਇਹਦੇ ਬਾਵਜੂਦ ਵੀ ਤੁਸੀਂ ਇਹ ਦੇਖੋ ਕਿ ਅਸੀਂ 8:30 ਪੌਣੇ 9 ਵਜੇ ਸਵੇਰੇ ਪਹੁੰਚੇ ਹੋਣੇ ਆ, ਤੇ ਸਾਡੇ ਜਾਣ ਤੋਂ ਪਹਿਲਾਂ ਪਾਰਕਿੰਗ ਤੁੰਨੀ ਪਈ ਸੀ ਗੱਡੀਆਂ ਦੇ ਨਾਲ। ਲੋਕ ਆਪਣੇ ਬੱਚਿਆਂ ਨੂੰ ਲੈ ਕੇ ਖੇਡਣ ਦੇ ਲਈ ਉੱਥੇ ਅੱਪੜੇ ਹੋ ਸੀ। ਹਜ਼ਾਰਾਂ ਲੋਕ ਪਹਿਲਾਂ ਹੀ ਅੱਪੜ ਗਿਆ ਸੀ। ਆਮ ਤੌਰ ਤੇ ਮੈਂ ਜਿਹੜੀ ਇੱਕ ਗੱਲ ਦਾ ਫਰਕ ਮਹਿਸੂਸ ਕੀਤਾ ਕਿ ਆਪਣੇ ਖੇਡ ਮੇਲੇ ਹੁੰਦੇ ਆ 12 ਕੁ ਵਜੇ ਨਾਲ ਬੰਦੇ ਜਾਂਦੇ ਹੋ, ਯਾਰ 12 ਕੁ ਤਾਂ ਵੱਜ ਹੀ ਜਾਣੇ ਆ ਮੈਚ ਹੁੰਦਿਆਂ ਨੂੰ, ਉਹ 12 ਕੁ ਤਾਂ ਵੱਜੇ ਹੀ ਜਾਣੇ ਆ। ਇੱਕ ਚੀਜ਼ ਹੋ ਸਕਦਾ ਕਿ ਕੋਈ ਬੰਦਾ ਗੁੱਸਾ ਹੀ ਕਰੇ। ਸੰਧਾਲੀਆ ਸਾਹਿਬ, ਇੱਕ ਪਾਸੇ ਇਕੱਠੇ ਹੀ 4 ਮੈਚ ਹੋ ਰਿਹਾ ਸੀ ਫੁੱਟਬਾਲ ਦੇ, ਕਿਉਂਕਿ 7 ਸਾਲ ਦੀ ਉਮਰ ਦੇ ਬੱਚਿਆਂ ਦੇ ਵੀ ਮੈਚ ਸੀ, 9 ਸਾਲ ਤੱਕ ਦੇ ਵੀ, ਉਹਦੇ ਤੋਂ ਬਾਅਦ ਓਪਨ ਦੇ ਵੀ ਨਾ ਕਈ ਬਣ ਗਏ। 128 ਟੀਮਾਂ ਫੁੱਟਬਾਲ ਦੀਆਂ ਆਈਆਂ, ਇੱਕੋ ਸਮੇਂ 4 ਮੈਚ ਚੱਲ ਰਹੇ ਆ। ਉਧਰ ਹਾਕੀ ਦੇ ਮੁਕਾਬਲੇ ਚੱਲ ਰਹੇ ਆ, ਕਬੱਡੀ ਦੇ ਚੱਲ ਰਹੇ ਆ, ਐਥਲੈਟਿਕਸ ਦੇ ਚੱਲ ਰਹੇ ਆ, ਉਧਰ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਜਾ ਰਹੀਆਂ। ਤੁਸੀਂ ਅੰਦਾਜ਼ਾ ਲਾਓ ਕਿ ਜੇ ਤੁਸੀਂ ਇੰਨੀ ਚੰਗੇ ਤਰੀਕੇ, ਇੰਨੀ ਕਾਰੀਗਰਤਾ ਦੇ ਨਾਲ ਇਹ ਖੇਡਾਂ ਕਰਾਈਆਂ ਜਾ ਰਹੀਆਂ ਸੀ ਕਿ ਜੇ ਤੁਸੀਂ ਹਰ ਇੱਕ ਖੇਡ ਨੂੰ 5 ਮਿੰਟ ਵੀ ਦੇਖਣਾ ਤਾਂ ਤੁਸੀਂ ਸ਼ਾਮ ਤੱਕ ਸਾਰੀਆਂ ਖੇਡਾਂ ਦੇ ਵੈਨਿਊ ਤੱਕ ਪਹੁੰਚ ਨਹੀਂ ਸਕਦੇ, ਕਿਉਂਕਿ ਇਧਰਲੇ ਪਾਸੇ ਤੁਸੀਂ ਵਾਲੀਬਾਲ ਦੇਖਦੇ ਆ ਤਾਂ ਉਧਰ ਬਾਸਕਟਬਾਲ ਵਾਲੇ ਬਾਜ਼ਾਂ ਮਾਰੀ ਜਾਂਦੇ ਆ, ਤੁਸੀਂ ਐਥਲੈਟਿਕਸ ਦੇਖਦੇ ਹੋ ਤੇ ਉਧਰਲੇ ਪਾਸੇ ਫੁੱਟਬਾਲ ਵਾਲੇ ਬਾਜ਼ਾਂ ਮਾਰੀ ਜਾਂਦੇ ਆ, ਤੁਸੀਂ ਫੁੱਟਬਾਲ ਦੇਖਦੇ ਆ ਤੇ ਤੁਹਾਨੂੰ ਹਾਕੀ ਦਾ ਪੈਨਲਟੀ ਸਟ੍ਰੋਕ ਜਾਂ ਪੈਨਲਟੀ ਕਾਰਨਰ ਜਿਹੜਾ ਉਹ ਧੂਪ ਆਉਂਦਾ ਹੈ, ਉਧਰਲੇ ਪਾਸੇ ਜਾਂਦੇ ਆ ਤਾਂ ਤੁਹਾਨੂੰ ਕਬੱਡੀ ਵਾਲੀ ਕਮੈਂਟਰੀ ਖਿੱਚ ਲੈਂਦੀ ਹੈ, ਕਬੱਡੀ ਵਾਲੇ ਪਾਸੇ ਜਾਂਦੇ ਆ ਤਾਂ ਉਧਰਲੇ ਪਾਸਿਓਂ ਕਿਤੇ ਨਾ ਕਿਤੇ ਭੰਗੜੇ ਜਾਂ ਗਿੱਧੇ ਦੀ ਕੋਈ ਨਾ ਕੋਈ ਵੰਨਗੀ ਪੇਸ਼ ਹੋ ਜਾਂਦੀ ਹੈ, ਉਧਰਲੇ ਪਾਸੇ ਸਿੱਖ ਫੋਰਮ ਦੀ ਚਰਚਾ ਚੱਲ ਪੈਂਦੀ ਹੈ। ਜਾਣੀ ਜਿਸ ਤਰੀਕੇ ਓਲੰਪਿਕ ਦੇ ਵਿੱਚ, ਕਾਮਨਵੈਲਥ ਖੇਡਾਂ ਦੇ ਵਿੱਚ, ਏਸ਼ੀਆਈ ਖੇਡਾਂ ਦੇ ਵਿੱਚ ਬਹੁਤ ਸਾਰੇ ਥਾਵਾਂ ਦੇ ਉੱਤੇ ਇੱਕੋ ਸਮੇਂ ਈਵੈਂਟ ਚੱਲਦੇ ਹੁੰਦੇ ਆ, ਇਸੇ ਤਰੀਕੇ ਇੱਥੇ ਹੀ ਕੰਮ ਚੱਲਦਾ। ਤੇ ਹੈਰਾਨੀ ਦੀ ਗੱਲ ਸੰਧਾਲੀਆ ਸਾਹਿਬ ਕਿ ਜਿਹੜੀ ਸੱਚੀ ਮੁੱਚੀ ਸਾਨੂੰ, ਤੁਹਾਨੂੰ, ਸਾਡੇ ਪਰਿਵਾਰ ਦੇ ਮੈਂਬਰਾਂ ਨੂੰ ਸਿੱਖਣੀ ਪਊਗੀ। ਤੁਸੀਂ ਇਹ ਦੇਖੋ ਕਿ ਹਾਕੀ ਦਾ ਮੈਚ ਸਮਾਪਤ ਹੋਇਆ, 1 ਮਿੰਟ ਬਾਅਦ ਅਗਲਾ ਮੈਚ ਸ਼ੁਰੂ ਹੋ ਗਿਆ ਸੀ। 1 ਮਿੰਟ ਬਾਅਦ, ਯਾਨੀ ਡਿਸਿਪਲਿਨ ਦਾ ਸਿਖਰ, ਅਨੁਸ਼ਾਸਨ ਦਾ ਸਿਖਰ, ਕਿ ਆਹ 2 ਟੀਮਾਂ ਖੇਡੀਆਂ, ਇਹ ਬਾਹਰ ਨੂੰ ਆ ਰਹੀਆਂ, ਦੂਸਰੀਆਂ 2 ਟੀਮਾਂ ਦੂਸਰੇ ਪਾਸੇ ਅੰਦਰ ਆ ਰਹੀਆਂ, ਤੇ ਆਰਗੇਨਾਈਜ਼ ਨਾ ਸਰਕਾਰ ਕਰ ਰਹੀ ਹੈ, ਨਾ ਗੋਰੇ ਕਰ ਰਹੇ ਆ, ਆਪਣੇ ਬੰਦੇ ਆਰਗੇਨਾਈਜ਼ ਕਰ ਰਹੇ ਆ। ਉਹਨਾਂ ਦਾ ਮੈਚ ਖਤਮ ਹੁੰਦਾ 1 ਮਿੰਟ ਬਾਅਦ ਅਗਲੀਆਂ ਟੀਮਾਂ ਅੰਦਰ ਸੀ, ਕਿਉਂਕਿ ਨਹੀਂ ਤਾਂ ਮੈਚ ਮੁਕੰਮਲ ਹੀ ਨਹੀਂ ਹੋ ਸਕਦੇ। ਇਸੇ ਤਰੀਕੇ ਫੁੱਟਬਾਲ ਦਾ ਮੈਚ ਖਤਮ ਹੁੰਦਾ ਸੀ, ਦੂਸਰੀਆਂ 2 ਟੀਮਾਂ ਅੰਦਰ ਆ ਜਾਂਦੀਆਂ ਸੀ, ਤੇ ਬਹੁਤਾ ਪ੍ਰਬੰਧ ਵਲੰਟੀਅਰ ਕੀਤਾ ਜਾ ਰਿਹਾ ਸੀ। ਪਰ ਇੱਕ ਸਮੱਸਿਆ ਹੈਗੀ ਆ, ਕਬੱਡੀ ਵਾਲੇ ਪਾਸੇ ਜ਼ਰੂਰ ਦਿੱਕਤ ਆਉਂਦੀ ਸੀ। ਇੱਕ ਮੈਚ ਹੋ ਕੇ ਹਟਦਾ ਸੀ, ਉਹੀ ਗੱਲ ਜਿੱਦਾਂ ਪਿੰਡਾਂ ਦੇ ਟੂਰਨਾਮੈਂਟ ਦੇ, ਜੇ ਤੁਸੀਂ 2 ਮਿੰਟਾਂ ਦੇ ਵਿੱਚ ਨਾ ਆਏ ਤਾਂ ਟੀਮ ਸਕਰੈਚ ਕਰਤੀ ਜਾਊਗੀ, ਚਲੋ 5 ਮਿੰਟ ਹੋਰ ਦੇ ਦਿੰਨੇ ਆ, ਉਸ ਤੋਂ ਬਾਅਦ ਫਿਰ ਝੱਗੇ ਝੁੱਗੇ ਲਾ ਕੇ 5-7 ਮਿੰਟ ਦੌੜਨ ਦੇ ਉੱਤੇ ਲਾ ਦੇਣੇ। ਜਾਣੀ ਜੇ ਕਿਤੇ ਖਿਡਾਰੀਆਂ ਦੇ ਵਿੱਚ ਅਨੁਸ਼ਾਸਨ ਦੀ ਘਾਟ ਸੀ ਤਾਂ ਉਹ ਕਬੱਡੀ 'ਚ ਸੀ, ਬਾਕੀ ਕਿਸੇ ਖੇਡ ਦੇ ਵਿੱਚ ਕੋਈ ਅਨੁਸ਼ਾਸਨ ਦੀ ਘਾਟ ਨਹੀਂ ਸੀ। ਹਾਲਾਂਕਿ ਉੱਥੇ ਵੀ ਮੈਚ ਵਧੀਆ ਹੋਏ, ਪ੍ਰਬੰਧਕਾਂ ਦਾ ਉੱਥੇ ਵੀ ਜ਼ੋਰ ਪੂਰਾ ਲੱਗਾ, ਖਿਡਾਰੀਆਂ ਨੇ ਦਮਖਮ ਉੱਥੇ ਵੀ ਪੂਰਾ ਵਿਖਾਇਆ, ਪਰ ਮੈਂ ਹੈਰਾਨ ਸੀ। ਤੇ ਇੱਕ ਗੱਲ ਸੰਧਾਲੀਆ ਸਾਹਿਬ ਹੋਰ, ਸ਼ਾਮ ਨੂੰ 6 ਵਜੇ ਵੀ ਬੀਬੀਆਂ ਦੀ ਗਿਣਤੀ ਉੱਥੇ ਉੱਦਾਂ ਹੀ, ਬੱਚਿਆਂ ਦੀ ਗਿਣਤੀ ਉੱਥੇ ਉੱਦਾਂ ਹੀ,
ਜਾਣੀ ਕਿ ਲੋਕਾਂ ਨੂੰ ਕੋਈ ਕਾਹਲ ਨਹੀਂ ਸੀ, ਲੋਕਾਂ ਨੂੰ ਕੋਈ ਦੌੜ ਨਹੀਂ ਸੀ, ਲੋਕ ਉੱਥੇ ਨੁਕਸ ਨਹੀਂ ਸੀ ਕੱਢਦੇ ਫਿਰਦੇ ਕਿ ਭਾਈ ਇਹਦੀ ਘਾਟ ਰਹਿ ਗਈ ਜਿਆਦੀ। ਉਹਨਾਂ ਨੂੰ ਲੱਗਦਾ ਸਾਡਾ ਆਪਣਾ ਇਵੈਂਟ ਹੈ, ਕੋਈ ਸਿਡਨੀ ਤੋਂ ਆਇਆ, ਕੋਈ 2000 ਕਿਲੋਮੀਟਰ ਦੂਰ ਮੈਲਬਨ ਤੋਂ ਆਇਆ, ਕੋਈ ਪਰਥ ਤੋਂ ਆਇਆ, ਕੋਈ ਕੈਨਬਰਾ ਤੋਂ ਆਇਆ। ਗੁਰੂ ਘਰਾਂ ਨੇ ਬੱਸਾਂ ਕਿਰਾਏ ਦੇ ਉੱਤੇ ਲੈ ਕੇ ਆਪਣੀਆਂ 4-4 5-5 ਟੀਮਾਂ ਗੁਰੂ ਘਰਾਂ ਦੇ ਪ੍ਰਬੰਧਕ ਲੈ ਕੇ ਆਏ ਆ। ਹਰਿਆਣੇ ਵਾਲੇ ਬਹੁਤ ਸਾਰੇ ਮਿਲੇ, ਤਾਮਿਲਨਾਡੂ ਦੇ ਲੋਕ ਮਿਲੇ। ਜਾਣੀ ਕਮਾਲ ਹੋ ਗਈ। ਮੈਨੂੰ ਐ ਲੱਗਦਾ ਕਿ ਸਾਨੂੰ ਕਬੱਡੀ ਵਾਲਿਆਂ ਨੂੰ, ਜਿਹੜੇ ਵੀ ਬੰਦੇ ਕਬੱਡੀ ਖੇਡਦੇ ਆ, ਕਬੱਡੀ ਖਿਡਾਉਂਦੇ ਆ, ਉਹ ਇਹਨਾਂ ਖੇਡਾਂ ਦੇ ਵਿੱਚ 2 ਦਿਨ ਹੈਗੇ ਆ। ਜੋ ਅਨੁਸ਼ਾਸਨ ਬਾਕੀ ਪਾਸੇ ਨਜ਼ਰ ਆ ਰਿਹਾ ਸੀ, ਇਧਰਲੇ ਪਾਸੇ ਵੀ ਲੈ ਕੇ ਆਉਣਾ ਚਾਹੀਦਾ। ਨਹੀਂ ਚਲੋ ਕੁੱਲ ਮਿਲਾ ਕੇ ਇੰਨਾ ਵੀ ਤੁਸੀਂ ਜਦੋਂ ਆ ਗੱਲਾਂ ਬਾਤਾਂ ਸੁਣਾ ਦਿੰਦੇ ਹੋ ਤੇ ਦੂਰ ਦੂਰ ਬੈਠੇ ਸਾਡੇ ਪਰਿਵਾਰ ਦੇ ਮੈਂਬਰ ਤੁਹਾਡੀਆਂ ਗੱਲਾਂ ਦੇ ਵਿੱਚ ਫੋਟੋ ਤਸਵੀਰ ਬਣਾ ਲੈਂਦੇ ਆ ਵੀ ਕੀ ਕੁਛ ਚੱਲਦਾ ਹੋਊਗਾ। ਕੁੱਲ ਮਿਲਾ ਕੇ ਇਹ ਹੈ ਕਿ ਜੀ ਚਲੋ ਇੰਨੀ ਦੂਰ ਤੱਕ ਧਰਤੀ ਜਿਹੜੀ ਆ ਬਿਲਕੁਲ ਹੀ ਦੂਸਰਾ ਪਾਸਾ ਵੀ ਜਿਹੜੇ ਕ੍ਰਿਸਮਸ ਵੀ ਗਰਮੀਆਂ 'ਚ ਮਨਾਉਂਦੇ ਆ ਤੇ ਜਦੋਂ ਇੱਕ ਪਾਸੇ ਸਿਆਲ ਹੁੰਦਾ ਦੂਜੇ ਪਾਸੇ ਗਰਮੀਆਂ ਹੁੰਦੀਆਂ, ਉਸ ਧਰਤੀ ਤੇ ਜਾ ਕੇ ਵੀ ਪੰਜਾਬੀਆਂ ਨੇ ਮੱਲਾਂ ਮਾਰੀਆਂ ਨੇ। ਤੇ ਆ ਜਿਹੜੇ ਸਾਰੇ ਖੇਡ ਮੇਲੇ ਆ ਜਾਂ ਬਾਕੀ ਤੁਸੀਂ ਦੱਸ ਹੀ ਦਿੱਤੀਆਂ ਇਸ ਤੋਂ ਪਹਿਲਾਂ ਗੱਲਾਂ ਬਾਤਾਂ ਵੀ ਸੱਭਿਆਚਾਰ ਨੂੰ ਸੰਭਾਲ ਕੇ ਰੱਖਿਆ, ਸੋ ਵਧਾਈ ਦੇ ਪਾਤਰ ਨੇ ਮੈਂ ਨਾ ਉਹ ਸਾਰੇ ਜਿਹੜੇ ਮਿਲ ਜੁਲ ਕੇ ਕੰਮ ਕਰ ਰਹੇ ਆ ਤੇ ਆਸ ਉਮੀਦ ਕਰਦੇ ਹਾਂ ਵੀ ਇਸੇ ਤਰ੍ਹਾਂ ਇਹ ਸਾਰਾ ਕੁਝ ਚੱਲਦਾ ਰਹੂਗਾ। ਤੇ ਆਪਾਂ ਹੁਣ ਆਪਣੇ ਕੰਮ ਵਾਲੇ ਪਾਸੇ ਨੂੰ ਮੁੜੀਏ, ਖਬਰਾਂ ਵਾਲੇ ਪਾਸੇ। ਤੇ ਕੱਲ੍ਹ ਦਾ ਦਿਨ ਜਿਹੜਾ ਸੀਗਾ ਉਹ ਮੇਰਾ ਖਿਆਲ ਸਾਰਾ ਹੀ ਇੱਕੇ ਪਾਸੇ ਨਜ਼ਰਾਂ ਲੱਗੀਆਂ ਰਹੀਆਂ, ਕਿਉਂਕਿ ਕਾਫੀ ਦਿਨ ਹੋ ਗਏ ਸੀ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਜਿਹੜਾ ਇੱਕ ਸੱਦਾ ਦਿੱਤਾ ਸੀ ਪੱਤਰਕਾਰਾਂ ਨੂੰ ਇਕੱਤਰਤਾ ਦਾ, ਉਹਦੇ ਵੱਲ ਧਿਆਨ ਸੀਗਾ ਕਿ ਵੀ ਇਹਦੇ 'ਤੇ ਕੀ ਹੋਊਗਾ ਜੀ, ਕਿਉਂਕਿ ਤਲਵੰਡੀ ਸਾਬੋ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸਾਰਾ ਕੁਝ ਹੋਣਾ ਸੀ। ਤੇ ਹਰੇਕ ਨੂੰ ਇਹ ਸੀ ਵੀ ਉਸ ਦਿਨ ਕੋਈ ਖਾਸ ਐਲਾਨ, ਕੋਈ ਖਾਸ ਗੱਲ ਜਥੇਦਾਰ ਸਾਹਿਬ ਕਰ ਸਕਦੇ ਆ। ਇੱਕ ਉਹਦੇ ਵਿੱਚ ਜਿਹੜੀ ਇੱਕ ਅਫਵਾਹ ਚੱਲੀ ਜਾਂਦੀ ਸੀ ਕਿ ਸ਼ਾਇਦ ਅੰਮ੍ਰਿਤਪਾਲ ਹੋਰੀ ਉੱਥੇ ਮੀਡੀਆ ਸਾਹਮਣੇ ਉਹ ਸਰੈਂਡਰ ਕਰਨਾ ਚਾਹੁੰਦੇ ਹੋਣ ਜਾਂ ਕੁਛ ਇਹੋ ਜਿਹੀ ਗੱਲ ਹੋਵੇ। ਫਿਰ ਉਜਰ ਇਤਰਾਜ਼ ਵੀ ਇਹਦੇ 'ਤੇ ਹੋਇਆ ਕਿ ਵੀ ਉਸ ਅਫਵਾਹ ਦਾ ਕਰਕੇ ਪੈਰਾਮਿਲਟਰੀ ਫੋਰਸਿਸ ਜਾਂ ਪੁਲਿਸ ਵੀ ਵੱਡੀ ਨਫਰੀ ਦੇ ਵਿੱਚ ਸੀਗੀ, ਚਾਹੇ ਉਹ ਵਰਦੀ 'ਚ ਹੋਵੇ ਚਾਹੇ ਸਿਵਲ ਵਰਦੀ 'ਚ ਹੋਵੇ। ਪਰ ਉਹ ਸਾਰੇ ਕੁਛ ਤੋਂ ਬਾਅਦ ਅਖੀਰ ਤੱਕ ਜਾਂਦਿਆਂ ਜਾਂਦਿਆਂ ਜਥੇਦਾਰ ਸਾਹਿਬ ਨੇ ਉਹ ਗੱਲਾਂ ਬਾਤਾਂ ਸਾਰੀਆਂ ਦਾ ਨਿਚੋੜ ਕੱਢ ਦਿੱਤਾ ਕਿ ਜਿਹੜੀਆਂ ਅਫਵਾਹਾਂ ਨੇ ਉਹਨਾਂ ਦੇ ਉੱਪਰ ਯਕੀਨ ਨਾ ਕੀਤਾ ਜਾਵੇ। ਤੇ ਨਾ ਅੰਮ੍ਰਿਤਪਾਲ ਪਹਿਲਾਂ ਸੀ, ਉਹਨਾਂ ਨੇ ਕਿਹਾ ਮੀਡੀਆ ਨੂੰ, ਹਾਲਾਂਕਿ ਉਹਨਾਂ ਨੇ ਕਿਉਂਕਿ ਹਿੰਦੀ 'ਚ ਵੀ ਇੱਕ ਬਾਈਟ ਦਿੱਤੀ ਤਾਂ ਜੋ ਨੈਸ਼ਨਲ ਮੀਡੀਆ ਵੀ ਚਲਾ ਸਕੇ ਕਿ ਵੀ ਤੁਸੀਂ ਵੇਖ ਲਓ ਇੱਥੇ ਤੇ ਕਿਤੇ ਤੁਹਾਨੂੰ ਕੋਈ ਚੀਜ਼ ਨਜ਼ਰ ਆਈ ਇਹੋ ਜਿਹੀ। ਤੇ ਜਦੋਂ ਪੁੱਛਿਆ ਗਿਆ ਕਿ ਵੀ ਉਹ ਸਰੈਂਡਰ ਦੀ ਗੱਲ ਚੱਲਦੀ ਸੀ, ਉਹ ਕਹਿੰਦੇ ਮੈਂ ਤੇ ਪਹਿਲਾਂ ਵੀ ਅਪੀਲ ਕੀਤੀ ਸੀ ਤੇ ਮੈਂ ਤੇ ਹੁਣ ਵੀ ਕਹਿਣਾ ਵੀ ਉਹਨਾਂ ਨੂੰ ਸਰੈਂਡਰ ਕਰ ਦੇਣਾ ਚਾਹੀਦਾ। ਸੋ ਉਹ ਜਿਹੜੀ ਚੀਜ਼ ਅਫਵਾਹ ਸੀ ਉਹ ਕਲੀਅਰ ਕਰ ਦਿੱਤੀ, ਪਲੱਸ ਅਪੀਲ ਜਥੇਦਾਰ ਸਾਹਿਬ ਨੇ ਆਪਣੇ ਵੱਲੋਂ ਦੁਬਾਰਾ ਕਰਤੀ। ਤੇ ਨਾਲ ਉਹਨਾਂ ਨੇ ਇਹ ਕਹਿ ਤਾ ਵੀ ਸਰਬੱਤ ਖਾਲਸਾ ਦੀ ਖਬਰ ਨਾ ਬਣਾ ਦਿਓ, ਸਰਬੱਤ ਖਾਲਸਾ ਨਹੀਂ ਸੱਦਿਆ ਜਾ ਰਿਹਾ, ਗੁਰਮਤਿ ਸਮਾਗਮ ਜਿਹੜੇ ਨੇ ਉਹ ਜ਼ਰੂਰ ਹੋਣਗੇ ਤੇ ਉੱਥੇ ਸੰਗਤਾਂ ਹਾਜ਼ਰੀਆਂ ਭਰਨ। 4 ਵੱਖੋ ਵੱਖਰੇ ਪੱਖ ਨੇ ਸੰਧਾਲੀਆ ਸਾਹਿਬ ਇਸ ਮਸਲੇ ਦੇ, ਕਿਉਂਕਿ ਤੁਹਾਨੂੰ ਯਾਦ ਹੋਣਾ ਕਿ ਪੱਤਰਕਾਰਾਂ ਨੂੰ ਜਾਂ ਬੁੱਧੀਜੀਵੀਆਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਾਹਿਬ ਨੇ ਸੱਦਿਆ ਕਿਉਂ ਸੀ? ਉਦੋਂ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਪੈਦਾ ਹੋਏ ਮੌਜੂਦਾ ਹਾਲਾਤ, ਕੁਝ ਪੱਤਰਕਾਰਾਂ ਦੇ ਉੱਤੇ ਦਰਜ ਹੋਏ ਕੇਸ ਜਾਂ ਕੁਝ ਇੱਦਾਂ ਦੇ ਹਾਲਾਤ ਪੈਦਾ ਹੋ ਗਿਆ ਸੀ, ਜਥੇਦਾਰ ਸਾਹਿਬ ਨੂੰ ਲੱਗਿਆ। ਤੇ ਉਹਦੇ ਤੋਂ ਬਾਅਦ ਫਿਰ ਉਹਨਾਂ ਨੇ ਕਿਹਾ ਸੀ ਕਿ ਇਕੱਤਰਤਾ ਸੱਦਣੀ ਹੈ, ਤਰੀਕ ਨਿਰਧਾਰਿਤ ਕਰਤੀ, ਹਫ਼ਤਾ ਕੁ ਰਹਿੰਦਾ ਸੀ ਉਦੋਂ ਅਜੇ। ਫਿਰ ਹੁਣ ਇੱਕ ਤਾਂ ਇਹਦੇ ਵਿੱਚ ਮਸਲਾ ਸਰਬੱਤ ਖਾਲਸਾ, ਦੂਸਰਾ ਅੰਮ੍ਰਿਤਪਾਲ ਸਿੰਘ, ਤੀਸਰਾ ਮੀਡੀਆ ਦੇ ਉੱਤੇ ਪਾਬੰਦੀ ਦੇ ਮਸਲੇ ਤੇ ਜਥੇਦਾਰ ਸਾਹਿਬ ਦਾ ਰੁਖ ਰੁਝਾਨ, ਤੇ ਚੌਥਾ ਅਫਵਾਹਾਂ। ਹੁਣ 2 ਚੀਜ਼ਾਂ ਤਾਂ ਉਹਨਾਂ ਨੇ ਕਲੀਅਰ ਕਰ ਦਿੱਤੀਆਂ। ਉਹ ਕਹਿੰਦੇ ਜੀ ਦੇਖੋ ਇਤਿਹਾਸਕ ਦਿਨ ਆਉਣ ਵਾਲਾ ਅਪ੍ਰੈਲ ਦਾ ਮਹੀਨਾ ਤੇ ਸੰਗਤ ਬੜੀ ਘੱਟ ਹੈ। ਉਹ ਕਹਿੰਦੇ ਜੀ ਫੋਰਸ ਬੇਲੋੜੀ ਲਾਈ ਜਾ ਰਹੀ ਹੈ, ਤੇ ਜਦੋਂ ਬੇਲੋੜੀ ਫੋਰਸ ਲਾਈ ਜਾ ਰਹੀ ਹੈ ਲੋਕਾਂ ਦੇ ਵਿੱਚ ਇਸ ਤਰੀਕੇ ਦਾ ਜਿਹੜਾ ਉਹ ਫੈਲਾਇਆ ਜਾ ਰਿਹਾ ਕਿ ਭਾਈ ਇੱਥੇ ਪਤਾ ਨਹੀਂ ਕੀ ਹੋਣ ਵਾਲਾ, ਤੇ ਲੋਕ ਉਹਦੇ ਕਰਕੇ ਕਹਿੰਦੇ ਜੀ ਘੱਟ ਆ ਰਹੇ ਆ। ਤੇ ਉਹਦੇ ਤੋਂ ਬਾਅਦ ਚਰਚਾ ਇਹ ਵੀ ਚੱਲੀ ਕਿ ਕੁਝ ਇੱਕ ਫੋਰਸ ਉੱਥੋਂ ਹਟਾ ਵੀ ਲਈ ਗਈ। ਦੂਸਰਾ ਉਹਨਾਂ ਨੇ ਇਹ ਵੀ ਕਿਹਾ, ਉਹ ਕਹਿੰਦੇ ਜੀ ਇਦਾਂ ਦੀਆਂ ਵੀ ਖਬਰਾਂ ਚੱਲਦੀਆਂ ਕਿ ਸਾਰੇ ਪੁਲਿਸ ਕਰਮਚਾਰੀਆਂ ਦੀਆਂ ਛੁੱਟੀਆਂ 14 ਤਰੀਕ ਤੱਕ ਰੱਦ ਕਰ ਦਿੱਤੀਆਂ ਗਈਆਂ। ਉਹ ਕਹਿੰਦੇ ਜੀ ਇਹਦੇ ਨਾਲ ਵੀ ਸੰਗਤ ਦੇ ਵਿੱਚ ਉਲਟ ਪ੍ਰਭਾਵ ਜਾਂਦਾ। ਦੂਸਰਾ ਸਰਬੱਤ ਖਾਲਸਾ, ਕਿਉਂਕਿ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਜਦੋਂ ਪਹਿਲੀ ਵੀਡੀਓ ਉਹਨਾਂ ਦੇ ਰੂਪੋਸ਼ ਜਾਂ ਕੋਈ ਵੀ ਆਪਾਂ ਸ਼ਬਦ ਵਰਤ ਲਈਏ ਜਾਂ ਲਾਂਭੇ ਹੋਣ ਤੋਂ ਬਾਅਦ ਆਈ, ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਸਰਬੱਤ ਖਾਲਸਾ ਸੱਦਿਆ ਜਾਵੇ, ਖਾਲਸਾ ਵਹੀਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਚੱਲੇ, ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਉੱਤੇ 13 ਅਪ੍ਰੈਲ ਨੂੰ ਸਰਬੱਤ ਖਾਲਸਾ ਹੋਵੇ, ਜਥੇਦਾਰ ਸਾਹਿਬ ਸੱਦਣ, ਜਥੇਦਾਰ ਸਾਹਿਬ ਆਪਣੀ ਜ਼ਿੰਮੇਵਾਰੀ ਦਾ ਨਿਰਵਾਹ ਕਰਨ, ਜਥੇਦਾਰ ਸਾਹਿਬ ਪੁਰਾਣੇ ਲੱਗੇ ਦੋਸ਼ਾਂ ਤੋਂ ਜੇ ਛੁਟਕਾਰਾ ਪਾਉਣਾ ਚਾਹੁੰਦੇ ਉਹਨਾਂ ਨੂੰ ਇਹਦਾ ਕਰਨਾ ਚਾਹੀਦਾ, ਵਿਦੇਸ਼ ਦੇ ਵਿੱਚੋਂ ਸੰਗਤ ਆਵੇ, ਪੰਜਾਬ ਚੋਂ ਸੂਜੇ ਸੂਬੇ ਚੋਂ ਸੰਗਤ ਆਵੇ। ਚਰਚਾ ਸੀ ਕਿ ਜਥੇਦਾਰ ਸਾਹਿਬ ਕੀ ਸਟੈਂਡ ਰਹਿਣਗੇ। ਹੁਣ ਕ੍ਰਿਸਟਲ ਕਲੀਅਰ ਹੋ ਗਿਆ, ਪੂਰਨ ਤੌਰ ਦੇ ਉੱਤੇ ਪਾਰਦਰਸ਼ਤਾ ਆ ਗਈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰੀ ਸਰਬੱਤ ਖਾਲਸਾ ਬਿਲਕੁਲ ਨਹੀਂ ਬੁਲਾਉਣ ਜਾ ਰਿਹਾ।
ਉਹਨਾਂ ਨੇ ਐਨ ਕਲੀਅਰ ਕਰ ਦਿੱਤਾ ਕਿਸੇ ਤਰ੍ਹਾਂ ਦੀ ਕੋਈ ਦੁਚਿੱਤੀ ਨਹੀਂ ਹੋਣੀ ਚਾਹੀਦੀ। ਤੇ ਨਾਲ ਉਹਨਾਂ ਨੇ ਉਹਦਾ ਅਲਟਰਨੇਟਿਵ ਵੀ ਦੇ ਦਿੱਤਾ ਕਿ ਅਸੀਂ ਤਾਂ ਗੁਰਮਤਿ ਸਮਾਗਮ ਕਰ ਰਹੇ ਹਾਂ, ਗੁਰਮਤਿ ਵਿਚਾਰਾਂ ਹੋਣੀਆਂ ਉੱਥੇ। ਇਹਦਾ ਮਤਲਬ ਹੈ ਕਿ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਜਿਹੜਾ ਉਹ ਸੱਦਾ ਸੀ, ਉਸ ਸੱਦੇ ਨੂੰ ਭੋਰਾ ਵੀ ਬੂਰ ਜਿਹੜਾ ਉਹ ਨਹੀਂ ਪੈਣ ਜਾ ਰਿਹਾ। ਤੀਸਰਾ, ਅਫਵਾਹਾਂ ਦੀ ਗੱਲ, ਕਿਉਂਕਿ ਆ ਪਿਛਲੇ ਦਿਨਾਂ ਦੇ ਵਿੱਚ ਇੱਕ ਦਿਨ ਤਾਂ ਇਹ ਚਰਚਾ ਚੱਲ ਪਈ ਸੀ ਕਿ ਅੰਮ੍ਰਿਤਪਾਲ ਸਿੰਘ ਹੋਰੀ ਆਉਣਗੇ, ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਰੈਂਡਰ ਕਰਨਗੇ। ਹਾਲਾਂਕਿ ਉਹਦਾ ਕੋਈ ਤੱਥ ਨਹੀਂ ਸੀ, ਉਹਦਾ ਕੋਈ ਸਬੂਤ ਨਹੀਂ ਸੀ, ਕਿਸੇ ਨੇ ਉਸ ਗੱਲ ਦੀ ਪੁਸ਼ਟੀ ਨਹੀਂ ਸੀ ਕੀਤੀ। ਉਸ ਗੱਲ ਨੂੰ ਫਿਰ ਜੋੜ ਕੇ ਦੇਖਿਆ ਗਿਆ। ਆ ਦੇਖੋ ਜੀ, ਅੱਜ ਅੰਮ੍ਰਿਤਪਾਲ ਸਿੰਘ ਹੋਰੀ ਆ ਸਕਦੇ ਆ, ਕਿਉਂਕਿ ਉਦੋਂ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਇਕੱਤਰਤਾ ਜਿਹੜੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸੱਦੀ ਸੀ 70-80 ਜਥੇਬੰਦੀਆਂ ਦੀ। ਫੋਰਸ ਵੀ ਲੱਗੀ, ਸੰਗਤ ਦੇ ਆਉਣ ਜਾਣ ਦੇ ਵਿੱਚ ਰੁਕਾਵਟ ਨਹੀਂ ਸੀ, ਕੋਈ ਦੁਕਾਨਾਂ ਖੁੱਲੀਆਂ ਸੀ, ਸਾਰਾ ਕੁਝ ਆਮ ਵਾਂਗ ਚੱਲਦਾ ਸੀ। ਪਰ ਸੋਸ਼ਲ ਮੀਡੀਆ ਦੇ ਉੱਤੇ, ਕਿਉਂਕਿ ਜਦੋਂ ਕਿ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਸੇ ਵੀ ਵੇਲੇ ਅੰਮ੍ਰਿਤਪਾਲ ਸਿੰਘ ਹੋਰੀ ਕਰ ਸਕਦੇ ਨੇ ਆਤਮ ਸਮਰਪਣ, ਜੇ ਉਹ ਕਈ ਚੀਜ਼ਾਂ, ਜਦੋਂ ਇਦਾਂ ਦੀਆਂ ਚੀਜ਼ਾਂ ਦੱਸੀਆਂ ਜਾ ਰਹੀਆਂ ਸੀ ਤਾਂ ਲੋਕਾਂ ਦੇ ਵਿੱਚ ਇੱਕ ਮਾਹੌਲ ਬਣਦਾ। ਹੁਣ ਫਿਰ ਜਦੋਂ ਇੱਥੇ ਮੀਡੀਆ ਦੇ ਨਾਲ ਸੰਬੰਧਿਤ ਪੱਤਰਕਾਰਾਂ ਦੀ ਜਿਹੜੀ ਬੈਠਕ ਸੱਦੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ, ਫਿਰ ਇੱਕ ਵਾਰੀ ਉਹੀ ਚਰਚਾ ਕਿ ਅੱਜ ਆ ਸਕਦੇ ਨੇ ਅੰਮ੍ਰਿਤਪਾਲ ਸਿੰਘ, ਅੱਜ ਕਰ ਸਕਦੇ ਨੇ ਆਤਮ ਸਮਰਪਣ। ਹਾਲਾਂਕਿ ਇਸ ਗੱਲ ਦਾ ਕਿਸੇ ਦੇ ਕੋਲੇ ਕੋਈ ਸਬੂਤ ਨਹੀਂ ਸੀ, ਕਿਸੇ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਸੀ ਕੀਤੀ। ਨਾ ਪ੍ਰਸ਼ਾਸਨ ਨੇ ਕਿਹਾ ਸੀ ਕਿ ਸਾਨੂੰ ਕੋਈ ਪਤਾ ਲੱਗਾ, ਨਾ ਵਾਰਿਸ ਪੰਜਾਬ ਦੇ ਜਥੇਬੰਦੀ ਨੇ, ਨਾ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਕਿਸੇ ਪਰਿਵਾਰਕ ਮੈਂਬਰ ਨੇ, ਕਿਸੇ ਨੇ ਕੁਝ ਨਹੀਂ ਸੀ ਆਖਿਆ। ਪਰ ਇਹਦੇ ਬਾਵਜੂਦ ਵੀ ਖੰਭਾਂ ਦੀਆਂ ਡਾਰਾਂ ਬਣੀਆਂ। ਤੇ ਜਦੋਂ ਸਾਰੀ ਬੈਠਕ ਮੁਕੰਮਲ ਹੋ ਗਈ, ਉਹਦੇ ਤੋਂ ਬਾਅਦ ਜਥੇਦਾਰ ਸਾਹਿਬ ਨੇ ਕਿਹਾ ਕਿ ਭਾਈ ਇਹ ਗੱਲ ਨਹੀਂ ਕਰਨੀ ਚਾਹੀਦੀ, ਇਹ ਕੋਰੀ ਅਫਵਾਹ ਆ, ਕੋਈ ਸਰੈਂਡਰ ਕਰਨ ਦੀ ਗੱਲ ਨਹੀਂ, ਸਾਨੂੰ ਕਿਸੇ ਤਰ੍ਹਾਂ ਦੀ ਕੋਈ ਸੂਚਨਾ ਨਹੀਂ, ਸਾਡਾ ਕਿਸੇ ਦੇ ਨਾਲ ਇਸ ਮੁੱਦੇ ਤੇ ਕੋਈ ਸੰਪਰਕ ਨਹੀਂ। ਹਾਂ, ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ 'ਚ ਉਹ ਕਹਿੰਦੇ ਜੀ ਮੈਂ ਇੱਕ ਵਾਰੀ ਫਿਰ ਕਹਿਣਾ ਕਿ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਆਤਮ ਸਮਰਪਣ ਕਰ ਦੇਣਾ ਚਾਹੀਦਾ, ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਸਰੈਂਡਰ ਕਰ ਦੇਣਾ ਚਾਹੀਦਾ। ਮੈਂ ਕਹਿੰਦੇ ਜੀ ਪਹਿਲਾਂ ਵੀ ਅਪੀਲ ਕੀਤੀ। ਤੀਸਰਾ, ਜਥੇਦਾਰ ਸਾਹਿਬ ਨੇ ਬਹੁਤ ਉਚੇਚੇ ਤੌਰ ਤੇ ਖਾਸ ਤੌਰ ਦੇ ਉੱਤੇ ਕਿਹਾ, ਉਹ ਕਹਿੰਦੇ ਜੀ ਦੇਖੋ ਲੋਕਤੰਤਰ ਹੈ, ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਜਿਹੜੀ ਹੈ ਉਹਦੇ ਤੇ ਪਾਬੰਦੀ ਨਾ ਲੱਗੇ। ਉਹਨਾਂ ਨੇ ਇਹ ਵੀ ਕਿਹਾ, ਉਹ ਕਹਿੰਦੇ ਜੀ ਪਿੱਲਰ ਹੁੰਦੇ ਨੇ, ਪਿੱਲਰ, ਉਹ ਜਿਹੜੇ ਪਿੱਲਰ ਨੇ ਲੋਕਤੰਤਰ ਦੇ, ਉਹਦੇ ਵਿੱਚੋਂ ਇੱਕ ਮੀਡੀਆ ਵੀ ਆ, ਤੇ ਜੇ ਉਹਨੂੰ ਕੰਟਰੋਲ ਕਰਨ ਦਾ ਯਤਨ ਕੀਤਾ ਜਾਊਗਾ ਤਾਂ ਫਿਰ ਜਾਵਾਂਗੇ ਕਿੱਧਰਲੇ ਪਾਸੇ। ਉਹਨਾਂ ਨੇ ਇਹ ਵੀ ਆਖਿਆ, ਉਹ ਕਹਿੰਦੇ ਜੀ ਦੇਖੋ ਜੇ ਕਿਤੇ ਕਿਸੇ ਦੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਕੁਚਲਣ ਦਾ ਯਤਨ ਕੀਤਾ ਜਾਊਗਾ ਤੇ ਹਰ ਉਸ ਸਿੱਖ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਖੜੇ ਹੋਣਗੇ। ਉਹਨਾਂ ਨੇ ਇਹ ਵੀ ਆਖ ਦਿੱਤਾ, ਉਹ ਕਹਿੰਦੇ ਜੀ ਦੇਖੋ ਬੜੀ ਕਲੀਅਰ ਗੱਲ ਹੈ ਕਿ ਜੇ ਕੋਈ ਗੱਲ ਸਰਕਾਰ ਦੇ ਖਿਲਾਫ ਕਹੀ ਜਾਂਦੀ ਹੈ ਤੇ ਇਹਦਾ ਮਤਲਬ ਇਹ ਥੋੜੀ ਹੈ ਕਿ ਭਾਈ ਉਹ ਦੇਸ਼ ਦੇ ਖਿਲਾਫ ਹੈ ਜਾਂ ਦੇਸ਼ ਦੀ ਸੁਰੱਖਿਆ ਦੇ ਖਿਲਾਫ ਹੈ। ਜੇ ਸਰਕਾਰ ਦਾ ਕੁਝ ਚੰਗਾ ਮਾੜਾ ਕੋਈ ਮੀਡੀਆ ਅਦਾਰਾ ਦੱਸਦਾ, ਕੋਈ ਪੱਤਰਕਾਰ ਦੱਸਦਾ, ਤੇ ਉਧਰਲੇ ਪਾਸੇ ਨੂੰ ਨਹੀਂ ਤੁਰਨਾ ਚਾਹੀਦਾ। ਸੋ ਕੁੱਲ ਮਿਲਾ ਕੇ ਸੰਧਾਲੀਆ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹੋਰਾਂ ਨੇ ਇੱਕ ਤਾਂ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਨੂੰ ਆਖਿਆ, ਸਰਬੱਤ ਖਾਲਸਾ ਨਹੀਂ ਸੱਦਿਆ ਜਾ ਰਿਹਾ ਉਹ ਕਲੀਅਰ ਕਰ ਦਿੱਤਾ। ਇਹ ਵੀ ਕਹਿ ਦਿੱਤਾ ਕਿ ਜੇ ਕਿਸੇ ਮੀਡੀਆ ਕਰਮੀ ਦੇ ਨਾਲ, ਮੀਡੀਆ ਅਦਾਰੇ ਦੇ ਨਾਲ ਧੱਕਾ ਹੋਊਗਾ, ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਕੁਚਲਣ ਦਾ ਯਤਨ ਕੀਤਾ ਜਾਊਗਾ ਤੇ ਅਸੀਂ ਨਾਲ ਖੜਾਂਗੇ। ਤੇ ਚੌਥੀ ਗੱਲ ਜਿਹੜੀ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਸਿੱਖ ਭਾਈਚਾਰੇ ਬਾਰੇ ਗਲਤ ਤਰ੍ਹਾਂ ਦੇ ਬਰਤਾਂਤ ਸਿਰਜੇ ਜਾ ਰਹੇ ਆ, ਦੁਨੀਆ ਦੇ ਵਿੱਚ ਸਾਡਾ ਅਕਸ ਗਲਤ ਤਰੀਕੇ ਪੇਸ਼ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਉਸ ਮੁੱਦੇ ਦੇ ਉੱਤੇ ਜ਼ਰੂਰ ਜਥੇਦਾਰ ਸਾਹਿਬ ਬੇਹੱਦ ਗੰਭੀਰ ਜਿਹੜਾ ਉਹ ਨਜ਼ਰ ਆਏ ਨੇ ਜੀ। ਨਹੀਂ, ਮੈਨੂੰ ਲੱਗਦਾ ਵੀ ਇਹ ਚੰਗਾ ਕੀਤਾ ਜਥੇਦਾਰ ਸਾਹਿਬ ਨੇ, ਚਲੋ ਇਕੱਤਰਤਾ ਸੱਦੀ, ਉਹਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਗੱਲ ਕੀਤੀ ਕਿ ਵੀ ਜੇ ਹੁਣ ਕੋਈ ਗੱਲ ਚੱਲਦੀ ਆ ਉਹਦਾ ਜੇ ਹਰੇਕ ਤਰ੍ਹਾਂ ਦਾ ਪੱਖ ਸਾਹਮਣੇ ਰੱਖਦਾ ਤੇ ਉਹ ਮੀਡੀਆ ਰੱਖਦਾ, ਤੇ ਜੇ ਉਸ ਤਰ੍ਹਾਂ ਦੀ ਕੋਈ ਸਖਤੀ ਹੋਊਗੀ ਤੇ ਫਿਰ ਉਹ ਚੀਜ਼ ਠੀਕ ਨਹੀਂ ਆ, ਉਹ ਬੈਲੈਂਸ ਬਣਨਾ ਨਹੀਂ। ਇਸ ਕਰਕੇ ਉਸ ਬੈਲੈਂਸ ਨੂੰ ਬਣਾਏ ਰੱਖਣ ਦੇ ਲਈ ਇਹ ਬੜਾ ਜ਼ਰੂਰੀ ਆ ਵੀ ਇਹ ਜਿਹੜੀ ਹਰੇਕ ਨੂੰ ਆਪਣੇ ਆਪਣੇ ਵਿਚਾਰਾਂ ਦੀ ਆਜ਼ਾਦੀ ਆ ਉਹ ਹੋਵੇ। ਵੈਸੇ ਮੇਰਾ ਖਿਆਲ ਆਪਾਂ ਕੱਲ੍ਹ ਗੱਲ ਕੀਤੀ ਕਿ ਨਹੀਂ ਕੀਤੀ, ਤੁਸੀਂ ਨੋਟਿਸ ਕੀਤਾ ਹੋਣਾ ਕਿ ਵੀ ਨੈਸ਼ਨਲ ਮੀਡੀਆ ਦੇ ਵਿੱਚ ਪਹਿਲਾਂ ਜਦੋਂ ਇੱਕ ਅੰਮ੍ਰਿਤਪਾਲ ਹੋਰਾਂ ਵਾਲਾ ਮੁੱਦਾ ਬਣਿਆ ਸੀ, ਉਦੋਂ ਨਾਲ ਹੀ ਅੰਮ੍ਰਿਤਪਾਲ ਤੇ ਨੂੰ ਤਾਂ ਥੋੜ੍ਹਾ ਛੋਟਾ ਬਣਾ ਲਿਆ, ਨਾਲ ਖਾਲਿਸਤਾਨ, ਤੇ ਉਸ ਤੋਂ ਬਾਅਦ ਜਿਹੜੀ ਸਿੱਖਾਂ ਦੀ ਓਵਰਆਲ ਇਮੇਜ ਸੀਗੀ, ਚਾਹੇ ਉਹ ਦੁਨੀਆ ਭਰ ਦੇ ਵਿੱਚ ਹੀ ਕਿਉਂ ਨਾ ਹੋਵੇ, ਉਹਨੂੰ ਕਾਫੀ ਵਾਰ-ਵਾਰ ਇੱਕ ਉਹ ਡੈਡੀਕੇਟਡ ਪ੍ਰੋਗਰਾਮ ਬਣਾ ਕੇ ਗ੍ਰਾਫਿਕਸ ਦੇ ਵਿੱਚ ਚੰਗੀ ਅੱਗ ਉੱਗ ਜੀ ਲਾ ਕੇ ਤੇ ਹੋਰ ਕਈ ਕੁਛ ਤਰ੍ਹਾਂ ਦੇ ਡਰਾਉਣੇ ਜੇ ਮਿਊਜ਼ਿਕ ਚਲਾ ਕੇ ਦਿਖਾਇਆ ਗਿਆ। ਉਹ ਜੋ ਕੁਛ ਵੀ ਸਾਰਾ ਕੁਛ ਹੋਇਆ, ਉਸ ਚੀਜ਼ ਦੇ ਉੱਪਰ ਹਰੇਕ ਸਿੱਖ ਨੇ ਦੁਨੀਆ ਭਰ ਦੇ ਵਿੱਚ ਬੈਠੇ ਨੇ ਚਿੰਤਾ ਪ੍ਰਗਟ ਕੀਤੀ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਇਹ ਚੀਜ਼ ਨਹੀਂ ਪੇਸ਼ ਕੀਤੀ ਜਾਣੀ ਚਾਹੀਦੀ। ਐਂਡ ਇਸ ਚੀਜ਼ ਦਾ ਉਹਨਾਂ ਨੇ ਉੱਥੇ ਜ਼ਿਕਰ ਵੀ ਕੀਤਾ ਵੀ ਜੇ ਇਹੀ ਸਾਰਾ ਕੁਛ ਇਸੇ ਤਰ੍ਹਾਂ ਬਣਦਾ ਰਿਹਾ ਤੇ ਫਿਰ ਤੁਸੀਂ ਆਪ ਅੰਦਾਜ਼ਾ ਲਾਓ ਕਿ ਵੀ ਜਿਹੜੀ ਘੱਟ ਗਿਣਤੀ ਕੌਮ ਹੈ ਜਾਂ ਜਿਹਨੇ ਦੇਸ਼ ਦੇ ਲਈ ਇੰਨਾ ਕੁਛ ਕੀਤਾ ਹੈ, ਉਹਦੀ ਇਮੇਜ ਨੂੰ ਤੁਸੀਂ ਕਿੱਦਾਂ ਢਾਲ ਆ ਰਹੇ ਹੋ। ਹੁਣ ਮੇਰਾ ਖਿਆਲ ਜੇ ਇਹ ਇੱਕ ਇਕੱਤਰਤਾ ਹੋਈ, ਉਸ ਤੋਂ ਬਾਅਦ ਜਥੇਦਾਰ ਸਾਹਿਬ ਨੇ ਇਸ ਚੀਜ਼ ਦੇ ਉੱਪਰ ਗੱਲ ਕੀਤੀ, ਤੇ ਆਪਾਂ ਆਸ ਉਮੀਦ ਕਰਦੇ ਹਾਂ ਵੀ ਇਹ ਚੀਜ਼ ਹੁਣ ਗਾਂ ਸਰਕਾਰਾਂ ਤੱਕ ਜਾਂ SGPC ਦੇ ਜ਼ਰੀਏ ਉਹ ਜਿਹੜੇ ਵੱਖ-ਵੱਖ ਵੱਡੇ ਚੈਨਲ ਨੇ, ਨੈਸ਼ਨਲ ਚੈਨਲ,
ਉਹਨਾਂ ਤੱਕ ਜਾਂ ਉਹਨਾਂ ਦੇ ਜਿਹੜੇ ਕਰਤਾ ਧਰਤਾ ਨੇ ਉਹਨਾਂ ਤੱਕ ਗੱਲ ਪਹੁੰਚੂਗੀ। ਉਹ ਵੀ ਹੋ ਸਕਦਾ ਹੈ ਕਿ ਪਿਛਲੇ ਸਮੇਂ ਦੇ ਵਿੱਚ ਆਪਣੇ ਵੱਲੋਂ ਪ੍ਰੋਗਰਾਮਾਂ ਨੂੰ ਚਲਾਉਣ ਦੇ ਲਈ ਜੋ ਕੁਝ ਕੀਤਾ ਗਿਆ ਉਹਦੇ 'ਤੇ ਥੋੜ੍ਹਾ ਜਿਹਾ ਸੋਚ ਵਿਚਾਰ ਕਰਨ ਵੀ ਆਪਾਂ ਇਸ ਤਰ੍ਹਾਂ ਨਾ ਕਰੀਏ। ਇੱਕ ਮੇਰਾ ਖਿਆਲ ਕੱਲ੍ਹ ਜੇ ਆਪਾਂ ਜ਼ਿਕਰ ਕਰਦੇ ਸੀ ਕਿ ਉਹ ਇੱਕ ਬਹੁਤ ਪੁਰਾਣੀ ਇੰਟਰਵਿਊ ਜਿਹੜੀ ਸਿਮਰਜੀਤ ਸਿੰਘ ਮਾਨ ਸਾਹਿਬ ਦੀ ਸੀਗੀ, ਉਹਦਾ ਇੱਕ ਛੋਟਾ ਜਿਹਾ ਹਿੱਸਾ ਕੱਟ ਕੇ ਅਤੇ ਉਹ ਵੀ ਵੱਖ-ਵੱਖ ਈਵਨ ਅੰਗਰੇਜ਼ੀ ਚੈਨਲਾਂ ਦੇ ਉੱਪਰ ਵੀ ਮੈਂ ਦੇਖਿਆ ਵੀ ਅੰਗਰੇਜ਼ੀ ਚੈਨਲ 'ਤੇ ਪੰਜਾਬੀ ਦੀ ਇੰਟਰਵਿਊ ਦਾ ਹਿੱਸਾ ਚਲਾਇਆ ਜਾ ਰਿਹਾ ਸੀ, ਜਿਹਦੇ 'ਚ ਉਹ ਆਪਣੀ ਗੱਲ ਕਰਦੇ ਸੀ ਵੀ ਚਿੱਠੀ ਜਿਹੜੀ ਹੈ ਜੀ ਉਹ ਮੈਂ ਦਿੰਦਾ ਅਤੇ ਚਿੱਠੀ ਦੇ ਕੇ ਅਤੇ ਮੁੰਡੇ ਬਾਹਰ ਪੱਕੇ ਹੁੰਦੇ ਨੇ। ਹਾਲਾਂਕਿ ਹੁਣ ਉਹ ਆਪਣੀਆਂ ਥਾਵਾਂ 'ਤੇ ਨੇ ਅਤੇ ਉਹਦੇ ਲਈ ਉਹ ਫੀਸ ਦੀ ਵੀ ਗੱਲ ਕਰਦੇ ਸੀ ਵੀ ਇੰਨੀ ਕਿ ਅਸੀਂ ਲੈ ਲੈਂਦੇ, ਅਤੇ ਫਿਰ ਕਿਹੜੀ ਗੱਲ ਆ। ਹੁਣ ਤੁਸੀਂ ਦੇਖੋ ਵੀ ਜੇ ਤਾਂ ਉਹ ਅੱਜ ਕੱਲ੍ਹ ਦੀ ਗੱਲ ਹੋਵੇ, ਉਹਦੇ 'ਤੇ ਗੱਲ ਹੋਵੇ, ਫਿਰ ਤਾਂ ਸਮਝ ਆਉਂਦੀ ਹੈ। ਪਰ 8-9 ਮਹੀਨੇ ਪੁਰਾਣੀ ਕੋਈ ਗੱਲ ਪਹਿਲਾਂ ਪਈ ਹੋਵੇ, ਉਦੋਂ ਉਹਦੇ 'ਤੇ ਕੋਈ ਗੱਲ ਹੋਈ ਨਾ ਹੋਵੇ, ਅੱਜ ਤੁਸੀਂ ਅਚਾਨਕ ਉਸ ਚੀਜ਼ ਨੂੰ ਕੱਢ ਕੇ ਅਤੇ ਕਿਸੇ ਹੋਰ ਤਰ੍ਹਾਂ ਨਾਲ ਪੇਸ਼ ਕਰੋ, ਉਹਨਾਂ ਚੀਜ਼ਾਂ ਦੇ ਉੱਪਰ ਇੱਕ ਤਰ੍ਹਾਂ ਨਾਲ ਦਿਮਾਗ ਦੇ ਵਿੱਚ ਤੇ ਗੱਲ ਖਟਕਦੀ ਹੈ ਵੀ ਅਚਾਨਕ ਇੱਦਾਂ ਕਿਉਂ। ਨਹੀਂ, ਇਹ ਬਿਲਕੁਲ ਠੀਕ ਹੈ ਸੰਧਾਲੀਆ ਸਾਹਿਬ ਤੁਹਾਡੀ ਗੱਲ। ਦੇਖੋ, ਅਸੀਂ ਤਾਂ ਇਸ ਗੱਲ ਦੀ ਆਸ ਉਮੀਦ ਕਰਦੇ ਹਾਂ ਕਿ ਭਾਈ ਦੇਸ਼ ਆ, ਦੇਸ਼ ਦੇ ਵਿੱਚ ਰਹਿਣ ਵਾਲੇ ਲੋਕ ਨੇ, ਉਸੇ ਦੇਸ਼ ਦਾ ਮੀਡੀਆ, ਆਪਾਂ ਕਿਸੇ ਨੂੰ ਇਸ ਤਰੀਕੇ ਨਾਲ ਪੇਸ਼ ਕਰੀਏ, ਕਿਉਂਕਿ ਮੀਡੀਏ ਦਾ, ਖਾਸ ਤੌਰ ਦੇ ਉੱਤੇ ਨੈਸ਼ਨਲ ਮੀਡੀਆ ਦਾ ਇੱਕ ਹਿੱਸਾ ਤਾਂ ਉਦੋਂ ਐਂ ਕਹਿਣ ਲੱਗ ਪਿਆ ਸੀ ਕਿ ਪਤਾ ਨਹੀਂ ਪੰਜਾਬ ਕਿੱਥੇ ਨੂੰ ਗਿਆ, ਪਤਾ ਨਹੀਂ ਪੰਜਾਬ ਦੇ ਵਿੱਚ ਕਿੱਥੇ ਹੋ ਗਿਆ, ਪਤਾ ਨਹੀਂ ਪੰਜਾਬ ਦੇ ਲੋਕ ਕੀ ਕਰਨ ਲੱਗ ਪਏ। ਪੰਜਾਬ ਦੇ ਲੋਕ ਖੇਤੀ ਕਰਦੇ ਸੀ, ਸਾਡੀ ਤਾਂ ਕਣਕ ਪੱਕਣ ਵਾਲੀ ਸੀ, ਸਾਡੇ ਤਾਂ ਕਣਕ ਦੇ ਉੱਤੇ ਗੜੇ ਪੈ ਰਹੇ ਸੀ, ਸਾਡੀ ਤਾਂ ਕਣਕ ਮੀਂਹ ਦੇ ਨਾਲ, ਹਨੇਰੀ ਦੇ ਨਾਲ, ਤੂਫਾਨ ਦੇ ਨਾਲ ਡਿੱਗੀ ਪਈ ਸੀ, ਸਾਨੂੰ ਤਾਂ ਉਧਰਲੇ ਪਾਸੇ ਸਾਹ ਨਹੀਂ ਸੀ ਆਉਂਦਾ। ਸਾਡੇ ਤਾਂ ਨਿਆਣੇ ਉਦੋਂ ਪੇਪਰ ਦੇ ਰਿਹਾ ਸੀ, ਮਾਰਚ ਦਾ ਮਹੀਨਾ ਚੱਲੀ ਜਾਂਦਾ ਸੀ, ਨਿਆਣਿਆਂ ਦੇ ਨਤੀਜੇ ਆਉਣ ਵਾਲੇ ਸੀ, ਅਸੀਂ ਤਾਂ ਅਗਲੀਆਂ ਜਮਾਤਾਂ ਦੇ ਵਿੱਚ ਬੱਚਿਆਂ ਨੂੰ ਦਾਖਲ ਕਰਾਉਣਾ ਹੈ, ਉਹ ਬੱਚਿਆਂ ਨੂੰ ਦਾਖਲ ਕਰਾਉਣਾ ਤਾਂ ਸਕੂਲ, ਕਾਲਜ, ਯੂਨੀਵਰਸਿਟੀ ਕਿਹੜੀ ਚੰਗੀ, ਅਸੀਂ ਤਾਂ ਉਧਰਲੇ ਪਾਸੇ ਲੱਗੇ ਹੋ ਸੀ। ਤੇ ਦੂਜੇ ਪਾਸੇ ਨੈਸ਼ਨਲ ਮੀਡੀਆ ਵਾਲੇ ਕੰਪਿਊਟਰ ਦੇ ਵਿੱਚ ਇਦਾਂ ਦਾ ਬਰਤਾਂਤ ਸਿਰਜ ਰਹੇ ਵੀ ਭਾਈ ਪੰਜਾਬ ਦੇ ਵਿੱਚ ਪਤਾ ਨਹੀਂ ਕੀ ਹੋ ਗਿਆ, ਉੱਥੇ ਆ ਕੁਝ ਕੀ ਹੋ ਗਿਆ, ਸਾਰਾ ਕੁਝ ਉੱਥੇ ਹੀ ਹੈ, ਬਿਲਕੁਲ ਠੀਕ ਤਰੀਕੇ ਖੜਾ। ਇਸ ਤਰੀਕੇ ਲੋਕਾਂ ਨੂੰ ਆਪਸ ਦੇ ਵਿੱਚ ਲੜਾਉਣ ਭੜਕਾਉਣ ਵਾਲੀਆਂ ਗੱਲਾਂ ਜਿਹੜੀਆਂ ਉਹ ਪੂਰਾ ਨਹੀਂ ਹੋਣੀਆਂ ਚਾਹੀਦੀਆਂ। ਹਾਂ, ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਦੋ ਚੀਜ਼ਾਂ ਕਹੀਆਂ। ਉਹ ਕਹਿੰਦੇ ਜੀ ਪਿਛਲੇ ਸਮੇਂ ਦੇ ਵਿੱਚ ਖਾਲਸਾ ਰਾਜ ਦੇ ਝੰਡੇ ਨੂੰ ਜਿਸ ਤਰੀਕੇ ਖਾਲਿਸਤਾਨ ਦੇ ਨਾਲ ਜਿਹੜਾ ਜੋੜਨ ਦੀ ਕੋਸ਼ਿਸ਼ ਕੀਤੀ ਗਈ, ਉਹਨਾਂ ਅਧਿਕਾਰੀਆਂ ਦੇ ਉੱਤੇ ਕਹਿੰਦੇ ਜੀ ਕਾਰਵਾਈ ਕਿਉਂ ਨਹੀਂ ਹੋਈ, ਪਹਿਲਾ ਪੁਆਇੰਟ। ਦੂਸਰਾ, ਉਹਨਾਂ ਨੇ ਇਹ ਵੀ ਕਿਹਾ, ਉਹ ਕਹਿੰਦੇ ਜੀ ਜੇ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਭਾਈਚਾਰੇ ਨਾਲ ਸੰਬੰਧਿਤ ਕਿਸੇ ਨੇ ਕੁਝ ਗਲਤ ਕਰਨ ਦੀ ਕੋਸ਼ਿਸ਼ ਕੀਤੀ, ਕੁਝ ਗਲਤ ਅਫਵਾਹਾਂ ਫੈਲਾਉਣ ਦੀ ਕੋਸ਼ਿਸ਼ ਕੀਤੀ, ਗਲਤ ਤਰੀਕੇ ਦੇ ਨਾਲ ਸੂਚਨਾਵਾਂ ਇੱਧਰ ਉੱਧਰ ਕਰਨ ਦੀ ਕੋਸ਼ਿਸ਼ ਕੀਤੀ, ਜਿਹਦੇ ਨਾਲ ਸਾਡਾ ਅਕਸ ਵਿਗੜਦਾ ਹੋਇਆ, ਉਹ ਕਹਿੰਦੇ ਜੀ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ, ਅਸੀਂ ਕਾਨੂੰਨੀ ਤੌਰ ਦੇ ਉੱਤੇ ਐਕਸ਼ਨ ਲਵਾਂਗੇ। ਸੋ ਇਸ ਕਰਕੇ ਭਾਈ, ਜੇ ਸੋਸ਼ਲ ਮੀਡੀਆ ਚਲਾਉਂਦੇ ਹੋ, ਮੀਡੀਆ ਦੇ ਕਿਸੇ ਅਦਾਰੇ ਦੇ ਨਾਲ ਸੰਬੰਧਿਤ ਹੋ, ਜਿਹੜੀ ਗੱਲ ਤੱਥ ਆਧਾਰਿਤ ਨਾ ਹੋਵੇ, ਨਿਰੋਲ ਅੰਦਾਜ਼ਿਆਂ ਦੇ ਉੱਤੇ ਆਧਾਰਿਤ ਹੋਵੇ, ਤੇ ਜਿਸ ਗੱਲ ਦਾ ਨੁਕਸਾਨ ਹੁੰਦਾ ਹੋਵੇ ਪਰ ਤੁਹਾਡੇ ਕੋਲੇ ਤੱਥ, ਪ੍ਰੂਫ, ਸਬੂਤ ਉਹਦੇ ਕੋਈ ਨਾ ਹੋਣ, ਉਹਨੂੰ ਚਲਾਉਣ ਤੋਂ ਗਰੇਜ਼ ਕਰਿਓ। ਪਹਿਲਾਂ ਤੱਥਾਂ ਦੀ ਪੁਣਛਾਣ ਜ਼ਰੂਰ ਕਰ ਲਿਓ, ਨਹੀਂ ਤਾਂ ਐਵੇਂ ਅਦਾਲਤਾਂ 'ਚ ਧੱਕੇ ਖਾਓਗੇ ਭਾਈ। ਸੋ ਇਹ ਵੀ ਚੰਗੀ ਗੱਲ ਮੇਰਾ ਖਿਆਲ ਵੀ ਇੱਕ ਇਕੱਤਰਤਾ ਹੋਈ, ਉਸ ਇਕੱਤਰਤਾ ਦੇ ਵਿੱਚ ਖੁੱਲ੍ਹ ਕੇ ਵਿਚਾਰ ਚਰਚਾਵਾਂ ਚੱਲੀਆਂ, ਅਤੇ ਆਉਣ ਵਾਲੇ ਦਿਨਾਂ 'ਚ ਮੈਨੂੰ ਲੱਗਦਾ ਵੀ ਆਪਾਂ ਆਸ ਉਮੀਦ ਕਰਦੇ ਹਾਂ ਵੀ ਜਿਹੜੀਆਂ ਗੱਲਾਂ ਉੱਥੇ ਹੋਈਆਂ ਨੇ ਉਹਨਾਂ ਦਾ ਇੱਕ ਪੋਜ਼ੀਟਿਵ, ਸਕਾਰਾਤਮਕ ਜਿਹੜਾ ਪ੍ਰਭਾਵ ਆ ਉਹ ਜ਼ਰੂਰ ਜਾਊਗਾ। ਖਾਸ ਕਰਕੇ ਹੁਣ ਤੁਸੀਂ ਦੇਖੋ ਕਿ ਵਿਸਾਖੀ ਦਾ ਦਿਨ ਆਉਣ ਵਾਲਾ, ਖਾਲਸਾ ਸਾਜਨਾ ਦਿਵਸ ਆਉਣਾ ਹੈ, ਉਸ ਮੌਕੇ ਦੇ ਉੱਪਰ ਜਿਹੜੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪ੍ਰੋਗਰਾਮ ਲਿਖੇ ਗਏ, ਉੱਥੇ ਤਾਂ ਪਹੁੰਚਣ ਲਈ ਉਹਨਾਂ ਨੇ ਕਿਹਾ ਹੀ ਹੈ। ਨਾਲ ਉਹਨਾਂ ਨੇ ਕਿਹਾ ਕਿ ਹੋਰਨਾਂ ਵੀ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਧਾਰਮਿਕ ਸਥਾਨਾਂ 'ਤੇ ਜਾਂ ਵੱਖ-ਵੱਖ ਜਿਹੜੇ ਸੰਤ ਮਹਾਤਮਾ ਨੇ ਉਹ ਵੀ ਕਈ ਸਮਾਗਮ ਕਰਦੇ ਆ, ਤੁਸੀਂ ਉਹਨਾਂ ਸਮਾਗਮਾਂ ਦੇ ਵਿੱਚ ਵੀ ਹੁਮਾ ਕੇ ਜਿਹੜਾ ਪਹੁੰਚੋ, ਉੱਥੇ ਗੁਰੂ ਘਰ ਦੀਆਂ ਜਾ ਕੇ ਖੁਸ਼ੀਆਂ ਪ੍ਰਾਪਤ ਕਰੋ। ਮੈਨੂੰ ਲੱਗਦਾ ਵੀ ਇੱਕ ਵਾਰ ਦੁਬਾਰਾ ਜਦੋਂ ਲੋਕ ਨਿਕਲਣਗੇ, ਸਾਰਾ ਕੁਝ ਆਮ ਵਾਂਗ ਹੋਊਗਾ, ਅਤੇ ਉਹ ਜਿਹੜਾ ਇੱਕ ਡਰ ਸਹਿਮ ਜਿਹਦਾ ਮਾਹੌਲ ਬਣਿਆ ਸੀ ਪਿਛਲੇ ਸਮੇਂ ਦੇ ਵਿੱਚ, ਉਹ ਵੀ ਦੂਰ ਹੋ ਜਾਊਗਾ। ਬਾਕੀ ਇਹ ਸਾਰੇ ਕੁਝ ਦੇ ਨਾਲ ਨਾਲ ਮੈਨੂੰ ਲੱਗਦਾ ਵੀ ਜੇ ਉਦਣ ਤੱਕ ਮੁਆਵਜ਼ਾ ਸਰਕਾਰ ਦੇ ਦੇਵੇ, ਗਰਦੌਰੀਆਂ ਤਾਂ ਕਹਿੰਦੇ ਹੁੰਦੀਆਂ ਨੇ, ਮੁਆਵਜ਼ਾ ਸਰਕਾਰ ਦੇ ਦੇਵੇ, ਅਤੇ ਜਿਨ੍ਹਾਂ ਦਾ ਫਸਲਾਂ ਦਾ ਨੁਕਸਾਨ ਹੋਇਆ ਘੱਟੋ ਘੱਟ ਉਹਨਾਂ ਨੂੰ ਵੀ ਜਾਣਾ ਥੋੜ੍ਹਾ ਜਿਹਾ ਸੌਖਾ ਅਤੇ ਠੀਕ ਲੱਗੂਗਾ। ਕਿਉਂਕਿ ਇਸ ਵਕਤ ਦੋਸ਼ ਲੱਗਣ ਲੱਗ ਪਏ ਨੇ ਵਿਰੋਧੀ ਪਾਰਟੀਆਂ ਵੱਲੋਂ, ਖਾਸ ਕਰਕੇ ਕਿ ਗਰਦੌਰੀਆਂ ਹੋ ਨਹੀਂ ਰਹੀਆਂ, ਬੰਦੇ ਅਜੇ ਤੱਕ ਗਰਦੌਰੀ ਕਰਨ ਪਹੁੰਚੇ ਨਹੀਂ, ਅਤੇ ਫਿਰ ਮੁਆਵਜ਼ਾ ਕਿੱਦਾਂ ਪਹੁੰਚੂਗਾ ਜੀ। ਦੇਖੋ ਸੰਧਾਲੀਆ ਸਾਹਿਬ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਿਹਾ, ਕਹਿੰਦੇ ਜੀ ਮਹਿਜ਼ ਡਰਾਮਾ ਹੋ ਰਿਹਾ, ਕਹਿੰਦੇ ਜੀ ਪਿੰਡਾਂ ਦੇ ਵਿੱਚ ਜ਼ਮੀਨੀ ਪੱਧਰ ਦੇ ਉੱਤੇ ਕੋਈ ਨਹੀਂ ਜਾ ਰਿਹਾ ਉੱਥੇ ਗਿਰਦਾਵਰੀ ਕਰਨ, ਲੋਕਾਂ ਨੂੰ ਇਨਸਾਫ ਨਹੀਂ ਮਿਲਣਾ, ਕਿਹਦੀ ਫਸਲ ਕਿੰਨੀ ਖਰਾਬ ਹੋਈ ਹੈ ਉਧਰਲੇ ਪਾਸੇ, ਕਹਿੰਦੇ ਜੀ ਪ੍ਰੈਕਟੀਕਲੀ ਕੰਮ ਨਹੀਂ ਹੋ ਰਿਹਾ। ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਇਹ ਬਿਆਨ ਠੀਕ ਹੋ ਸਕਦੇ, ਆਪਾਂ ਨੇ ਕਿੰਨੇ ਗਲਤ ਨੇ ਜਾਂ ਠੀਕ ਨੇ, ਇਹਨੂੰ ਇਦਾਂ ਵੀ ਨਹੀਂ ਲੈਣਾ ਚਾਹੀਦਾ ਕਿ ਵਿਰੋਧੀ ਧਿਰ ਕੋਈ ਆਲੋਚਨਾ ਕਰ ਰਹੀ ਹੈ। ਉਹ ਮੈਂਬਰ ਪਾਰਲੀਮੈਂਟ ਨੇ, 18-20 ਲੱਖ ਵੋਟਰਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ, ਉਸ ਪਾਰਟੀ ਦੇ ਸੂਬਾ ਪ੍ਰਧਾਨ ਨੇ ਜਿਹੜੀ ਪਾਰਟੀ ਨੇ ਬਹੁਤ ਵਾਰੀ ਪੰਜਾਬ ਦੇ ਵਿੱਚ ਸਰਕਾਰ ਬਣਾਈ ਹੈ। ਮੈਨੂੰ ਲੱਗਦਾ ਕਿ ਸਰਕਾਰ ਨੂੰ ਹਿਸਾਬ ਕਿਤਾਬ ਲਾ ਕੇ ਦੇਖ ਕੇ ਕਿ ਭਾਈ ਉਹਨਾਂ ਦੀ ਗੱਲ ਦੇ ਵਿੱਚ ਕੋਈ ਸੱਚਾਈ ਤਾਂ ਨਹੀਂ, ਉਹਦੀ ਘੋਖ ਪੜਚੋਲ ਕਰਨੀ ਚਾਹੀਦੀ ਹੈ। ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਬਿਆਨ ਦੇ ਕੇ ਆਪਣਾ ਕੰਮ ਕੀਤਾ, ਤੇ ਸਰਕਾਰ ਦਾ ਕੰਮ ਜਿਹੜਾ
ਉਹ ਆਪਣਾ ਹੈ ਕਿ ਉਹ ਪ੍ਰੈਕਟੀਕਲੀ ਪਹਿਲਾਂ ਜਾਂਚ ਪੜਤਾਲ ਕਰ ਲਵੇ, ਕੇਵਲ ਨਿਖੇਧੀ ਨਾ ਕਰੇ ਜੀ ਇਦਾਂ ਕੁਛ ਨਹੀਂ। ਹਾਂ, ਦੂਸਰੇ ਪਾਸੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਕਿਹਾ ਕਿ ਅਸੀਂ ਵਿਸਾਖੀ ਤੱਕ ਮੁਆਵਜ਼ਾ ਦੇ ਦੇਣਾ। ਦੇਖੋ, ਜੇ ਵਿਸਾਖੀ ਤੱਕ ਮੁਆਵਜ਼ਾ ਮਿਲ ਜਾਂਦਾ ਤੇ ਸ਼ਾਇਦ ਪੰਜਾਬ ਦੀ ਹਿਸਟਰੀ ਦੇ ਵਿੱਚ, ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲਾ ਸਮਾਂ ਹੋਏਗਾ ਜਦੋਂ ਕਿਸੇ ਵੀ ਤਰ੍ਹਾਂ ਦੇ ਫਸਲ ਦੇ ਖਰਾਬੇ ਦਾ 3 ਹਫ਼ਤਿਆਂ ਦੇ ਵਿੱਚ ਜਿੰਨਾ ਕੁ ਵੀ ਸਰਕਾਰ ਨੇ ਨਿਰਧਾਰਿਤ ਕੀਤਾ ਹੋਏਗਾ ਉਨਾ ਮੁਆਵਜ਼ਾ ਲੋਕਾਂ ਦੇ ਬੈਂਕ ਖਾਤਿਆਂ 'ਚ ਪਹੁੰਚ ਜਾਊ। ਨਹੀਂ ਤਾਂ ਮਹੀਨਿਆਂ ਬੱਧੀ ਲੱਗਦੇ ਸੀ, ਅਗਲੇ ਸਾਲਾਂ ਦੇ ਵਿੱਚ ਵੀ ਜਾ ਕੇ ਮਿਲਦਾ ਸੀ। ਉਡੀਕ ਰਹੂਗੀ, ਹਫ਼ਤਾ ਰਹਿ ਗਿਆ ਸਾਰਾ ਇੱਕ। ਹਾਂ, ਕਈ ਪਾਸੇ ਪਿੰਡਾਂ ਦੇ ਵਿੱਚੋਂ ਰੌਲਾ ਪੈਂਦਾ ਕਿ ਭਾਈ ਸਾਡੇ ਪ੍ਰੈਕਟੀਕਲੀ ਗਿਰਦਾਵਰੀ ਕਰਨ ਆਏ ਨਹੀਂ। ਹੁਣ ਸੰਧਾਲੀਆ ਸਾਹਿਬ, ਉਹਦੇ ਵਿੱਚ 2 ਚੀਜ਼ਾਂ ਹੋ ਸਕਦੀਆਂ। ਇੱਕ ਤਾਂ ਦਿਨ ਥੋੜੇ ਨੇ। ਹੁਣ ਜਦੋਂ ਦਿਨ ਥੋੜੇ ਨੇ ਤਾਂ ਫਿਰ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਮਸਲਾ ਹੋਣਾ ਕਿ ਕੀ ਪਟਵਾਰੀਆਂ ਦੀ ਗਿਣਤੀ ਪੂਰੀ ਹੈ? ਕਿ ਜਿੰਨੇ ਪਿੰਡ ਕਿਸੇ ਪਟਵਾਰੀ ਦੇ ਅਧੀਨ ਆਉਂਦੇ ਨੇ, ਉਹਦੇ ਅਧਿਕਾਰ ਖੇਤਰ 'ਚ ਆਉਂਦੇ ਨੇ, ਉਹ ਰੋਜ਼ ਕਿੰਨੇ ਏਕੜ ਦੀ ਜਾ ਕੇ ਗਿਰਦਾਵਰੀ ਕਰੇ ਤਾਂ ਉਹ ਕੰਮ ਮੁਕੰਮਲ ਹੋ ਸਕਦਾ? ਕੀ ਕਿਤੇ ਪਟਵਾਰੀਆਂ ਦੀਆਂ ਅਸਾਮੀਆਂ ਖਾਲੀ ਤਾਂ ਨਹੀਂ ਪਈਆਂ? ਕਿਉਂਕਿ ਪਿਛਲੇ ਸਮੇਂ ਦੇ ਵਿੱਚ ਆਪਾਂ ਖਬਰਾਂ ਕਰਦੇ ਹੁੰਦੇ ਸੀ ਕਿ ਇੱਕ ਪਟਵਾਰੀ ਨੂੰ 2 3 ਪਟਵਾਰੀਆਂ ਦਾ ਕੰਮ ਕਰਨਾ ਪੈ ਰਿਹਾ। ਕਿ ਉਹਦੇ ਲਈ ਪ੍ਰੈਕਟੀਕਲੀ ਉਹਨਾਂ ਸਾਰੇ ਪਿੰਡਾਂ ਤੱਕ, ਉਹਨਾਂ ਸਾਰੇ ਪਿੰਡਾਂ ਦੇ ਖੇਤਾਂ ਤੱਕ, ਖੇਤਾਂ ਦੀਆਂ ਵੱਟਾਂ ਤੱਕ ਅੱਪੜਨਾ ਸੰਭਵ ਹੈ? ਜਿੱਥੇ ਮੈਨੂੰ ਲੱਗਦਾ ਕਿ ਵਰਕਲੋਡ ਜ਼ਿਆਦਾ ਹੋਊਗਾ ਉੱਥੇ ਕਿਤੇ ਨਾ ਕਿਤੇ ਦਿੱਕਤ ਆਊ। ਜਿੱਥੇ ਕੰਮ ਦਾ ਬੋਝ ਠੀਕ ਠਾਕ ਹੋਏਗਾ ਉੱਥੇ ਸ਼ਾਇਦ ਦਿੱਕਤ ਨਾ ਆਵੇ। ਪਰ ਅਸੀਂ ਤਾਂ ਪਟਵਾਰੀ ਸਾਹਿਬ ਉਹਨਾਂ ਸਾਰਿਆਂ ਨੂੰ ਕਹਿੰਦੇ ਕਿ ਠੀਕ ਹੈ, 4 5 7 ਦਿਨ ਨੇ ਭਾਈ ਤੁਹਾਡੇ ਕੋਲ, ਤੁਸੀਂ ਹੁਣ ਘੇਸਲ ਨਾ ਮਾਰਿਓ, ਤੁਸੀਂ ਘਾਲੋ ਨਾ ਕਰਿਓ, ਤੁਸੀਂ ਘਾਲ ਨਾ ਕਰਿਓ ਬਿਲਕੁਲ ਵੀ, ਕਿਉਂਕਿ ਤੁਹਾਡੇ 5-7 ਦਿਨ ਠੋਕ ਕੇ ਲੋੜੋਂ ਵੱਧ ਕੰਮ ਕਰਨ ਦੇ ਉੱਤੇ ਲੱਖਾਂ ਲੋਕਾਂ ਦਾ ਆਉਣ ਵਾਲਾ ਫਸਲ ਦਾ ਭਵਿੱਖ ਨਿਰਭਰ ਕਰਦਾ। ਜੇ ਤੁਸੀਂ ਚੰਗੇ ਤਰੀਕੇ ਦੇ ਨਾਲ ਕੰਮ ਕਰ ਜਾਓਗੇ, ਜੇ ਤੁਸੀਂ ਚੰਗੇ ਤਰੀਕੇ ਦੇ ਨਾਲ ਗਿਰਦਾਵਰੀ ਕਰਕੇ ਸਾਰਾ ਕੁਝ ਉਧਰਲੇ ਪਾਸੇ ਅੱਪੜਦਾ ਕਰ ਦੋਗੇ ਤਾਂ ਸਰਕਾਰ ਪੈਸੇ ਪਾ ਦੂ। ਤਾਂ ਜੇ ਆਪਣੇ ਕੋਲੋਂ ਪ੍ਰੈਕਟੀਕਲੀ ਚੰਗੇ ਤਰੀਕੇ ਦੇ ਨਾਲ ਕੰਮ ਨਾ ਕੀਤਾ ਗਿਆ ਤਾਂ ਫਿਰ ਰੌਲੇ ਗੋਲੇ ਪੈਣੇ ਆ। ਸੋ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਇਧਰਲੇ ਪਾਸੇ ਦੋਸ਼ ਲਾਇਆ ਕਿ ਜੀ ਗਿਰਦਾਵਰੀ ਚੰਗੇ ਤਰੀਕੇ ਨਹੀਂ ਹੋ ਰਹੀ, ਤਾਂ ਮੈਨੂੰ ਲੱਗਦਾ ਕਿ ਸਰਕਾਰ ਨੂੰ ਜ਼ਮੀਨੀ ਪੱਧਰ ਦੇ ਉੱਤੇ ਮਾੜੀ ਜਿਹੀ ਘੋਖ ਪੜਤਾਲ ਕਰ ਲੈਣੀ ਚਾਹੀਦੀ ਹੈ। ਇਹ ਕਲੀਅਰ ਕਰ ਦੇਣ, ਕਿਉਂਕਿ ਦੇਖੋ ਇਹਦੇ 'ਚ ਇੱਕ ਚਰਚਾ ਜੀ ਇਹ ਵੀ ਚੱਲਦੀ ਹੈ ਕਿ ਸ਼ਾਇਦ ਇੱਕ ਮਾਡਰਨ ਤਕਨੀਕ ਜਿਹੜੀ ਹੈ ਉਹ ਵੀ ਕੋਈ ਅਪਣਾਈ ਗਈ ਹੈ। ਜਿੱਦਾਂ ਇਸ ਤੋਂ ਪਹਿਲਾਂ ਆਪਾਂ ਦੇਖਦੇ ਹੁੰਦੇ ਹਾਂ ਕਿ ਜਦੋਂ ਕਿਤੇ ਕਿਸੇ ਨੇ ਖੇਤ 'ਚ ਮੰਨ ਲਓ ਅੱਗ ਲਾਈ ਹੋਵੇ ਤੇ ਅਚਾਨਕ ਉਹ ਕਹਿੰਦੇ ਹੁੰਦੇ ਜੀ ਸੈਟੇਲਾਈਟ ਤੋਂ ਅਸੀਂ ਉਹ ਪਤਾ ਲਾ ਲਿਆ ਜੀ ਐਸ ਖੇਤ ਦੇ ਵਿੱਚ ਇੱਥੇ ਅੱਗ ਲੱਗੀ ਹੈ। ਜੇ ਕੋਈ ਇਸ ਤਰ੍ਹਾਂ ਦੀ ਤਕਨੀਕ ਮੰਨ ਲਓ ਉਪਲਬਧ ਹੈਗੀ ਆ ਵੀ ਤਕਨੀਕ ਦੇ ਮਾਧਿਅਮ ਨਾਲ ਵੀ ਕੋਈ ਗਿਰਦਾਵਰੀਆਂ ਹੋਈਆਂ ਨੇ, ਜਾਂ ਇਹ ਵੀ ਹੈ ਕਿ ਵੀ ਸ਼ਾਇਦ ਨੰਬਰਦਾਰਾਂ ਕੋਲੋਂ ਵੀ ਉਹਦੀ ਕਨਫਰਮੇਸ਼ਨ ਲਈ ਜਾਂਦੀ ਹੈ ਕਿ ਜੀ ਸੈਟੇਲਾਈਟ ਦੇ ਹਿਸਾਬ ਨਾਲ ਇਸ ਰਕਬੇ ਦੇ ਵਿੱਚ ਆਹ ਨੁਕਸਾਨ ਹੈ, ਤੁਹਾਨੂੰ ਕੀ ਜਾਪਦਾ? ਜੇ ਮੰਨ ਲਓ ਇਹੋ ਜਿਹੀ ਵੀ ਕੋਈ ਗਿਰਦਾਵਰੀ ਜਾਂ ਇਸ ਢੰਗ ਤਰੀਕੇ ਨਾਲ ਵੀ ਕੁਝ ਹੋ ਰਹੀ ਹੈ ਚੀਜ਼, ਤੇ ਉਹ ਵੀ ਕਲੀਅਰ ਕਰ ਦੇਣੀ ਚਾਹੀਦੀ ਹੈ। ਕਿਉਂਕਿ ਦੇਖੋ, ਜੇ ਤੇ ਇਸ ਢੰਗ ਨਾਲ ਗਿਰਦਾਵਰੀ ਆ ਹੋ ਰਹੀ ਕਿ ਵੀ ਹਾਂਜੀ ਇਸ ਏਰੀਏ ਦੇ ਵਿੱਚ ਆਹ ਏਰੀਆ ਹੈ, ਤਸਵੀਰਾਂ ਸੈਟੇਲਾਈਟ ਜਾਂ ਉਹ ਕੁਝ ਦੱਸਦਾ ਜਾਂ ਮਾਡਰਨ ਤਕਨੀਕ ਜਿਹੜੀ ਹੈ ਉਹਦੇ ਤੋਂ ਪਤਾ ਲੱਗੀ ਗੱਲ, ਤੇ ਉਹ ਲੋਕਾਂ ਨੂੰ ਜਿਹੜਾ ਉਹ ਨਜ਼ਰ ਨਹੀਂ ਜਦੋਂ ਆਇਆ ਵੀ ਯਾਰ ਬੰਦਾ ਤੇ ਕੋਈ ਆਇਆ ਨਹੀਂ, ਤੇ ਉਹਨਾਂ ਦਾ ਵੀ ਭੁਲੇਖਾ ਦੂਰ ਹੋ ਜਾਊਗਾ ਵੀ ਅਸੀਂ ਆਪਣੇ ਤੌਰ ਤੇ ਸਾਰਾ ਕੁਝ ਕਰ ਰਹੇ ਹਾਂ, ਯਾਰ ਤੁਸੀਂ ਟੈਨਸ਼ਨ ਨਾ ਲਓ। ਦੂਸਰੇ ਪਾਸੇ ਇਹ ਆ ਵੀ ਇਸੇ ਚੱਕਰ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ, ਉਹਦੇ 'ਚ ਵੀ ਉਹਨਾਂ ਨੇ ਉਹ ਜਿਹੜੀ ਮੁਆਵਜ਼ੇ ਦੀ ਰਕਮ ਆ ਉਹਦੇ 'ਤੇ ਥੋੜ੍ਹੀ ਜਿਹੀ ਗੱਲ ਕੀਤੀ। ਉਹ ਕਹਿੰਦੇ ਕਿ ਦਿੱਲੀ ਦੇ ਮਾਡਲ ਦੇ ਹਿਸਾਬ ਨਾਲ ਕੇਜਰੀਵਾਲ ਸਾਹਿਬ ਕਹਿੰਦੇ ਸੀ ਕਿ 20,000 ਕਿੱਲੇ ਦਾ ਮੁਆਵਜ਼ਾ ਅਸੀਂ ਦਿਆ ਕਰਾਂਗੇ ਜੇ ਕੋਈ ਖਰਾਬਾ ਹੋ ਜਾਂਦਾ। ਉਹ ਕਹਿੰਦੇ 20,000 ਦੀ ਗੱਲ ਕਰਦੇ ਸੀ, 15,000 ਇਹਨਾਂ ਨੇ ਕੀਤਾ, ਹਾਲਾਂਕਿ ਪਹਿਲਾਂ 12,000 ਸੀਗਾ, ਹੁਣ ਸਰਕਾਰ ਨੇ 25% ਉਹ 'ਚ ਵਾਧਾ ਕਰਕੇ 15,000 ਏਕੜ ਦੀ ਗੱਲ ਕੀਤੀ ਹੈ ਵੀ ਜੇ 75% ਤੋਂ ਲੈ ਕੇ ਤੇ 100% ਤੱਕ ਇਸ ਦਾ ਨੁਕਸਾਨ ਹੁੰਦਾ ਤੇ 15,000 ਜਿਹੜਾ ਰੁਪਈਆ ਹੈ ਪ੍ਰਤੀ ਏਕੜ ਅਸੀਂ ਮੁਆਵਜ਼ਾ ਦੇਵਾਂਗੇ। ਪਰ ਉਹ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਘਟਿਆ। ਹੁਣ ਗਿਰਦਾਵਰੀ ਵਾਲੀ ਗੱਲ ਉਹਨਾਂ ਨੇ ਵੀ ਕੀਤੀ, ਉਹ ਕਹਿੰਦੇ ਵੀ ਸਾਡੇ ਏਰੀਏ ਦੇ ਵਿੱਚ ਵੀ ਗਿਰਦਾਵਰੀ ਨਹੀਂ ਹੋਈ। ਇੱਕ ਤਾਂ ਮੈਨੂੰ ਲੱਗਦਾ ਇਹ ਗੱਲ ਕਲੀਅਰ ਕਰ ਦੇਣੀ ਚਾਹੀਦੀ ਆ। ਬਾਕੀ ਜੇ ਨਹੀਂ ਵੀ ਕਲੀਅਰ ਹੁੰਦੀ ਤੇ ਦਿਨ ਤੇ 5-7 ਹੀ ਰਹਿ ਗਏ ਸਾਰੇ। ਤੁਸੀਂ ਦੇਖੋ ਜੇ ਵਿਸਾਖੀ ਤੱਕ ਉਹਨਾਂ ਨੇ ਮੁਆਵਜ਼ੇ ਦਾ ਵਾਅਦਾ ਕੀਤਾ ਤੇ ਕੀ ਪਤਾ ਦੇ ਹੀ ਦੇਣ। ਬਿਲਕੁਲ ਸੰਧਾਲੀਆ ਸਾਹਿਬ, ਉਡੀਕ ਵੀ ਕਰ ਲੈਣੀ ਚਾਹੀਦੀ ਹੈ। ਬਾਕੀ ਜਿੱਥੋਂ ਤੱਕ ਦਿੱਲੀ ਵਾਲੇ ਮਾਡਲ ਦਾ ਜ਼ਿਕਰ ਕੀਤਾ ਜਾਂਦਾ ਨਾ ਕਿ ਦਿੱਲੀ ਮਾਡਲ ਹੈ ਜੀ 20,000 ਦਿੰਦੇ ਸੀ, ਬਿਲਕੁਲ ਠੀਕ ਹੈ। ਉਦੋਂ ਕਿਹਾ ਜਾਂਦਾ ਸੀ ਕਿ ਜਿੱਦਾਂ ਅਸੀਂ ਦਿੱਲੀ 'ਚ ਕੀਤਾ ਸੀ ਪੰਜਾਬ 'ਚ ਕਰਕੇ ਵਿਖਾਵਾਂਗੇ। ਹੁਣ ਤਾਂ ਉਹ ਕਰਨਾਟਕ 'ਚ ਜਾ ਕੇ ਕਹਿੰਦੇ ਆ ਕਿ ਜਿੱਦਾਂ ਅਸੀਂ ਦਿੱਲੀ ਤੇ ਪੰਜਾਬ 'ਚ ਕੀਤਾ ਸੀ ਕਰਨਾਟਕ 'ਚ ਕਰਕੇ ਵਿਖਾਵਾਂਗੇ। ਪਰ ਦਿੱਲੀ 'ਚ ਤਾਂ ਇੱਕ ਵਾਰੀ ਕੈਪਸੂਲ ਵੀ ਆਇਆ ਸੀ, ਤੁਹਾਨੂੰ ਯਾਦ ਹੋਣਾ, ਉਹ ਪਰਾਲੀ ਵਾਲੇ ਮਸਲੇ ਦੇ ਲਈ ਕਿ ਪਰਾਲੀ ਦਾ ਹੱਲ, ਪਰਾਲੀ ਨੂੰ ਖੇਤ ਦੇ ਵਿੱਚ ਗਾਲਣ ਦੇ ਲਈ। ਖੁਦ ਮੇਰਾ ਖਿਆਲ ਆ, ਜੇ ਮੈਂ ਗਲਤ ਨਹੀਂ ਤਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਵੀ ਨੇ, ਉਹਨਾਂ ਨੇ ਖੁਦ ਇੱਕ ਵਾਰੀ ਕਿਹਾ ਸੀ कि भाई आ देखो ये कैप्सूल है, कैप्सूल बना है, इस संस्था ने बनाया है, वो कैप्सूल डाल देते हैं खेत में ਤਾਂ ਜਿਹੜੇ ਅਵਸ਼ੇਸ਼ ਨੇ ਫਸਲ ਦੇ ਉਹਨਾਂ ਦਾ ਹੱਲ ਹੋ ਜਾਂਦਾ। ਮੁੜ ਕੇ ਕੈਪਸੂਲ ਮੈਨੂੰ ਪੰਜਾਬ ਦੇ ਵਿੱਚ ਨਹੀਂ ਕਿਤੇ ਲੱਭਾ। ਕਈ ਚੀਜ਼ਾਂ ਨੇ ਜਿਹੜੀਆਂ ਦਿੱਲੀ ਦੇ ਵਿੱਚ ਹੋ ਸਕਦਾ, ਕਿਉਂਕਿ ਖੇਤੀਬਾੜੀ ਦਿੱਲੀ 'ਚ ਹੈ ਕਿੰਨੀ ਕੁ, 10 ਪਿੰਡ ਹੋਣੇ, 10 ਪਿੰਡਾਂ ਦੇ ਵਿੱਚ ਕਿੰਨੇ ਕੁ ਖੇਤ ਹੋਣਗੇ ਕਿਤੇ,
ਉਹ ਜਾਣੀ ਉੱਥੇ ਕੁਝ ਹੋਰ ਨੇ ਸਮੱਸਿਆਵਾਂ, ਸਾਡੇ ਪੰਜਾਬ 'ਚ ਕੁਝ ਹੋਰ ਨੇ। ਉਹ ਸਾਰਾ ਕਾਪੀ ਪੇਸਟ ਨਹੀਂ ਹੋ ਸਕਦਾ। ਪੰਜਾਬ 'ਚ ਕੁਝ ਕੁ ਚੀਜ਼ਾਂ ਹੋ ਸਕਦਾ ਕਿ ਅਪਲਾਈ ਕੀਤੀਆਂ ਜਾ ਸਕਦੀਆਂ ਹੋਣ। ਹੁਣ ਬਿਕਰਮ ਸਿੰਘ ਮਜੀਠੀਆ ਸਾਹਿਬ ਦਾ ਤੁਸੀਂ ਜ਼ਿਕਰ ਕੀਤਾ, ਉਹਨਾਂ ਨੇ ਵੀ ਪ੍ਰੈਸ ਦੀ ਆਜ਼ਾਦੀ ਦੀ ਗੱਲ ਕੀਤੀ। ਉਹ ਕਹਿੰਦੇ ਜੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਪ੍ਰੈਸ ਦੀ ਆਜ਼ਾਦੀ ਦੀ ਗੱਲ ਕਰ ਹੀ ਨਹੀਂ ਸਕਦੀ। ਉਹ ਕਹਿੰਦੇ ਜੀ YouTube ਚੈਨਲ ਇਹਨਾਂ ਨੇ ਬੰਦ ਕਰ ਦਿੱਤੇ, ਪੱਤਰਕਾਰਾਂ ਦੇ ਉੱਤੇ ਪਰਚੇ ਕਰ ਦਿੱਤੇ, ਮੀਡੀਆ ਦਾ ਤੇ ਇਹਨਾਂ ਨੇ ਗਲਾ ਘੁੱਟਣਾ ਸ਼ੁਰੂ ਕਰ ਦਿੱਤਾ। ਜਾਣੀ ਮਜੀਠੀਆ ਸਾਹਿਬ ਦਾ ਜਿਹੜਾ ਅੰਦਾਜ਼ ਹੈ, ਹਮਲਾਵਰ ਸ਼ੈਲੀ ਹੈ ਜਿਹੜੀ ਉਹਨਾਂ ਦੀ, ਉਹਦੇ ਵਿੱਚ ਬਿਕਰਮ ਸਿੰਘ ਮਜੀਠੀਆ ਸਾਹਿਬ ਨਜ਼ਰ ਆਏ। ਤੇ ਜਦੋਂ ਉਹਨਾਂ ਨੇ ਕਿਹਾ ਜੀ ਮੀਡੀਆ ਦਾ ਗਲਾ ਘੁੱਟਿਆ ਜਾ ਰਿਹਾ, YouTube ਚੈਨਲ ਬੰਦ ਕੀਤੇ ਜਾ ਰਹੇ ਆ, ਪਰਚੇ ਕੀਤੇ ਜਾ ਰਹੇ ਆ, ਲੋਕਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਨਹੀਂ ਦਿੱਤੀ ਜਾ ਰਹੀ, ਮੋਰਿਓ ਫਿਰ ਮਲਵਿੰਦਰ ਸਿੰਘ ਕੰਗ ਸਾਹਿਬ ਆਏ, ਆਮ ਆਦਮੀ ਪਾਰਟੀ ਦੇ ਚੀਫ ਸਪੋਕਸ ਪਰਸਨ। ਉਹਨਾਂ ਨੇ ਜਵਾਬ ਦਿੱਤਾ। ਹਾਲਾਂਕਿ ਉਹਨਾਂ ਨੇ ਉਸ ਗੱਲ ਦਾ ਜਵਾਬ ਤਾਂ ਥੋੜਾ ਦਿੱਤਾ ਕਿ ਜੋ ਮਜੀਠੀਆ ਸਾਹਿਬ ਨੇ ਕਿਹਾ ਸੀ ਉਹ ਪਿੱਛੇ ਨੂੰ ਲੈ ਗਏ। ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਕਾਰਜਕਾਲ ਦੇ ਵੇਲੇ ਦੀਆਂ ਗੱਲਾਂ ਉਹਨਾਂ ਨੇ ਇੱਕ ਖਾਸ ਮੀਡੀਆ ਅਦਾਰੇ ਦਾ ਜ਼ਿਕਰ ਕੀਤਾ। ਕਹਿੰਦੇ ਜੀ ਤੁਸੀਂ ਉਹਨੂੰ ਕੇਬਲ ਤੇ ਨਹੀਂ ਆਉਣ ਦਿੱਤਾ ਸੀ। ਫਿਰ ਜ਼ਿਕਰ ਕੀਤਾ ਕਿ ਦੇਖੋ ਜੀ ਤੁਹਾਡੇ ਵੇਲੇ ਆਹ ਕੁਝ ਚੀਜ਼ਾਂ ਸੀ। ਫਿਰ ਬੂਥ ਕੈਪਚਰਿੰਗ ਤੱਕ ਦਾ ਜ਼ਿਕਰ ਕਰ ਦਿੱਤਾ। ਇਹ ਵੀ ਕਰ ਦਿੱਤਾ ਕਿ ਭਾਈ ਸਰਬੱਤ ਖਾਲਸਾ ਹੋਇਆ ਸੀ ਤਾਂ ਉਦੋਂ ਕਿੰਨੇ ਪੱਤਰਕਾਰਾਂ ਦੇ ਉੱਤੇ ਪਰਚੇ ਹੋਏ ਸੀ। ਹੁਣ ਸੰਧਾਲੀਆ ਸਾਹਿਬ, ਮੈਂ ਕਹਿੰਦਾ ਕਿ ਕੰਗ ਸਾਹਿਬ ਦੀਆਂ ਗੱਲਾਂ ਵੀ ਠੀਕ ਨਾ ਹੋਣ ਤੇ ਮਜੀਠੀਆ ਸਾਹਿਬ ਦੀਆਂ ਵੀ ਠੀਕ ਨਾ ਹੋਣ, ਸਾਡੇ ਲਈ ਉਹ ਸਥਿਤੀ ਆਮ ਲੋਕਾਂ ਦੇ ਲਈ ਚੰਗੀ ਹੈ। ਕਿਉਂਕਿ ਜੇ ਮਜੀਠੀਆ ਸਾਹਿਬ ਕਹਿੰਦੇ ਆ ਕਿ ਮੌਜੂਦਾ ਸਰਕਾਰ ਮੀਡੀਆ ਦਾ ਗਲਾ ਘੁੱਟ ਰਹੀ ਹੈ, ਸਾਡੇ ਲਈ ਉਹ ਵੀ ਖਤਰਨਾਕ। ਜੇ ਕੰਗ ਸਾਹਿਬ ਕਹਿੰਦੇ ਆ ਕਿ ਮਜੀਠੀਆ ਸਾਹਿਬ ਹੋਰਾਂ ਦੇ ਕਾਰਜਕਾਲ ਦੇ ਵੇਲੇ ਆ ਕੁਝ ਹੁੰਦਾ ਰਿਹਾ ਮੀਡੀਆ ਦੇ ਨਾਲ, ਤੇ ਸਾਡੇ ਲਈ ਤਾਂ ਉਹ ਵੀ ਖਤਰਨਾਕ। ਸਾਨੂੰ ਇਹ ਨਹੀਂ ਚਾਹੀਦਾ ਕਿ ਇਕੱਲੇ ਤੁਸੀਂ ਇੱਕ ਦੂਸਰੇ ਤੇ ਦੋਸ਼ ਲਾਓ, ਤੁਸੀਂ ਆਪੋ ਆਪਣੇ ਪੱਖ ਦੀ ਸਫਾਈ ਦਿਓ, ਤੁਸੀਂ ਕਲੀਅਰ ਕਰਨ ਦੀ ਕੋਸ਼ਿਸ਼ ਕਰੋ। ਜੇ ਮੌਜੂਦਾ ਸਰਕਾਰ ਦੇ ਵੇਲੇ ਮੀਡੀਆ ਦੇ ਉੱਤੇ ਕੋਈ ਦਬਾਅ ਪਾਇਆ ਜਾ ਰਿਹਾ ਤੇ ਸਰਕਾਰ ਉਹਦੇ ਵਿੱਚੋਂ ਬਾਹਰ ਨਿਕਲੇ, ਤਾਂ ਜੇ ਪਿਛਲੀਆਂ ਸਰਕਾਰਾਂ ਦੇ ਵੇਲੇ ਮੀਡੀਆ ਦੇ ਨਾਲ ਕੋਈ ਧੱਕਾ ਹੁੰਦਾ ਰਿਹਾ ਤਾਂ ਸੰਧਾਲੀਆ ਸਾਹਿਬ ਉਹਨਾਂ ਨੂੰ ਵੀ ਸਪਸ਼ਟੀਕਰਨ ਦੇਣਾ ਚਾਹੀਦਾ ਕਿ ਭਾਈ ਇਹ ਚੀਜ਼ ਠੀਕ ਹੋ ਗਈ ਸੀ ਤੇ ਆਹ ਚੀਜ਼ ਗਲਤ ਹੋਈ ਹੈ। ਪਰ ਕੁੱਲ ਮਿਲਾ ਕੇ ਆ ਜਿਹੜਾ ਕੱਲ ਦਾ ਮਸਲਾ ਮਜੀਠੀਆ ਸਾਹਿਬ ਦੁਆਰਾ ਮੌਜੂਦਾ ਸਰਕਾਰ ਦੇ ਉੱਤੇ ਮੀਡੀਆ ਦੇ ਸੰਬੰਧ 'ਚ ਕਹਿਣਾ ਤੇ ਮੋਹਰੇ ਫਿਰ ਕੰਗ ਸਾਹਿਬ ਦਾ ਜਵਾਬੀ ਹਮਲਾ ਉਹਨਾਂ ਦੇ ਕਾਰਜਕਾਲ ਵੇਲੇ ਦਾ, ਉਹ ਇਹ ਦੱਸਦਾ ਹੈ ਕਿ ਭਾਈ ਤਾਕਤ ਜਦੋਂ ਆਉਂਦੀ ਹੈ, ਸੱਤਾ ਜਦੋਂ ਆਉਂਦੀ ਹੈ, ਪਾਵਰ ਜਿਹੜੀ ਆਉਂਦੀ ਹੈ, ਉਹ ਸਿਰ ਚੜ ਕੇ ਬੋਲਦੀ ਹੈ। ਭਾਵੇਂ ਉਹ ਪਿਛਲੇ ਨੇ ਤੇ ਭਾਵੇਂ ਮੌਜੂਦਾ ਨੇ, ਪਰ ਜਦੋਂ ਲੋਕਾਂ ਦਾ ਸਮਾਂ ਆਉਂਦਾ ਨਾ, ਜਦੋਂ ਫਿਰ ਲੋਕ ਵੋਟ ਪਾਉਂਦੇ ਆ, ਜਦੋਂ ਉਹਨਾਂ ਦੇ ਨਾਂ ਦੇ ਉੱਤੇ ਸਿਆਹੀ ਲੱਗਣੀ ਹੁੰਦੀ ਹੈ, ਜਦੋਂ ਨਾਂ ਦੇ ਨਾਲ ਥੋੜੀ ਜਿਹੀ ਉਂਗਲ ਵੀ ਸਿਆਹੀ ਦੇ ਨਾਲ ਲਿਬੜਦੀ ਹੈ, ਜਦੋਂ ਉਹਨਾਂ ਨੇ EVM ਮਸ਼ੀਨ ਦੇ ਉੱਤੇ ਟੂੰ ਕਰਾਉਣੀ ਹੁੰਦੀ ਹੈ, ਉਦੋਂ ਫਿਰ ਪਾਵਰ ਲੋਕਾਂ ਕੋਲ ਹੁੰਦੀ ਹੈ, ਉਦੋਂ ਤਾਕਤ ਫਿਰ ਲੋਕਾਂ ਦੇ ਕੋਲੇ ਹੁੰਦੀ ਹੈ। ਲੋਕਾਂ ਦੇ ਹੱਥ ਵਸ ਹੈ ਕਿ ਉਹਨਾਂ ਨੇ ਕੁਰਸੀ ਤੇ ਕਿਹਨੂੰ ਬਿਠਾਉਣਾ ਤੇ ਕਿਹਨੂੰ ਲਾਉਣਾ। ਨਹੀਂ, ਇਹ ਤੇ ਗੱਲ ਹੈਗੀ ਆ। ਅੱਜ ਕੱਲ੍ਹ ਲੋਕ ਪੂਰਾ ਐਨਾਲਿਸਿਸ ਕਰਦੇ ਨੇ, ਪੂਰਾ ਪਾਣੀ ਵੀ ਪਾਉਣ ਦਿੰਦੇ ਨੇ ਇੱਕ ਵੀ ਇਹਦੇ ਵਿੱਚ ਹੈ ਕੁਛ ਤੇ ਪਤਾ ਲੱਗ ਜਵੇ। ਵਾਕਈ ਮਜੀਠੀਆ ਸਾਹਿਬ ਨੇ ਇਹਦੇ ਨਾਲ ਇੱਕ ਹੋਰ ਮਸਲਾ, ਕਿਉਂਕਿ ਇੱਕ ਦਿਨ ਪਹਿਲਾਂ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਸਾਹਿਬ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਜੀ ਜਿਹੜੀ 1 ਸਾਲ ਦੇ ਵਿੱਚ ਅਸੀਂ ਐਕਸਾਈਜ਼ ਪਾਲਿਸੀ ਬਣਾਈ ਹੈ, ਉਸ ਐਕਸਾਈਜ਼ ਪਾਲਿਸੀ ਤੋਂ ਅਸੀਂ 57% ਦਾ ਟੀਚਾ ਰੱਖਿਆ ਸੀ। 41% ਤੋਂ ਉੱਪਰ, ਯਾਨੀ ਕਿ ਅਪਰੋਕਸੀਮੇਟਲੀ 42% ਦੇ ਕਰੀਬ ਕਹਿੰਦੇ ਕਿ ਅਸੀਂ ਉਹ ਵਾਧਾ ਕਰ ਦਿੱਤਾ ਉਹਦੇ ਵਿੱਚ। ਇਹ ਜਦ ਕਿ ਪਿਛਲੇ ਸਰਕਾਰ ਵੇਲੇ ਉਹ ਕਹਿੰਦੇ ਸਿਰਫ -1% ਦੀ ਗੱਲ ਸੀਗੀ, ਯਾਨੀ ਕਿ ਖਜ਼ਾਨੇ 'ਚ ਕੀ ਆਉਣਾ ਸੀ, ਸਗੋਂ ਖਜ਼ਾਨੇ ਨੂੰ ਘਾਟਾ ਪਿਆ ਸੀ ਉਸ ਐਕਸਾਈਜ਼ ਪਾਲਿਸੀ ਦੇ ਨਾਲ। ਤੇ ਅਸੀਂ ਦੇਖੋ ਕਿੰਨਾ ਵੱਡਾ ਵਾਧਾ ਕਰਤਾ। ਹੁਣ ਉਹਦੇ ਨਾਲ ਰਿਲੇਟਡ ਇੱਕ ਲੰਮੀ ਚੌੜੀ ਫਾਈਲ ਲੈ ਕੇ ਕਾਫੀ ਡਿਟੇਲ ਜਿਹੜੀ ਆ ਉਹ ਵੀ ਮਜੀਠੀਆ ਸਾਹਿਬ ਨੇ ਉੱਥੇ ਸਾਂਝੀ ਕੀਤੀ, ਜਿੱਥੇ ਉਹ ਕਹਿੰਦੇ ਕਿ ਜੀ ਇਹ ਸਾਰੇ ਜਿਹੜੇ ਅੰਕੜੇ ਨੇ ਇਹ ਸਿਰਫ ਅੰਕੜਿਆਂ ਦੀ ਖੇਡ ਹੈ, ਅਸਲ ਸੱਚਾਈ ਜਿਹੜੀ ਹੈ ਉਹਦੇ ਤੋਂ ਇਹ ਅੰਕੜੇ ਕਾਫੀ ਦੂਰ ਨੇ। ਜਿੱਦਾਂ ਉਹਨਾਂ ਨੇ ਕਿਹਾ ਵੀ L1 ਜਿਹੜੇ ਲਾਇਸੈਂਸ ਨੇ ਉਹਨਾਂ ਦੀ ਗਿਣਤੀ ਘਟਾ ਦਿੱਤੀ ਗਈ ਹੈ, ਫਿਰ ਸ਼ਾਇਦ ਠੇਕਿਆਂ ਦੀ ਕੁਛ ਗਿਣਤੀ ਕਹਿੰਦੇ ਸੀ ਵਧਾ ਦਿੱਤੀ ਗਈ ਹੈ। ਜਿਹੜੇ ਬੰਦੇ ਨੇ ਉਹ ਬੰਦੇ ਪਹਿਲਾਂ ਕੁਝ ਹੋਰ ਸੀਗੇ, ਹੁਣ ਕੁਝ ਕਹਿੰਦੇ ਆਪਣੇ ਚਹੇਤਿਆਂ ਨੂੰ ਚੀਜ਼ਾਂ ਦੇ ਦਿੱਤੀਆਂ ਗਈਆਂ ਨੇ। ਕਾਫੀ ਕੁਛ ਉਹਨਾਂ ਨੇ ਇਸ ਐਕਸਾਈਜ਼ ਪਾਲਿਸੀ ਦੇ ਨਾਲ ਸੰਬੰਧਿਤ ਜਿਹੜਾ ਉਹ ਕਿਹਾ ਕਿ ਵੀ ਇਹ ਜਿਹੜੀ ਐਕਸਾਈਜ਼ ਪਾਲਿਸੀ ਹੈ ਇਹਦੇ ਵਿੱਚ ਜੋ ਦੱਸਿਆ ਜਾ ਰਿਹਾ ਉਹ ਉੱਦਾਂ ਨਹੀਂ ਆ। ਨਾਲ ਉਹਨਾਂ ਨੇ ਤਾਰ ਦਿੱਲੀ ਵਾਲੇ ਪਾਸੇ ਵੀ ਜੋੜ ਦਿੱਤੀ ਵੀ ਐਕਸਾਈਜ਼ ਪਾਲਿਸੀ ਦਾ ਕਰਕੇ ਹੀ ਇੱਕ ਉਪ ਮੁੱਖ ਮੰਤਰੀ ਜਿਹੜੇ ਨੇ ਉਹ ਜੇਲ੍ਹ 'ਚ ਨੇ ਇਸ ਵਕਤ, ਤੇ ਉਹੋ ਜਿਹੀ ਐਕਸਾਈਜ਼ ਪਾਲਿਸੀ ਪੰਜਾਬ 'ਚ ਆ। ਇਹ ਹੋ ਸਕਦਾ ਇਹਦੀ ਵੀ ਕੋਈ ਜਾਂਚ ਪੜਤਾਲ ਹੋ ਜਾਵੇ। ਹੁਣ ਜਿਹੜੀ ਉਹ ਇੱਕ ਭਖਵੀਂ ਪ੍ਰੈਸ ਕਾਨਫਰੰਸ ਕਰਕੇ ਜਿਹਦੇ 'ਚ ਉਹਨਾਂ ਨੇ ਚੀਮਾ ਸਾਹਿਬ ਦੀਆਂ ਵੀਡੀਓਜ਼ ਵੀ ਚਲਾਈਆਂ, ਨਾਲ ਉਹ ਤੱਥ ਵੀ ਦੱਸੇ, ਉਹਦੇ ਤੋਂ ਲੱਗਦਾ ਤਾਂ ਹੈ ਕਿ ਵੀ ਕਾਫੀ ਪੜਚੋਲ ਕਰਕੇ ਆਏ ਸੀਗੇ ਉਹ ਇਹਦੇ ਮਾਮਲੇ 'ਤੇ। ਦੇਖੋ ਸੰਧਾਲੀਆ ਸਾਹਿਬ, ਬਿਕਰਮ ਸਿੰਘ ਮਜੀਠੀਆ ਹੋਰਾਂ ਦਾ ਮੈਂ ਹਮਲਾਵਰ ਸ਼ੈਲੀ ਸ਼ਬਦ ਪਹਿਲਾਂ ਵੀ ਵਰਤਿਆ, ਹਮਲਾਵਰ ਰੁਖ, ਉਹ ਹਮਲਾਵਰ ਰੁਖ ਦੇ ਵਿੱਚ ਸੀ। ਚਾਹੇ ਸੰਧਾਲੀਆ ਸਾਹਿਬ 200 ਰੁਪਈਆ ਹੋਵੇ ਤੇ ਚਾਹੇ 200 ਕਰੋੜ ਹੋਵੇ, ਤੇ ਜੇ ਮਾੜਾ ਮੋਟਾ ਵੀ ਰੁਪਈਆ ਧੇਲੀ ਇੱਧਰ ਉੱਧਰ ਹੋਇਆ ਤਾਂ ਬਿਕਰਮ ਸਿੰਘ ਮਜੀਠੀਆ ਸਾਹਿਬ ਦੀ ਗੱਲਬਾਤ ਨੂੰ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ। ਕਿਉਂਕਿ ਪੰਜਾਬ ਦੇ ਲੋਕਾਂ ਨੂੰ ਤਾਂ ਰੁਪਈਏ ਦੀ ਲੋੜ ਹੈ, ਕਰਜ਼ਾ ਸਾਡੇ ਸਿਰ ਚੜਿਆ ਪਿਆ। ਅਸੀਂ ਇਸ ਕਰਕੇ ਕੱਚੇ ਬੰਦੇ ਪੰਜਾਬ ਦੇ ਵਿੱਚ ਭਰਤੀ ਕਰਦੇ ਰਹੇ ਹਾਂ ਕਿ ਸਰਕਾਰਾਂ ਦੇ ਕੋਲੇ ਪੂਰੀ ਤਨਖਾਹ ਦੇਣ ਜੋਗੇ ਪੈਸੇ ਨਹੀਂ ਸੀ ਹੁੰਦੇ। ਸਾਡੀਆਂ ਸੜਕਾਂ, ਸਾਡੇ ਪੁਲ, ਸਾਡੀਆਂ ਮੰਡੀਆਂ, ਸਾਡੇ ਸਟੇਡੀਅਮ,
ਸਾਡੇ ਸਕੂਲਾਂ ਦੇ ਵਿੱਚ ਮਾਸਟਰਾਂ ਦੇ ਅਹੁਦੇ ਇਸ ਕਰਕੇ ਵੇਲੇ ਸਿਰ ਨਹੀਂ ਸੀ ਭਰੇ ਜਾਂਦੇ ਕਿ ਭਾਈ ਸਾਡੇ ਕੋਲੇ ਖਜ਼ਾਨੇ 'ਚ ਪੈਸੇ ਨਹੀਂ ਸੀ। ਸਾਨੂੰ ਕੇਂਦਰ ਦੀ ਸਰਕਾਰ ਅੱਗੇ, ਸਾਨੂੰ ਕਈ ਦੇਸ਼ਾਂ ਦੀਆਂ ਬੈਂਕਾਂ ਦੇ ਅੱਗੇ ਹੱਥ ਅੱਡਣਾ ਪੈਂਦਾ ਸੀ ਕਿ ਭਾਈ ਅਸੀਂ ਗੁਜ਼ਾਰਾ ਚਲਾ ਲਈਏ। ਅਸੀਂ ਆਉਣ ਵਾਲੀ ਆਮਦਨ ਦੇ ਉੱਤੇ ਵੀ ਕਰਜ਼ਾ ਲੈ ਕੇ ਪੰਜਾਬ ਸੂਬੇ ਦਾ ਤੋਰਾ ਤੋਰਦੇ ਰਹੇ। ਤੇ ਜੇ ਉਸ ਵੇਲੇ ਇੱਕ ਵੱਡਾ ਲੀਡਰ ਜਿਹੜਾ ਕਿ ਪਹਿਲਾਂ ਜਿਹੜਾ ਸੂਬਾ ਸਰਕਾਰ ਦੇ ਵਿੱਚ ਕੈਬਨਿਟ ਮਿਨਿਸਟਰ ਤੱਕ ਰਹਿ ਚੁੱਕਿਆ, ਜੇ ਉਸ ਲੀਡਰ ਨੇ ਕਿਹਾ ਕਿ 200 ਕਰੋੜ ਦਾ ਘਪਲਾ ਹੋਇਆ ਤੇ ਗੰਭੀਰਤਾ ਆ ਗੱਲ ਦੀ। ਮੈਂ ਇੱਕ ਬੇਨਤੀ ਜ਼ਰੂਰ ਕਰਦਾ ਸਰਦਾਰ ਬਿਕਰਮ ਸਿੰਘ ਮਜੀਠੀਆ ਸਾਹਿਬ ਨੂੰ ਕਿ ਮਜੀਠੀਆ ਸਾਹਿਬ, ਤੁਹਾਡਾ ਤਾਂ ਟਰੈਕ ਰਿਕਾਰਡ ਹੈ ਕਿ ਤੁਹਾਨੂੰ ਇੱਕ ਵਾਰੀ ਕੁਝ ਗਲਤ ਲੱਗਾ ਸੀ ਜਦੋਂ ਦਿੱਲੀ ਦੇ ਉਸ ਵੇਲੇ ਦੇ ਤੇ ਮੌਜੂਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਰਾਂ ਨੇ ਤੁਹਾਡੇ ਬਾਬਤ ਕੁਝ ਕਿਹਾ ਤੇ ਤੁਸੀਂ ਉਹਨਾਂ ਨੂੰ ਅਦਾਲਤ 'ਚ ਘੜੀਸਿਆ ਸੀ ਤੇ ਉਹਨਾਂ ਨੇ ਤੁਹਾਡੇ ਕੋਲੋਂ ਲਿਖਤੀ ਮਾਫੀ ਮੰਗੀ ਸੀ। ਤੇ ਉਦੋਂ ਫਿਰ ਜਦੋਂ ਕੇਜਰੀਵਾਲ ਸਾਹਿਬ ਨੇ ਤੁਹਾਡੇ ਕੋਲੋਂ ਨਸ਼ਿਆਂ ਦੇ ਮੁੱਦੇ ਤੇ ਲਿਖਤੀ ਮਾਫੀ ਮੰਗੀ ਸੀ ਤਾਂ ਤੁਸੀਂ ਬਾਹਰ ਫਿਰ ਮੀਡੀਆ ਦੇ ਸਾਹਮਣੇ ਮੁੱਛਾਂ ਨੂੰ ਵੱਟ ਦਿੱਤਾ ਸੀ। ਉਹ ਅੱਜ ਤੱਕ ਤੁਹਾਡੀਆਂ ਤਸਵੀਰਾਂ, ਤੁਹਾਡੀਆਂ ਵੀਡੀਓ ਚੱਲਦੀਆਂ ਕਿਉਂਕਿ ਔਨ ਰਿਕਾਰਡ ਹੈ ਕਿ ਕੇਜਰੀਵਾਲ ਸਾਹਿਬ ਨੇ ਮਾਫੀ ਮੰਗੀ ਸੀ। ਹੁਣ ਮੈਂ ਕਹਿੰਦਾ ਕਿ ਠੀਕ ਹੈ, ਤੁਸੀਂ ਰਾਜਪਾਲ ਸਾਹਿਬ ਨੂੰ ਮੰਗ ਪੱਤਰ ਦੇਣਾ ਇਸ ਮੁੱਦੇ ਤੇ ਦਿਓ, ਤੁਸੀਂ ਪ੍ਰੈਸ ਕਾਨਫਰੰਸ ਕਰਕੇ ਮੁੱਦਾ ਚੁੱਕਿਆ, ਵਧੀਆ। ਤੁਸੀਂ ਅਦਾਲਤ 'ਚ ਵੀ ਕੇਸ ਠੋਕੋ ਕਿਉਂਕਿ ਤੁਸੀਂ ਤਾਂ ਕੇਸ ਠੋਕ ਕੇ ਜਿੱਤ ਜਾਂਦੇ ਹੋ। ਫਿਰ ਤੁਸੀਂ ਅਦਾਲਤ 'ਚ ਕੇਸ ਦਿਓ ਕਿਉਂਕਿ ਪ੍ਰੈਸ ਕਾਨਫਰੰਸ ਤਾਂ ਦੂਜੇ ਦਿਨ ਕੋਈ ਹੋਰ ਹੋ ਜਾਂਦੀ ਹੈ, ਲੋਕਾਂ ਨੂੰ ਖਬਰ ਦਾ ਚੇਤਾ ਭੁੱਲ ਜਾਂਦਾ। ਜੇ ਤੁਸੀਂ ਕੇਸ ਕਰ ਦਿਓਗੇ, ਕਿਉਂਕਿ ਪਹਿਲਾਂ ਤੁਸੀਂ ਮਾਣਹਾਨੀ ਦਾ ਕੇਸ ਕੀਤਾ ਸੀ, ਹੁਣ ਤਾਂ ਪੰਜਾਬ ਸੂਬੇ ਦੀ ਆਰਥਿਕਤਾ ਦਾ ਕੇਸ ਹੈ। ਜੇ ਕੋਈ ਸਬੂਤ ਪ੍ਰੂਫ ਹੈਗੇ ਨੇ, ਜੇ ਲੱਗਦਾ ਕਿ ਮਸਲਾ ਉਧਰਲੇ ਪਾਸੇ ਗਲਤ ਹੋਇਆ ਤਾਂ ਵਕੀਲਾਂ ਦੀ ਟੀਮ ਤੁਹਾਡੇ ਕੋਲੇ ਕਾਫੀ ਹੈ। ਚੰਗੇ ਅਕਾਲੀ ਦਲ ਦੇ ਕੋਲੇ 5-7 ਵਕੀਲਾਂ ਦੀ ਟੀਮ ਉਹ ਝੱਟ ਬਣਾ ਲੈਂਦੇ ਹੁੰਦੇ। ਇਧਰਲੇ ਪਾਸੇ ਕੋਈ ਨਾ ਕੋਈ ਅਦਾਲਤੀ ਚਾਰਾਜੋਈ ਸ਼ੁਰੂ ਕਰ ਲਈ ਜਾਵੇ ਤਾਂ ਜੋ 200 ਕਰੋੜ ਦਾ ਫਿਰ ਮੁੜ ਕੇ ਜੇ ਕਿਸੇ ਨੇ ਖਾਧਾ ਤੇ ਆਪਾਂ 300 ਕਰੋੜ ਜਿਹੜਾ ਵਾਪਸ ਵਸੂਲ ਕਰ ਸਕੀਏ। ਹਾਂ, ਦੂਸਰੇ ਪਾਸੇ ਸੰਧਾਲੀਆ ਸਾਹਿਬ, ਤੁਹਾਨੂੰ ਯਾਦ ਹੋਣਾ ਕਿ ਸਭ ਤੋਂ ਵੱਧ ਦੋਸ਼ ਕੇਜਰੀਵਾਲ ਸਾਹਿਬ ਦੀ ਸਰਕਾਰ ਦੇ ਉੱਤੇ ਵਿਰੋਧੀ ਧਿਰਾਂ ਨੇ ਇਹ ਲਾਏ ਸੀ ਕਿ ਭਾਈ ਉਹਨਾਂ ਨੇ ਦਿੱਲੀ 'ਚ ਰੁਪਈਏ ਖਾ ਲਿਆ ਐਕਸਾਈਜ਼ ਪਾਲਿਸੀ 'ਚੋਂ, ਉਹਨਾਂ ਦੇ ਬੰਦੇ ਚਲੋ ਅੰਦਰ ਵੀ ਹੈ। ਪੰਜਾਬ ਦੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਦੇ ਉੱਤੇ ਦੋਸ਼ ਲੱਗਦਾ ਸੀ ਕਿ ਇਹਨਾਂ ਨੇ ਵਿੱਤੀ ਤੌਰ ਤੇ ਸੂਬਾ ਕੰਗਾਲ ਕਰਤਾ। ਉਹ ਕਹਿੰਦੇ ਸੀ ਬਿਜਲੀ ਬੋਰਡ ਨੂੰ ਇਹਨਾਂ ਤੋਂ ਪੈਸੇ ਨਹੀਂ ਦੇ ਹੋਣੇ, ਪਾਵਰਕਾਮ ਤੋਂ ਬਿਜਲੀ ਆਉਣੀ ਨਹੀਂ ਪੰਜਾਬ 'ਚ ਆਉਣ ਵਾਲੀਆਂ ਗਰਮੀਆਂ 'ਚ, ਇਹਨਾਂ ਦੇ ਪੱਲੇ ਰੁਪਈਆ ਧੇਲਾ ਕੋਈ ਨਹੀਂ ਹੋਣਾ। ਫਿਰ ਇਹ ਸੀਗਾ ਕਿ ਇਹਨਾਂ ਕਰਜ਼ਾ ਵੱਧ ਚੜਾਤਾ। ਦੋ ਚੀਜ਼ਾਂ ਬੜੀਆਂ ਇੰਪੋਰਟੈਂਟ ਸੀ ਕਿ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਇੰਨਾ ਕਰਜ਼ਾ ਲੈ ਲਿਆ ਥੋੜੇ ਸਮੇਂ ਦੇ ਵਿੱਚ ਹੀ ਕਿ ਪੰਜਾਬ ਸੂਬਾ ਥੱਲੇ ਲੱਗ ਗਿਆ। ਦੂਸਰਾ ਕਿ ਬਿਜਲੀ ਬੋਰਡ ਤਾਂ ਕੰਗਾਲ ਕਰਤਾ, ਇਹਨਾਂ ਨੇ 600 ਯੂਨਿਟ ਮੁਫਤ ਦੇ ਦਿੱਤੇ, ਹੁਣ ਪੈਸੇ ਧੇਲੇ ਨਹੀਂ ਦਿੰਦੇ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਿਬ ਪ੍ਰੈਸ ਕਾਨਫਰੰਸ ਕਰਦੇ ਆ, ਕਾਗਜ਼ ਪੱਤਰ ਨਾਲ ਲੈ ਕੇ ਆਉਂਦੇ ਆ। ਉਹ ਕਹਿੰਦੇ ਜੀ ਬਿਜਲੀ ਬੋਰਡ ਜਾਨੀ ਕਿ ਪਾਵਰਕਾਮ ਤੋਂ ਅਸੀਂ ਜਿੰਨਾ ਕੁਝ ਮੁਫਤ ਲਿਆ ਸੀ ਉਹਦੇ ਸਾਰੇ ਪੈਸੇ ਦੇ ਦਿੱਤੇ ਆ। ਅੱਜ ਚਰਨਜੀਤ ਭੁੱਲਰ ਹੋਰਾਂ ਦੀ ਰਿਪੋਰਟ ਹੈ ਤੇ ਉਹਨਾਂ ਨੇ ਕਿਹਾ ਪਿਛਲੇ 26 ਸਾਲਾਂ 'ਚ ਆਰਟੀਆਈ ਤੇ ਰਾਹੀਂ ਇਨਫੋਰਮੇਸ਼ਨ ਲੈਂਦੇ ਆ, ਪਿਛਲੇ 26 ਸਾਲਾਂ 'ਚ ਉਹ ਕਹਿੰਦੇ ਜੀ ਜਿਹੜੀ ਵੀ ਸੂਬਾ ਸਰਕਾਰ ਨੇ ਪਾਵਰਕਾਮ ਤੋਂ ਲੋਕਾਂ ਨੂੰ ਮੁਫਤ ਸਹੂਲਤ ਦੇਣ ਦੇ ਲਈ ਕੋਈ ਪੈਸੇ ਟਕੇ ਉਹਨੂੰ ਪਾਵਰਕਾਮ ਨੂੰ ਪੇ ਕਰਨੇ ਸੀ ਕਿ ਭਾਈ ਠੀਕ ਹੈ ਤੁਸੀਂ ਇੰਨੀਆਂ ਯੂਨਿਟਾਂ ਮੁਫਤ ਦੇ ਦਿਓ ਖੇਤੀ ਨੂੰ, ਘਰ ਨੂੰ। ਕਹਿੰਦੇ ਜੀ ਕਦੇ ਵੀ ਕਿਸੇ ਸਰਕਾਰ ਨੇ ਪੂਰੇ ਪੈਸੇ ਪਾਵਰਕਾਮ ਨੂੰ ਦਿੱਤੇ ਨਹੀਂ, ਪਰ ਇਸ ਸਰਕਾਰ ਨੇ ਪੈਸੇ ਪੂਰੇ ਦਿੱਤੇ ਆ। ਹੁਣ ਉਹ ਰਿਪੋਰਟ ਲੰਬੀ ਚੌੜੀ ਹੈ, ਬਹੁਤ ਸਾਰੇ ਹੋਰ ਤੱਥ ਨੇ ਉਹਦੇ ਵਿੱਚ। ਪਰ ਦੂਸਰੇ ਪਾਸੇ ਮੈਨੂੰ ਨਹੀਂ ਪਤਾ ਕਿ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਦਾ ਦਾਅਵਾ ਕਿੰਨਾ ਕੁ ਠੀਕ ਹੈ ਕਿੰਨਾ ਕੁ ਨਹੀਂ। ਉਹ ਕਹਿੰਦੇ ਜੀ ਐਕਸਾਈਜ਼ ਦੇ ਵਿੱਚੋਂ ਸਾਨੂੰ ਇੰਨੇ ਰੁਪਈਏ ਵੱਧ ਮਿਲੇ ਆ, ਇਹਦੇ ਨਾਲ ਉਹ ਕਹਿੰਦੇ ਜੀ GST ਇੰਨੀ ਵੱਧ ਵਸੂਲੀ ਆ, ਰਜਿਸਟਰੀਆਂ ਦੇ ਵਿੱਚੋਂ ਅਸੀਂ ਇੰਨੇ ਪੈਸੇ ਕਹਿੰਦੇ ਜੀ ਵੱਧ ਵਸੂਲੇ। ਉਹਨਾਂ ਨੇ ਤਾਂ ਕਹਿਤਾ ਕਿ ਪਿਛਲੇ ਵਰਿਆਂ ਦੇ ਨਾਲੋਂ 40% ਵੱਧ ਆਮਦਨ ਅਸੀਂ ਪੈਦਾ ਕਰ ਲਈ। ਉਹ ਕਹਿੰਦੇ ਜੀ ਪਾਵਰਕਾਮ ਨੂੰ ਅਸੀਂ ਪੈਸੇ ਦੇ ਦਿੱਤੇ, ਇੰਨਾ ਕਰਜ਼ਾ ਅਸੀਂ ਵਾਪਸ ਕਰ ਦਿੱਤਾ। ਹੋ ਸਕਦਾ ਕਿ ਭਲਕ ਤੱਕ ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਸਾਹਿਬ ਜਾਂ ਸੁਖਬੀਰ ਸਿੰਘ ਬਾਦਲ ਸਾਹਿਬ ਜਾਂ ਅਸ਼ਵਨੀ ਸ਼ਰਮਾ ਸਾਹਿਬ ਦੇ ਵਿੱਚੋਂ ਕੋਈ ਇੱਕ ਧਿਰ ਕਾਗਜ਼ ਪੱਤਰ ਜਾਂ ਪੂਰੀ ਦੀ ਪੂਰੀ ਫਾਈਲ ਲੈ ਕੇ ਆਵੇ, ਪ੍ਰੈਸ ਕਾਨਫਰੰਸ ਕਰੇ ਕਿ ਭਾਈ ਮੁੱਖ ਮੰਤਰੀ ਸਾਹਿਬ ਦਾ ਦਾਅਵਾ ਠੀਕ ਨਹੀਂ। ਪਰ ਉਹ ਕਾਗਜ਼ ਲੈ ਕੇ ਆਏ, ਉਹਨਾਂ ਨੇ ਕਿਹਾ ਕਿ ਅਸੀਂ ਸੂਬਾ ਘਾਟੇ ਤੋਂ ਵਾਧੇ ਵਾਲੇ ਸੂਬੇ ਵੱਲ ਲੈ ਕੇ ਜਾ ਰਹੇ ਹਾਂ। ਵਿਰੋਧੀ ਧਿਰਾਂ ਇਸ ਮੁੱਦੇ ਦੇ ਉੱਤੇ ਕੋਈ ਤੱਥ ਰੱਖਣ, ਕੋਈ ਕਾਗਜ਼ ਪੱਤਰ, ਕੋਈ ਦਸਤਾਵੇਜ਼ ਪੇਸ਼ ਕਰਨ, ਆਪਾਂ ਦੂਜਾ ਪੱਖ ਰੱਖਾਂਗੇ। ਇਹ ਗੱਲ ਤੁਹਾਡੀ ਠੀਕ ਆ। ਜਦੋਂ ਮੇਰਾ ਖਿਆਲ ਆ ਜੇ ਮਹੀਨਾ ਕੁ ਪਹਿਲਾਂ ਦੀ ਗੱਲ ਆ, ਜਦੋਂ ਅਚਾਨਕ ਗਰਮੀ ਪੈਣ ਲੱਗ ਪਈ ਸੀ ਪੰਜਾਬ ਦੇ ਵਿੱਚ ਤੇ ਬਿਜਲੀ ਦੀ ਮੰਗ ਵੱਧ ਗਈ ਸੀ ਨਾ, ਉਦੋਂ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਬਿਆਨ ਲਗਭਗ ਸਾਰਿਆਂ ਨੂੰ ਯਾਦ ਹੋਣਾ। ਉਹ ਕਹਿੰਦੇ ਸੀ ਜਨਰੇਟਰ ਲੈ ਲਓ, ਜਨਰੇਟਰ, ਬੱਤੀ ਬੁੱਤੀ ਨਹੀਂ ਜੇ ਆਉਣੀ, ਇਨਵਰਟਰ ਲੈ ਲਓ ਵੀਰ ਮੇਰੇ। ਉਹ ਇਹ ਨਾ ਹੋਵੇ ਮੁੜ ਕੇ ਤੁਹਾਡੇ ਨਿਆਣੇ ਰੋਂਦੇ ਰਹਿਣ, ਬੱਤੀ ਆਉਂਦੀ ਨਹੀਂ ਤੇ ਗਰਮੀ 'ਚ ਵੱਟ ਨਿਕਲਦੇ ਰਹਿਣ। ਤੇ ਉਦੋਂ ਵੀ ਮੇਰਾ ਖਿਆਲ ਬਿਜਲੀ ਮੰਤਰੀ ਸਾਹਿਬ ਨੇ ਕਿਹਾ ਸੀ, ETO ਸਾਹਿਬ ਨੇ, ਕਿ ਵੀ ਨਹੀਂ ਜੀ ਅਸੀਂ ਪ੍ਰਬੰਧ ਕਰ ਰਹੇ ਹਾਂ, ਤੁਸੀਂ ਦੇਖਿਓ ਇਹ ਗੱਲਾਂ ਹੋਰ ਨੇ, ਤੁਹਾਨੂੰ ਪ੍ਰੈਕਟੀਕਲੀ ਜ਼ਮੀਨ 'ਤੇ ਕਰਕੇ ਦਿਖਾਵਾਂਗੇ। ਤੇ ਹੁਣ ਜਿੱਦਾਂ ਮੁੱਖ ਮੰਤਰੀ ਸਾਹਿਬ ਬੈਠੇ ਤੇ ਨਾਲ ਉਹਨਾਂ ਨੇ ਅਫਸਰ ਵੀ ਰੱਖੇ, ਇੱਕ ਅਫਸਰ PSPCL ਤੋਂ ਸੀਗੇ, ਉਹਨਾਂ ਨੂੰ ਕਿਹਾ ਵੀ ਤੁਸੀਂ ਦੱਸੋ ਜੀ ਡਿਟੇਲ ਦੇ ਵਿੱਚ, ਐਵੇਂ ਮੇਰੇ ਤੇ ਨਾ ਗੱਲ ਰਹਿ ਜਾਵੇ। ਤੇ ਜਿੱਦਾਂ ਉਹਨਾਂ ਨੇ ਖੁਦ ਮੰਨਿਆ ਕਿ ਵੀ 20,200 ਕਰੋੜ ਰੁਪਈਆ ਸਾਨੂੰ ਦੇ ਦਿੱਤਾ,
ਪਿਛਲੀ ਵਾਰ ਦਾ ਜਿਹੜਾ ਪੈਸਾ ਪਿਛਲੀਆਂ ਸਰਕਾਰਾਂ ਦਾ ਸੀਗਾ ਉਹ ਵੀ 5 ਕਿਸ਼ਤਾਂ 'ਚ ਦੇਣਾ ਮੰਨ ਲਿਆ, ਪਲੱਸ ਉਹਦਾ ਜਿਹੜਾ ਵਿਆਜ ਹੈ 600 ਕਰੋੜ ਦੇ ਕਰੀਬ ਸ਼ਾਇਦ ਬਣਦਾ, ਉਹ ਵੀ ਕਹਿੰਦੇ ਵੀ ਉਹ ਨਾਲ ਉਹਨਾਂ ਨੇ ਦੇ ਦਿੱਤਾ। ਤੇ ਸਾਡੇ ਕੋਲੇ ਪੈਸਾ ਆ ਗਿਆ, ਅਸੀਂ ਹੁਣ ਪ੍ਰਬੰਧ ਕਰ ਸਕਾਂਗੇ ਲੋਕਾਂ ਦੇ ਲਈ। ਸੋ ਉਹਦੇ ਨਾਲ ਲੋਕਾਂ ਨੂੰ ਇੱਕ ਆਸ ਉਮੀਦ ਜੀ ਤੇ ਵੱਜੀ ਹੈ ਵੀ ਚਲੋ ਗਾਂ ਝੋਨੇ ਵਾਲੇ ਸੀਜ਼ਨ ਦੇ ਵਿੱਚ ਜੋ ਉਦੋਂ ਇੰਡਸਟਰੀ ਉਹਨਾਂ ਨੇ ਵਾਅਦਾ ਕੀਤਾ, ਉਹ ਕਹਿੰਦੇ ਵੀ ਅਸੀਂ ਪਿਛਲੀ ਵਾਰਾਂ ਵੀ ਕੱਟ ਨਹੀਂ ਸੀ ਲਾਇਆ ਤੇ ਐਤਕੀ ਵੀ ਝੋਨੇ ਦੇ ਸੀਜ਼ਨ 'ਚ ਇਹ ਨਹੀਂ ਵੀ ਬਾਕੀ ਪਾਸੇ ਕੱਟ ਲੱਗ ਜੂਗਾ ਤੇ ਬਾਕੀ ਵਿਚਾਰੇ ਵਹਿੰਦੇ ਰਹਿਣ, ਕਿਉਂਕਿ ਅਸੀਂ ਝੋਨਾ ਪਾਲਣਾ, ਇਸ ਕਰਕੇ ਬੱਤੀ ਦੀ ਜਿਹੜੀ ਮੰਗ ਹੈ ਉਹ ਨਹੀਂ ਪੂਰੀ ਹੁੰਦੀ। ਅਸੀਂ ਬੱਤੀ ਦੀ ਮੰਗ ਦੇ ਹਿਸਾਬ ਨਾਲ ਸਾਰੇ ਪ੍ਰਬੰਧ ਕਰ ਲਵਾਂਗੇ। ਚੰਗੀ ਗੱਲ ਆ। ਹੁਣ ਦੇਖੋ ਜਿਹੜੀ ਐਕਸਾਈਜ਼ ਵਾਲੀ ਗੱਲ ਮਜੀਠੀਆ ਸਾਹਿਬ ਨੇ ਕਿਹਾ ਸੀ ਵੀ ਇਹਦੇ 'ਚ ਵਾਧਾ ਉਨਾ ਹੋਇਆ ਨਹੀਂ। ਪਹਿਲਾਂ ਚੀਮਾ ਸਾਹਿਬ ਨੇ ਦਾਅਵਾ ਕੀਤਾ ਕਿ ਵਾਧਾ ਹੋਇਆ, ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ 2500 ਕਰੋੜ ਤੋਂ ਵੱਧ ਅਸੀਂ ਐਕਸਾਈਜ਼ ਦੇ ਵਿੱਚੋਂ ਕਮਾ ਲਏ, 18% GST ਵੱਧ ਗਿਆ, 2.25% ਅਸੀਂ ਰਜਿਸਟਰੀਆਂ ਦੇ ਵਿੱਚੋਂ, ਹਾਲਾਂਕਿ ਟੈਕਸ ਘਟਾਇਆ ਸੀ, ਉਹਦੇ ਬਾਵਜੂਦ ਅਸੀਂ ਦੁੱਗਣੀ ਆਮਦਨ ਜਿਹੜੀ ਹੈ ਜੀ ਉਹ ਇਕੱਠੀ ਕਰ ਲਈ 1 ਮਹੀਨੇ ਦੇ ਵਿੱਚ। ਇਸੇ ਕਰਕੇ ਅਪ੍ਰੈਲ ਦਾ ਮਹੀਨਾ ਹੋਰ ਅਸੀਂ ਛੋਟ ਦਿੱਤੀ ਹੈ ਰਜਿਸਟਰੀਆਂ ਦੇ ਉੱਪਰ 2.25% ਜਿਹੜਾ ਟੈਕਸ ਘਟਾ ਕੇ। ਹੁਣ ਜਿਸ ਹਿਸਾਬ ਨਾਲ ਅੰਕੜੇ ਕਾਗਜ਼, ਵਾਕਿਆ ਗੱਲ ਤੁਹਾਡੀ ਠੀਕ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਵਿਖਾ ਕੇ ਗੱਲ ਕੀਤੀ ਆ, ਜੇ ਤੇ ਉਹਦਾ ਕਾਊਂਟਰ ਮੇਰਾ ਖਿਆਲ ਵਿਰੋਧੀ ਪਾਰਟੀਆਂ ਕਰ ਲੈਣ ਤੇ ਉਹ ਜ਼ਿਆਦਾ ਵਧੀਆ ਹੋਊਗਾ। ਤੇ ਜੇ ਮੇਰਾ ਖਿਆਲ ਕਾਊਂਟਰ ਉਹਨਾਂ ਕੋਲ ਨਾ ਹੋਇਆ, ਇਸੇ ਤਰ੍ਹਾਂ ਇੱਕ ਤੋਂ ਬਾਅਦ ਦੂਸਰਾ, ਦੂਸਰੇ ਤੋਂ ਬਾਅਦ ਤੀਸਰਾ ਕੰਮ ਭਗਵੰਤ ਮਾਨ ਸਰਕਾਰ ਕਰਦੀ ਰਹੀ, ਤੇ ਹੋ ਸਕਦਾ ਕਿ ਜਿਹੜਾ ਪਿਛਲੇ ਸਮੇਂ ਦੇ ਵਿੱਚ ਗੱਲਾਂ 'ਚ ਸੀ ਕਿ ਯਾਰ ਇਹਨਾਂ ਨੇ ਡੋਬ ਦੇਣਾ, ਇਹਨਾਂ ਕੋਲੋਂ ਬਣਨਾ ਕੁਛ ਨਹੀਂ, ਉਹ ਬਣਾ ਕੇ ਵਿਖਾ ਹੀ ਦੇਣ। ਕਿਉਂਕਿ ਉਹਨਾਂ ਨੇ ਉਹ ਰੇਤ ਵਾਲੀਆਂ ਸਰਕਾਰੀ ਖੱਡਾਂ ਦਾ ਜ਼ਿਕਰ ਵੀ ਕੀਤਾ ਵੀ 50 ਚੱਲ ਪਈਆਂ, ਬਾਕੀ ਆਉਣ ਵਾਲੇ ਦਿਨਾਂ 'ਚ ਹੋਰ ਦੇਖਿਓ ਤੁਹਾਨੂੰ ਮਿਲ ਜਾਣਗੀਆਂ ਸਰਕਾਰੀ ਖੱਡਾਂ। ਤੇ ਸੰਧਾਲੀਆ ਸਾਹਿਬ, ਸਾਨੂੰ ਨਹੀਂ ਪਤਾ ਕੌਣ ਸੱਚਾ ਕੌਣ ਝੂਠਾ, ਕਿਉਂਕਿ ਵਿਰੋਧੀ ਧਿਰਾਂ ਦੂਸਰੇ ਦਸਤਾਵੇਜ਼ ਲੈ ਕੇ ਆਉਂਦੀਆਂ ਹੁੰਦੀਆਂ ਤੇ ਸਰਕਾਰ ਆਪਣੇ ਦਸਤਾਵੇਜ਼ ਲੈ ਕੇ ਆਉਂਦੀ ਹੈ। ਸਾਨੂੰ ਤਾਂ ਇੱਕੋ ਗੱਲ ਦਾ ਪਤਾ ਕਿ ਸਾਡੇ ਸੂਬੇ ਸਿਰ ਕਰਜ਼ਾ ਚੜਿਆ। ਅਸੀਂ ਇਹ ਵੀ ਗੱਲ ਕਹਿੰਦੇ, ਤੱਥ ਹੈ ਕਿ ਇਹ ਕਰਜ਼ਾ ਜਦੋਂ ਪੰਜਾਬ ਦੇ ਵਿੱਚ ਅਸ਼ਾਂਤ ਸਮਾਂ ਸੀ ਤਾਂ ਉਦੋਂ ਇੰਨਾ ਨਹੀਂ ਸੀ, ਉਦੋਂ 10,000 ਕਰੋੜ ਤੋਂ ਵੀ ਥੱਲੇ ਸੀ ਕਰਜ਼ਾ, 20,000 ਕਰੋੜ ਤੋਂ ਵੀ। ਅੱਜ ਉਹ ਕਈ ਲੱਖ ਕਰੋੜਾਂ ਦੇ ਵਿੱਚ ਹੈ। ਉਹਦੇ ਵਿੱਚ ਮੁਫਤ ਦਿੱਤੀਆਂ ਜਾ ਰਹੀਆਂ ਸਹੂਲਤਾਂ ਵੀ ਜ਼ਿੰਮੇਵਾਰ ਨੇ, ਉਹਦੇ ਵਿੱਚ ਆਮਦਨ ਕਮਾਉਣ ਦੇ ਜਿਹੜੇ ਢੰਗ ਤਰੀਕੇ ਅਪਣਾਉਣੇ ਚਾਹੀਦੇ ਸੀ ਉਹ ਵੀ ਨਹੀਂ ਅਪਣਾਏ, ਉਹ ਵੀ ਜ਼ਿੰਮੇਵਾਰ ਹੈ। ਸਰਕਾਰੀ ਖਰਚਿਆਂ ਦੇ ਵਿੱਚ ਜਿੱਥੇ ਕਟੌਤੀ ਕੀਤੀ ਜਾ ਸਕਦੀ ਸੀ ਨਹੀਂ ਕੀਤੀ, ਜਾਣੀ ਕਿ ਅਕੁਸ਼ਲਤਾ ਦਿਖਾਈ ਗਈ ਸੀ। ਅਕੁਸ਼ਲਤਾ, ਜਦੋਂ ਆਪਣੇ ਕਾਰੋਬਾਰ ਵਧੀ ਜਾਂਦੇ ਹੁਣ ਤੇ ਸਰਕਾਰੀ ਅਦਾਰੇ ਥੱਲੇ ਜਾਂਦੇ ਹੋਣ, ਪੰਜਾਬ ਨੇ ਉਹ ਦੌਰ ਤੇ ਉਹ ਯੁੱਗ ਦੇਖਿਆ ਤੇ ਲੋਕਾਂ ਨੇ ਫਿਰ ਇਹ ਵੀ ਦੇਖਿਆ ਕਿ ਯੁੱਗ ਬੀਤ ਗਿਆ ਭਾਈ, ਜੇ ਤੁਸੀਂ ਕੰਮ ਨਹੀਂ ਕਰਨਾ ਤਾਂ ਅਸੀਂ ਉਹਨੂੰ ਕੁਰਸੀਆਂ ਤੋਂ ਲਾ ਦਿੰਦੇ ਹਾਂ। ਅਸੀਂ ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਜੇ ਇਹ ਕਹਿੰਦੇ ਆ ਕਿ ਅਸੀਂ ਘਾਟੇ ਤੋਂ ਵਾਧੇ ਵਾਲੇ ਪਾਸੇ ਲੈ ਜਾਣਾ ਤਾਂ ਲੈ ਜਾਓ, ਤੁਸੀਂ ਵਾਧੇ ਵਾਲੇ ਪਾਸੇ ਲੈ ਜਾਓਗੇ, ਲੋਕ ਤੁਹਾਨੂੰ ਦੁਬਾਰਾ ਕੁਰਸੀ ਦੇਣਗੇ। ਜੇ ਤੁਹਾਡੀਆਂ ਗੱਲਾਂ ਨਾ ਮੈਚ ਕੀਤੀਆਂ ਤਾਂ ਫਿਰ ਲੋਕ ਕੁਰਸੀ ਤੋਂ ਥੱਲੇ ਵੀ ਲੈ ਜਾਂਦੇ ਹੁੰਦੇ ਆ। ਇਹ ਆਪਾਂ ਸਾਰਿਆਂ ਨੂੰ ਪਤਾ, ਕਿਉਂਕਿ ਪਿਛਲੇ ਸਮੇਂ 'ਚ ਸੰਧਾਲੀਆ ਸਾਹਿਬ ਆਪਾਂ ਸੁਣਦੇ ਕੀ ਆਏ ਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਸਰਕਾਰ, ਅਕਾਲੀ ਭਾਜਪਾ ਦੀ ਸਰਕਾਰ, ਉਹ ਕਹਿੰਦੇ ਜੀ 95% ਵਾਅਦੇ ਪੂਰੇ ਕਰਤੇ। ਜੇ 95% ਵਾਅਦੇ ਪੂਰੇ ਹੋਏ ਤਾਂ ਫਿਰ ਪੰਜਾਬ ਦੇ ਹਾਲਾਤ ਕੀ ਹੈ? ਕੈਪਟਨ ਸਾਹਿਬ ਕਹਿੰਦੇ ਜੀ ਅਸੀਂ ਵਾਅਦੇ ਸਾਰੇ ਪੂਰੇ ਕਰਤੇ, ਚੰਨੀ ਸਾਹਿਬ ਕਹਿੰਦੇ ਜੀ ਵਾਅਦੇ ਪੂਰੇ ਕਰਤੇ, ਪੰਜਾਬ ਦੇ ਹਾਲਾਤ ਕੀ ਹੈ? ਕਹਿਣ ਤੇ ਕਰਨ ਦੇ ਵਿੱਚ ਫਰਕ ਬੜਾ ਹੁੰਦਾ। ਹੁਣ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਨੇ, ਜੇ ਤਾਂ ਤੁਸੀਂ ਵਾਅਦੇ ਪੂਰੇ ਕਰ ਦਿਓਗੇ ਤਾਂ ਲੋਕ ਤੁਹਾਨੂੰ ਕੁਰਸੀ ਦੇਣਗੇ, ਨਹੀਂ ਤਾਂ ਲੋਕ ਕੁਰਸੀ ਤੋਂ ਲਾਉਣ ਲੱਗੇ ਮਿੰਟ ਇੱਕ ਨਹੀਂ ਲਾਉਂਦੇ। ਇਹ ਗੱਲ ਆਮ ਆਦਮੀ ਪਾਰਟੀ ਬਹੁਤ ਚੰਗੇ ਤਰੀਕੇ ਆਪਣੇ ਮਨ ਦੇ ਵਿੱਚ ਰੱਖੇ। ਹੁਣ ਦੇਖਦੇ ਆ ਸੰਧਾਲੀਆ ਸਾਹਿਬ, ਉਡੀਕ ਕਰਨੀ ਪਊਗੀ, ਉਡੀਕ ਕਿ ਭਾਈ ਵਿਰੋਧੀ ਧਿਰਾਂ ਮੁੱਖ ਮੰਤਰੀ ਸਾਹਿਬ ਦੀ ਇਸ ਪ੍ਰੈਸ ਕਾਨਫਰੰਸ ਦਾ ਜਵਾਬ ਜਿਹੜਾ ਉਹ ਦਿੰਦੀਆਂ ਕੀ ਹੈ। ਤੇ ਦੂਸਰਾ, ਅੱਜ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਪਟਿਆਲਿਓਂ ਝੱਲਣਾ ਸੰਧਾਲੀਆ ਸਾਹਿਬ, ਤੇ ਉਹਨਾਂ ਨੇ ਖੁਦ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਕਹਿੰਦੇ ਜੀ ਪਹਿਲਾਂ ਜਲੰਧਰ ਰੁਕਣਾ, ਸਾਬਕਾ ਮੈਂਬਰ ਪਾਰਲੀਮੈਂਟ ਨੇ ਚੌਧਰੀ ਸੰਤੋਖ ਸਿੰਘ, ਉਹਨਾਂ ਦਾ ਦੇਹਾਂਤ ਹੋ ਗਿਆ ਸੀ, ਜਿਹਦੇ ਕਰਕੇ ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਹੋਣ ਜਾ ਰਹੀ ਹੈ, ਸੀਟ ਖਾਲੀ ਹੋ ਗਈ। ਉਹ ਕਹਿੰਦੇ ਜੀ ਪਹਿਲਾਂ ਤਾਂ ਚੌਧਰੀ ਸੰਤੋਖ ਸਿੰਘ ਹੋਰਾਂ ਦੇ ਘਰ ਜਾਣਾ, ਪਰਿਵਾਰ ਦੇ ਨਾਲ ਅਫਸੋਸ ਪ੍ਰਗਟ ਕਰਨਾ, ਅਸੀਂ ਇੱਕ ਪਾਰਟੀ 'ਚ ਰਹੇ ਹਾਂ, ਤੇ ਉਹਦੇ ਤੋਂ ਬਾਅਦ ਫਿਰ ਉਹ ਕਹਿੰਦੇ ਜੀ ਮੈਂ ਆਪਣੀ ਕਰਮ ਭੂਮੀ ਅੰਮ੍ਰਿਤਸਰ ਜਾਣਾ। ਹੁਣ ਅੰਮ੍ਰਿਤਸਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਜਾਣਾ, ਜਾਣੀ ਕਿ ਉਸ ਪਾਸੇ ਜਾਣਾ ਜਿੱਥੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਛੱਡ ਦਿੱਤੀ ਸੀ, ਉਹਨਾਂ ਨੇ ਲੋਕ ਸਭਾ ਦੀ ਮੈਂਬਰੀ ਛੱਡ ਦਿੱਤੀ ਸੀ, ਰਾਜ ਸਭਾ ਛੱਡ ਦਿੱਤੀ ਸੀ ਕਿ ਭਾਈ ਨਹੀਂ ਮੈਂ ਅੰਮ੍ਰਿਤਸਰ ਤੋਂ ਬਾਹਰ ਨਹੀਂ ਜਾਣਾ, ਅੰਮ੍ਰਿਤਸਰ ਦੇ ਲੋਕਾਂ ਨੇ ਮੈਨੂੰ ਇੰਨੀ ਵਾਰੀ ਵੋਟਾਂ ਪਾ ਕੇ ਜਿਤਾਇਆ, ਤੇ ਜੇ ਹੁਣ ਮੈਂ ਹਲਕਾ ਬਦਲ ਕੇ ਕਿਸੇ ਹੋਰ ਪਾਸੇ ਜਾਵਾਂ ਮੈਨੂੰ ਮਨਜ਼ੂਰ ਨਹੀਂ। ਸੋ ਅੱਜ ਅੰਮ੍ਰਿਤਸਰ ਦੇ ਵਿੱਚ ਉਹਨਾਂ ਦਾ ਸਵਾਗਤ ਕਿੱਦਾਂ ਦਾ ਹੁੰਦਾ? ਕਿ ਅੰਮ੍ਰਿਤਸਰ ਦੇ ਨਾਲ ਸੰਬੰਧਿਤ ਕੋਈ ਵੱਡਾ ਕਾਂਗਰਸੀ ਲੀਡਰ ਉੱਥੇ ਅੱਪੜਦਾ ਕਿ ਨਹੀਂ ਅੱਪੜਦਾ? ਜੇ ਉਹਨਾਂ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਕਿ ਚੌਧਰੀ ਸੰਤੋਖ ਸਿੰਘ ਹੋਰਾਂ ਦੇ ਘਰੋਂ ਹੋ ਕੇ ਜਾਣਾ, ਤਾਂ ਕੀ ਫਲੌਰ, ਫਗਵਾੜਾ, ਜਲੰਧਰ, ਇਹ ਆਸ-ਪਾਸ ਦੇ ਇਲਾਕਿਆਂ ਦਾ ਕੋਈ ਕਾਂਗਰਸੀ ਲੀਡਰ ਉਹਦੇ ਪਾਸੇ ਜਾਂਦਾ ਕਿ ਨਹੀਂ ਜਾਂਦਾ? ਜਾਣੀ ਕਈ ਸਵਾਲ ਨੇ ਜਿਨ੍ਹਾਂ ਦੇ ਜਵਾਬ ਹੋ ਸਕਦਾ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਪਟਿਆਲੇ ਤੋਂ ਵਾਇਆ ਜਲੰਧਰ ਹੋ ਕੇ ਅੰਮ੍ਰਿਤਸਰ ਪੁੱਜਣ ਦੇ ਦੌਰੇ ਚੋਂ ਉੱਤਰ ਮਿਲਣਗੇ। ਇਹ ਬਾਠ ਸਾਹਿਬ, ਜੇ ਗੱਡੀ ਜਿੱਦਾਂ ਇੱਧਰ ਤੁਸੀਂ ਕੈਨੇਡਾ ਵਾਲੇ ਪਾਸੇ
ਰਹੇ ਹੋ, ਹੁਣ ਹੋ ਸਕਦਾ ਤੁਹਾਨੂੰ ਥੋੜ੍ਹਾ ਚੇਤਾ ਭੁੱਲ ਗਿਆ ਹੋਵੇ ਪੰਜਾਬ ਤੇ ਆਪਣਾ ਆਸਟ੍ਰੇਲੀਆ ਦੀ ਗਰਮੀ ਵੇਖ ਕੇ। ਜਦੋਂ ਰਾਤ ਦੀ ਬਰਫ਼ ਤੋਂ ਬਾਅਦ ਸਵੇਰ ਗੱਡੀ ਤੋਰਨੀ ਹੁੰਦੀ ਆ ਤੇ ਉਹਨੂੰ ਪਹਿਲਾਂ ਸੈਲਫ ਮਾਰ ਦਈਦਾ ਵੀ ਇਹ 10-15 ਮਿੰਟ ਚੱਲਦੀ ਚੁਲਦੀ ਪਹਿਲਾਂ ਗਰਮ ਗੁਰਮ ਜੀ ਹੋ ਜਾਵੇ, ਕੋਈ ਬਰਫ਼ ਢਿੱਲੀ ਪੈ ਜਾਵੇ, ਫਿਰ ਲਾਹ ਲੂ ਕੇ ਤੇ ਫਿਰ ਤੋਰਾਂਗੇ। ਮੈਨੂੰ ਲੱਗਦਾ ਵੀ ਇੰਨੇ ਮਹੀਨੇ ਅੰਦਰ ਰਹਿਣ ਤੋਂ ਬਾਅਦ, ਜਾਂ ਕਹਿ ਲਓ ਕਿ ਇਲੈਕਸ਼ਨ ਹਾਰਨ ਤੋਂ ਬਾਅਦ, ਜਾਂ ਇਲੈਕਸ਼ਨਾਂ ਤੋਂ ਪਹਿਲਾਂ ਵਾਲੇ ਪਾੜੇ ਤੋਂ ਬਾਅਦ, ਸਿੱਧੂ ਸਾਹਿਬ ਵੀ ਹੁਣ ਹੌਲੀ ਹੌਲੀ ਉਹ ਗੱਡੀ ਸਟਾਰਟ ਕਰਕੇ ਜੇ ਵੇਟ ਕਰਦੇ ਆ ਵੀ ਇੱਕ ਨਾ ਥੋੜ੍ਹਾ ਜਿਹਾ ਧੂੰਆਂ ਤਾਂ ਮਰਾ ਕੇ ਗੱਡੀ ਗਰਮ ਕਰ ਲਈਏ, ਫਿਰ ਤੋਰਾਂਗੇ। ਵੀ ਕਿੱਧਰ ਨੂੰ ਤੋਰਨੀ ਇਹ ਨਾ ਹੋਵੇ ਠੰਡੀ ਗੱਡੀ ਤੋਰ ਲਈ ਤੇ ਮੁੜ ਕੇ ਕਿਤੇ ਰਾਹ 'ਚ ਹੀ ਬੰਦ ਹੋ ਜਾਵੇ। ਜਿੱਦਾਂ ਉਹਨਾਂ ਨੇ ਪਹਿਲਾਂ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਉਹਨਾਂ ਦੇ ਨਾਲ ਮੁਲਾਕਾਤ ਕੀਤੀ, ਫਿਰ ਖੜਗੇ ਸਾਹਿਬ ਨੂੰ ਮਿਲ ਆਏ ਨੇ। ਮੈਨੂੰ ਲੱਗਦਾ ਵੀ ਉੱਧਰੋਂ ਇੱਕ ਨਾ ਉਹਨਾਂ ਨੇ ਕੰਮ ਪੱਕਾ ਕਰ ਲਿਆ ਵੀ ਹਾਂ ਵੀ ਹਾਈ ਕਮਾਂਡ ਨਾਲ ਆ, ਥਾਪੜਾ ਪੂਰਾ, ਤੇ ਹੁਣ ਪੰਜਾਬ ਵੱਲ ਨੂੰ ਚੱਲੀਏ। ਉਹ ਤੋਂ ਜਾਪਦਾ ਤਾਂ ਹੈ ਵੀ ਫਿਲਹਾਲ ਉਹ ਇੱਕ ਰੋਡ ਮੈਪ ਲੈ ਕੇ ਚੱਲ ਰਹੇ ਨੇ ਕਿ ਕਰਨਾ ਕੀ ਆ। ਪਰ ਇਹਦੇ 'ਚ ਮੈਨੂੰ ਲੱਗਦਾ ਵੀ ਜੇ ਅੰਮ੍ਰਿਤਸਰ ਉਹਨਾਂ ਨੇ ਆਉਣਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅੰਮ੍ਰਿਤਸਰ 'ਚੋਂ ਸ਼ਾਇਦ ਜਿਹੜਾ ਰੋਸ ਪ੍ਰਦਰਸ਼ਨ ਆ ਰਾਹੁਲ ਗਾਂਧੀ ਸਾਹਿਬ ਦੀ ਮੈਮਰੀ ਖਾਰਜ ਹੋਣ ਨੂੰ ਲੈ ਕੇ ਜਿਹੜਾ ਕਾਂਗਰਸ ਪਾਰਟੀ ਕਰਦੀ ਪਈ ਵੱਖ-ਵੱਖ ਜ਼ਿਲ੍ਹਿਆਂ 'ਚ, ਉਹ ਵੀ ਹੋਣਾ। ਰਾਜਾ ਵੜਿੰਗ ਸਾਹਿਬ ਨੇ ਕਿਹਾ ਸੀ ਵੀ ਜਿੱਦਣ ਅਸੀਂ ਅੰਮ੍ਰਿਤਸਰ ਉਹ ਕੰਮ ਕੀਤਾ ਤੇ ਉਦੋਂ ਅਸੀਂ ਸਿੱਧੂ ਸਾਹਿਬ ਨੂੰ ਸੱਦਾ ਦਿਆਂਗੇ। ਜੇ ਹੁਣ ਉਹ ਅੰਮ੍ਰਿਤਸਰ ਆ ਰਹੇ ਨੇ, ਆਉਣ ਵਾਲੇ ਦਿਨਾਂ 'ਚ ਉਹ ਪ੍ਰੋਗਰਾਮ ਵੀ ਰੱਖਿਆ ਜਾਵੇ, ਉੱਥੇ ਸੱਦੇ 'ਚ ਉਹ ਪਹੁੰਚਦੇ ਕਿ ਨਹੀਂ ਪਹੁੰਚਦੇ। ਜੇ ਪਹੁੰਚ ਜਾਣ ਤੇ ਇਕੱਠੇ ਨਜ਼ਰ ਆਉਣ ਇੱਕ ਫਰੇਮ 'ਚ, ਤੇ ਹੋ ਸਕਦਾ ਕਿ ਵਿਰੋਧੀਆਂ ਨੂੰ ਵੀ ਥੋੜ੍ਹਾ ਜਿਹਾ ਹੌਸਲਾ ਹੋਵੇ ਤੇ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਵੀ ਹੌਸਲਾ ਹੋਵੇ ਵੀ ਚਲੋ ਯਾਰ ਲੀਡਰ ਇਕੱਠੇ ਤੇ ਹੋਏ, ਤੇ ਜੇ ਹੋ ਗਏ ਤੇ ਫਿਰ ਹੋ ਸਕਦਾ ਗੱਲ ਬਣ ਜੇ, ਤੇ ਜੇ ਨਾ ਹੋਏ ਤੇ ਫਿਰ ਤੁਹਾਨੂੰ ਪਤਾ ਹੀ ਆ। ਕੁੱਲ ਮਿਲਾ ਕੇ ਇਹਦੇ ਵਿੱਚ ਅਜੇ ਜੇ ਫਸੀ ਆ, ਤੇ ਜੇ ਤੁਹਾਨੂੰ ਪਤਾ ਵੀ ਹੱਥ ਨਹੀਂ ਆਉਂਦੀ ਹੁੰਦੀ ਉਹ ਬੜੀ ਮਾੜੀ ਆ। ਨਹੀਂ, ਇਹ ਬੜੀ ਖਤਰਨਾਕ ਜੇ ਹੈ ਜੀ। ਚਲੋ ਅਸੀਂ ਤਾਂ ਕਹਿੰਦੇ ਆ ਕਿ ਸਾਰੇ ਇਕੱਠੇ ਰਹਿਣ, ਵਿਰੋਧੀ ਧਿਰਾਂ, ਸੱਤਾਧਾਰੀ ਧਿਰ, ਪਾਰਟੀਆਂ ਦੇ ਵਿੱਚ ਅੰਦਰੂਨੀ ਰੌਲਾ ਨਾ ਹੋਵੇ, ਨਹੀਂ ਤਾਂ ਜਿਹੜੇ ਲੀਡਰਾਂ ਨੇ ਸੂਬੇ ਤੇ ਐਨਰਜੀ ਲਾਉਣੀ ਹੁੰਦੀ ਤਾਕਤ ਪਾਰਟੀ ਦੇ ਅੰਦਰ ਹੀ ਲੱਗ ਜਾਂਦੀ ਹੈ। ਬਾਕੀ ਸੰਧਾਲੀਆ ਸਾਹਿਬ, ਪਾਰਲੀਮੈਂਟ ਦਾ ਸੈਸ਼ਨ ਹੋ ਕੇ ਹਟਿਆ। ਸਾਡੀ ਲੋਕ ਸਭਾ, ਸਾਡੀ ਰਾਜ ਸਭਾ, ਉਹ ਸਭਾ, ਉਹ ਬਿਲਡਿੰਗ ਜਿਹਦੇ ਵਿੱਚ ਕੁਰਸੀਆਂ ਦੇ ਉੱਤੇ ਉਹ ਲੋਕ ਬੈਠਦੇ ਨੇ ਜਿਹਨੂੰ ਦੇਸ਼ ਦੇ ਲੋਕ ਚੁਣ ਕੇ ਭੇਜਦੇ ਆ। ਲੋਕ ਸਭਾ ਵਾਲਿਆਂ ਨੂੰ ਲੋਕ ਵੋਟਾਂ ਪਾਉਂਦੇ ਆ, ਰਾਜ ਸਭਾ ਵਾਲਿਆਂ ਨੂੰ ਸਾਡੇ MLA ਵੱਖ-ਵੱਖ ਸੂਬਿਆਂ ਦੇ ਉਹ ਚੁਣ ਕੇ ਭੇਜਦੇ ਆ। ਸਾਰੇ ਦੇਸ਼ ਦੇ ਲਈ ਕੋਈ ਨਵਾਂ ਕਾਨੂੰਨ ਬਣਨਾ, ਕੋਈ ਪੁਰਾਣਾ ਕਾਨੂੰਨ ਰੱਦ ਹੋਣਾ, ਕਿਸੇ ਕਾਨੂੰਨ ਦੇ ਵਿੱਚ ਲੋੜ ਮੁਤਾਬਕ ਸੋਧ ਹੋਣੀ ਆ ਤਾਂ ਉਹ ਇਸੇ ਪਾਰਲੀਮੈਂਟ ਦੇ ਵਿੱਚੋਂ ਹੋਣੀ ਆ। ਮੈਂਬਰ ਪਾਰਲੀਮੈਂਟਾਂ ਨੂੰ ਉੱਕੀ ਪੁੱਕੀ ਤਨਖਾਹ, ਸਹੂਲਤਾਂ ਬਥੇਰੀਆਂ, ਗੱਡੀਆਂ, ਤੇਲ, ਸਾਰਾ ਕੁਝ ਮਿਲਦਾ, ਤੇ ਉਹਨਾਂ ਦੀ ਡਿਊਟੀ ਹੁੰਦੀ ਹੈ ਕਿ ਉਹ ਪਾਰਲੀਮੈਂਟ ਦਾ ਜਦੋਂ ਸੈਸ਼ਨ ਹੁੰਦਾ, ਕਿਉਂਕਿ ਬਹੁਤੇ ਲੰਬੇ ਸੈਸ਼ਨ ਤਾਂ ਹੁੰਦੇ ਨਹੀਂ, ਕਿ ਉੱਥੇ ਜਾਣ, ਆਪਣੇ ਹਲਕੇ ਦੀ, ਆਪਣੇ ਸੂਬੇ ਦੀ, ਆਪਣੇ ਦੇਸ਼ ਦੀ ਗੱਲ ਰੱਖਣ, ਲੋਕਾਂ ਨੂੰ ਜਿਹੜੀਆਂ ਸਮੱਸਿਆਵਾਂ ਨੇ ਉਹ ਸਮੱਸਿਆ ਤੋਂ ਥੋੜਾ ਜਿਹਾ ਉਹਨਾਂ ਨੂੰ ਬਾਹਰ ਲਿਆਉਣ ਦਾ ਯਤਨ ਕਰਨ। ਆ ਪਾਰਲੀਮੈਂਟ ਦਾ ਸੈਸ਼ਨ ਹੋ ਕੇ ਹਟਿਆ। ਸੰਧਾਲੀਆ ਸਾਹਿਬ 23 ਬੈਠਕਾਂ ਹੋਈਆਂ, 23, ਤੇ ਆਪਣਾ ਸਾਰਾ ਧਿਆਨ ਇਸ ਪਾਸੇ ਹੁੰਦਾ ਕਿ ਭਾਈ ਆਪਾਂ ਦੇਖੀਏ ਕਿ ਸਾਡੇ ਜਿਹੜੇ 13 ਮੈਂਬਰ ਪਾਰਲੀਮੈਂਟ ਲੋਕ ਸਭਾ ਦੇ ਨੇ ਤੇ ਕੁਝ ਰਾਜ ਸਭਾ ਦੇ ਨੇ, ਉਹਨਾਂ ਦੀ ਕਾਰਗੁਜ਼ਾਰੀ ਕਿੱਦਾਂ ਦੀ ਰਹੀ। ਹੁਣ ਪੰਜਾਬ ਤੋਂ ਆਮ ਆਦਮੀ ਪਾਰਟੀ ਦਾ ਕੋਈ ਲੋਕ ਸਭਾ ਦਾ ਮੈਂਬਰ ਹੈ ਹੀ ਨਹੀਂ। ਇਹਨਾਂ ਵਾਲਾ ਝੋਲਾ ਜੇ ਖਾਲੀ ਹੈ, ਗੋਲ ਆਂਡਾ, ਕਿਉਂਕਿ ਸੰਗਰੂਰ ਵਾਲੀ ਸੀਟ ਭਗਵੰਤ ਮਾਨ ਸਾਹਿਬ ਨੇ ਖਾਲੀ ਕੀਤੀ, ਇਲੈਕਸ਼ਨ ਮੁੜ ਕੇ ਹਾਰ ਗਏ ਆਮ ਆਦਮੀ ਪਾਰਟੀ ਵਾਲੇ। ਤੇ ਜੇ ਕਹੀਏ ਕਿ 4 ਬੰਦੇ, 4 ਮੈਂਬਰ ਪਾਰਲੀਮੈਂਟ 100% ਹਾਜ਼ਰ ਰਹੇ ਸੰਧਾਲੀਆ ਸਾਹਿਬ, ਇਸ ਪੰਜਾਬ ਦੀਆਂ 13 ਦੇ ਵਿੱਚੋਂ 4, ਅੰਮ੍ਰਿਤਸਰ ਵਾਲੇ ਗੁਰਜੀਤ ਸਿੰਘ ਔਜਲਾ ਸਾਹਿਬ, ਲੁਧਿਆਣੇ ਵਾਲੇ ਰਵਨੀਤ ਬਿੱਟੂ ਸਾਹਿਬ, ਡਾਕਟਰ ਅਮਰ ਸਿੰਘ ਹੋਰੀ, 3 ਬੰਦੇ ਇਹ ਹੋ ਗਏ, ਬਿੱਟੂ ਸਾਹਿਬ, ਔਜਲਾ ਸਾਹਿਬ, ਤੇ ਇਧਰਲੇ ਪਾਸੇ ਡਾਕਟਰ ਅਮਰ ਸਿੰਘ ਹੋਰੀ, ਤੇ ਚੌਥੇ ਬੰਦੇ ਜਿਹੜੇ ਇਹਨਾਂ ਦੇ ਨਾਲ ਰਹੇ ਉਹਨਾਂ ਦੇ ਵਿੱਚੋਂ ਵੀ ਆਪਾਂ ਚੱਲਦੇ ਹਾਂ ਤਿਵਾੜੀ ਸਾਹਿਬ, ਮਨੀਸ਼ ਤਿਵਾੜੀ, ਅਨੰਦਪੁਰ ਸਾਹਿਬ ਵਾਲੇ। ਪਹਿਲੀ ਗੱਲ ਕਿ ਇਹਨਾਂ ਨੂੰ ਧੰਨਵਾਦ, 4 ਬੰਦੇ ਕਾਂਗਰਸ ਪਾਰਟੀ ਦੇ ਨੇ, ਇਸ ਗੱਲ ਨਾਲ ਸਾਨੂੰ ਕੋਈ ਲੈਣਾ ਦੇਣਾ ਨਹੀਂ, ਪਰ ਉਹਨਾਂ ਨੂੰ ਵਧਾਈ ਕਿ ਭਾਈ ਤੁਸੀਂ ਘੱਟੋ ਘੱਟ ਜਾ ਕੇ 100% ਦੀ ਹਾਜ਼ਰੀਆਂ ਲਾਈਆਂ। ਇਹਦੇ ਤੋਂ ਬਿਨਾਂ ਕਾਫੀ ਹੱਦ ਤੱਕ ਹਾਜ਼ਰੀ ਬੀਬੀ ਪ੍ਰਨੀਤ ਕੌਰ ਦੀ ਵੀ ਰਹੀ, ਹਾਲਾਂਕਿ ਉਹਨਾਂ ਨੂੰ ਕਾਂਗਰਸ ਪਾਰਟੀ ਦੇ ਵਿੱਚੋਂ ਲਾਂਭੇ ਕਰ ਦਿੱਤਾ ਗਿਆ, ਸਿਰਫ ਇੱਕ ਗੈਰ ਹਾਜ਼ਰੀ ਉਹਨਾਂ ਦੀ। ਇਹਦੇ ਤੋਂ ਬਿਨਾਂ ਜੇ ਆਪਾਂ ਕਹੀਏ ਤਾਂ ਖਡੂਰ ਸਾਹਿਬ ਤੋਂ ਡਿੰਪਾ ਸਾਹਿਬ ਮੈਂਬਰ ਪਾਰਲੀਮੈਂਟ ਨੇ, ਹਾਜ਼ਰੀਆਂ ਉਹਨਾਂ ਦੀਆਂ ਵੀ ਕਾਫੀ ਰਹੀਆਂ। ਪਰ ਜੇ ਆਪਾਂ ਦੂਸਰੇ ਪਾਸੇ ਥੱਲੇ ਨੂੰ ਆ ਜਾਈਏ, ਤਾਂ ਸਭ ਤੋਂ ਘੱਟ ਉੱਥੇ ਜੇ ਹਾਜ਼ਰੀ ਕਿਸੇ ਨੇ ਲਾਈ ਹੈ ਉਹ ਸਨੀ ਦਿਓਲ ਸਾਹਿਬ ਨੇ ਲੈ ਦੇ ਕੇ ਸੰਧਾਲੀਆ ਸਾਹਿਬ 2 ਦਿਨ ਪਹੁੰਚੇ ਪਾਰਲੀਮੈਂਟ ਦੇ ਵਿੱਚ। ਤੁਸੀਂ ਹਲਕੇ 'ਚ ਆਉਂਦੇ ਨਹੀਂ, ਤੁਸੀਂ ਪਾਰਲੀਮੈਂਟ 'ਚ ਜਾਂਦੇ ਨਹੀਂ। ਜਦੋਂ ਬਹੁਤਾ ਰੌਲਾ ਰੱਪਾ ਪੈਂਦਾ ਤੇ ਤੀਸਰੇ ਚੌਥੇ ਮਹੀਨੇ ਤੁਸੀਂ ਇੱਕ ਅੱਧੇ ਕੇਂਦਰੀ ਮੰਤਰੀ ਦੇ ਨਾਲ ਮੁਲਾਕਾਤ ਕਰਕੇ ਫੋਟੋਆਂ ਸੋਸ਼ਲ ਮੀਡੀਆ ਦੇ ਉੱਤੇ ਪਾ ਕੇ ਦਿਓਲ ਸਾਹਿਬ ਜੀ ਇਹ ਆਖੋ ਕਿ ਭਾਈ ਮੈਂ ਹਲਕੇ ਦੇ ਲਈ ਕੰਮ ਕਰਦਾ ਨਹੀਂ। ਇਨਸਾਫ ਤਾਂ ਹੋਇਆ ਨਹੀਂ ਸੰਧਾਲੀਆ ਸਾਹਿਬ। ਜੇ ਆਪਾਂ ਸਵਾਲ ਵੀ ਨਹੀਂ ਪੁੱਛਣਾ, ਜੇ ਆਪਾਂ ਪਾਰਲੀਮੈਂਟ ਦੇ ਵਿੱਚ ਵੀ ਨਹੀਂ ਜਾਣਾ, ਜੇ ਆਪਾਂ 23 ਦਿਨਾਂ ਦੇ ਵਿੱਚੋਂ 21 ਦਿਨ ਉੱਥੇ ਗੈਰ ਹਾਜ਼ਰ ਰਹਿਣਾ, ਤਾਂ ਜਸਟੀਫਾਈ ਕਿੱਦਾਂ ਕਰ ਪਾਓਗੇ? ਤੁਸੀਂ ਖਾਲੀ ਛੱਡ ਦਿਓ, ਤੁਸੀਂ ਉਰੇ ਪਰੇ ਹੋ ਜਾਓ। ਕਲਾਕਾਰਾਂ ਨੂੰ ਟਿਕਟ ਦੇਣ ਤੋਂ ਪਹਿਲਾਂ ਮੈਨੂੰ ਲੱਗਦਾ ਕਿ ਉਹਨਾਂ ਤੋਂ ਐਫੀਡੇਵਿਟ ਲੈਣ ਸਿਆਸੀ ਪਾਰਟੀਆਂ ਕਿ ਭਾਈ ਤੁਸੀਂ ਹਲਕੇ 'ਚ ਕੰਮ ਕਰੋਗੇ, ਤੁਸੀਂ ਪਾਰਲੀਮੈਂਟ ਦੇ ਵਿੱਚ, ਵਿਧਾਨ ਸਭਾ, ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚ ਜਾਓਗੇ।
ਜੇ ਉਹਨਾਂ ਤੋਂ ਥੱਲੇ ਰਿਹਾ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ, ਕਿਉਂਕਿ ਉਹ ਪਾਰਟੀ ਦੇ ਪ੍ਰਧਾਨ ਵੀ ਨੇ ਭਾਈ, ਭਾਜਪਾ ਦੇ ਨਾਲੋਂ ਗੱਠਜੋੜ ਟੁੱਟਿਆ, ਬੜੇ ਕੰਮਕਾਰ ਵੀ ਹੁੰਦੇ ਕਰਨ ਵਾਲੇ, ਪਰ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਵੀ ਜ਼ਿੰਮੇਵਾਰੀ ਸੀ। ਉਹ 4 ਦਿਨ ਹਾਜ਼ਰ ਰਹੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ, ਹਾਲਾਂਕਿ ਬੀਬੀ ਹਰਸਿਮਰਤ ਕੌਰ ਬਾਦਲ 15 ਦਿਨ ਹਾਜ਼ਰ ਰਹੇ। 23 ਦੇ ਵਿੱਚ ਉਹਨਾਂ ਦੀ ਹਾਜ਼ਰੀ ਦੇ ਪੱਖੋਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੋਂ ਕਾਫੀ ਅੱਗੇ ਰਹੇ, ਪਰ ਅਕਾਲੀ ਦਲ ਦੇ 2 ਹੀ ਮੈਂਬਰ ਪਾਰਲੀਮੈਂਟ ਨੇ। ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਬਹੁਤ ਘੱਟ ਗਏ ਪਾਰਲੀਮੈਂਟ 'ਚ, ਬੀਬੀ ਹਰਸਿਮਰਤ ਕੌਰ ਬਾਦਲ ਉਹਨਾਂ ਦੇ ਮੁਕਾਬਲਤਨ ਜਿਹੜੇ ਉੱਥੇ ਵੱਧ ਗਏ। ਇੱਕ ਥੋੜੀ ਜਿਹੀ ਹੋਰ ਗੱਲ ਆਪਾਂ ਰਾਜ ਸਭਾ ਦੇ ਮੈਂਬਰਾਂ ਦੀ ਕਰਨੀ। ਹਰਭਜਨ ਸਿੰਘ ਹੋਰਾਂ ਨੇ ਛੁੱਟੀ ਲੈ ਲਈ, ਉਹ ਕਹਿੰਦੇ ਜੀ ਮੈਥੋਂ ਨਹੀਂ ਆਇਆ ਜਾਣਾ, ਉਹ ਨਹੀਂ ਆਏ। ਕਾਰਨ ਪਿੱਛੇ ਕੀ ਸੀ ਪਤਾ ਨਹੀਂ। ਇਹਦੇ ਤੋਂ ਇਲਾਵਾ 2 ਮੈਂਬਰ ਪਾਰਲੀਮੈਂਟ, ਕਿਉਂਕਿ ਆਮ ਆਦਮੀ ਪਾਰਟੀ ਵਾਲਿਆਂ ਦੀ ਹੁਣ ਬਹੁਤ ਗਿਣਤੀ ਉੱਥੇ ਪੰਜਾਬ ਤੋਂ, ਰਾਘਵ ਚੱਡਾ ਸਾਹਿਬ ਨੇ ਇੱਕ ਅੱਧੀ ਛੁੱਟੀ ਕੀਤੀ ਹੈ, ਉਹ ਬਾਕੀ ਦਿਨ ਗਏ। ਲੁਧਿਆਣੇ ਵਾਲੇ ਜਿਹੜੇ ਸੰਜੀਵ ਅਰੋੜਾ ਸਾਹਿਬ ਨੇ, ਉਹਨਾਂ ਨੇ ਵੀ 1-2 ਹੀ ਛੁੱਟੀਆਂ ਕੀਤੀਆਂ, ਬਾਕੀ ਦਿਨ ਗਏ। ਬਾਕੀ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹ ਹਫਤਾ ਛੁੱਟੀਆਂ ਤੇ ਰਹਿ ਜਾਣੀ ਕਿ ਉਹਨਾਂ ਦੀ ਹਾਜ਼ਰੀ ਉੱਥੇ ਜਿਹੜੀ ਹੈ ਉਹ ਤਕਰੀਬਨ 60% ਆਮ ਆਦਮੀ ਪਾਰਟੀ ਵਾਲਿਆਂ ਦੀ ਰਹੀ ਹੈ। ਪਰ ਕਿਤੇ ਨਾ ਕਿਤੇ ਮੈਂ ਕਹਿੰਦਾ ਕਿ ਉੱਥੇ 60% ਕਿਉਂ 70-80% ਦੀ ਤਾਂ ਹਾਜ਼ਰੀ ਹੋਣੀ ਚਾਹੀਦੀ। ਹੋਰ ਵੀ ਮੈਂਬਰ ਪਾਰਲੀਮੈਂਟ ਨੇ, ਡਾਟਾ ਉਹਨਾਂ ਦਾ ਵੱਖੋ ਵੱਖਰਾ, ਪਰ ਬਹੁਤੀਆਂ ਗੈਰ ਹਾਜ਼ਰੀਆਂ ਨਹੀਂ ਚਾਹੀਦੀਆਂ। ਤੁਹਾਨੂੰ ਲੋਕ ਸਵਾਲ ਪੁੱਛਣ ਦੇ ਲਈ, ਉੱਥੇ ਕਾਨੂੰਨਾਂ ਦੇ ਵਿੱਚ ਤਬਦੀਲੀ ਕਰਨ ਦੇ ਲਈ, ਲੋਕਾਂ ਦਾ ਹਿੱਤ ਹੱਕ ਉੱਥੇ ਰੱਖਣ ਦੇ ਲਈ ਭੇਜਦੇ ਆ, ਪਰ ਇਹ ਹਾਲਾਤ ਜਿਹੜੇ ਆ ਕੋਈ ਬਹੁਤੇ ਜ਼ਿਆਦਾ ਪੋਜ਼ਿਟਿਵ ਲੱਗ ਨਹੀਂ ਰਹੇ ਜੀ। ਇਹ ਗੱਲ ਤੁਹਾਡੀ ਠੀਕ ਆ। ਹੁਣ ਦੇਖੋ, ਮੈਨੂੰ ਲੱਗਦਾ ਵੀ ਜਿਹੜਾ ਬੰਦਾ ਪਹਿਲਾਂ ਕਿਸੇ ਹੋਰ ਪ੍ਰੋਫੈਸ਼ਨ 'ਚ ਹੁੰਦਾ, ਜਿਹਦੇ 'ਚ ਥੋੜ੍ਹਾ ਜਿਹਾ ਮੀਡੀਆ, ਗਲੈਮਰ, ਖਬਰਾਂ ਉਹ ਜਿਹੜੀਆਂ ਇਨਵੋਲਵ ਹੁੰਦੀਆਂ ਨੇ, ਉਹਨਾਂ ਦੇ ਲਈ ਉੱਥੇ ਜਾ ਕੇ ਬਹਿਣਾ ਤੇ ਉਹ ਲੀਡਰਾਂ ਦੀਆਂ ਗੱਲਾਂ ਸੁਣਨੀਆਂ ਕਈ ਵਾਰ ਥੋੜ੍ਹਾ ਜਿਹਾ ਔਖਾ ਹੋ ਜਾਂਦਾ। ਹੋ ਸਕਦਾ ਸਨੀ ਦਿਓਲ ਸਾਹਿਬ ਤਾਂ ਨਾ ਜਾ ਸਕੇ ਹੁਣ ਉੱਥੇ, ਵੀ ਯਾਰ ਕਿੱਥੇ ਤਾਂ ਜਿੱਥੇ ਵੀ ਸਨੀ ਦਿਓਲ ਸਾਹਿਬ, ਤੁਸੀਂ ਦੇਖੋ ਵੀ ਉਹਨਾਂ ਨੂੰ ਦੇਖਣ ਦੇ ਲਈ ਲੋਕ ਖੁਦ ਟਿਕਟ ਲੈ ਕੇ ਤੇ ਸਿਨੇਮੇ 'ਚ ਬਹਿੰਦੇ ਨੇ 3 ਘੰਟੇ, ਤੇ ਜਿਸ ਬੰਦੇ ਨੂੰ ਦੇਖਣ ਦੇ ਲਈ ਲੋਕ ਆਪ ਕੁਰਸੀਆਂ ਲੈ ਕੇ ਬਹਿੰਦੇ ਨੇ, ਉਹ ਬੰਦਾ ਲੋਕਾਂ ਨੂੰ ਦੇਖਣ ਦੇ ਲਈ ਉੱਥੇ ਬੈਠਾ ਰਹੇ ਇੰਨੇ ਘੰਟੇ, ਫਿਰ ਔਖਾ ਜਿਹਾ ਤੇ ਲੱਗਦਾ ਹੀ ਹੈ। ਬਾਕੀ ਜਿਸ ਹਿਸਾਬ ਨਾਲ ਉਹਨਾਂ ਨੇ ਮੈਨੂੰ ਲੱਗਦਾ ਵੀ ਇਹ 5 ਸਾਲ ਕੱਢੇ ਨੇ, ਹੋ ਸਕਦਾ ਕਿ ਗਾਂ ਉਹਨਾਂ ਦਾ ਨਾਮ ਮਨ ਹੋਵੇ ਕਿ ਵੀ ਮੈਂ ਹੁਣ ਗੁਰਦਾਸਪੁਰੋਂ ਇਲੈਕਸ਼ਨ ਨਹੀਂ ਲੜਨੀ, ਕਿਉਂਕਿ ਗੁਰਦਾਸਪੁਰ ਵਾਲੇ ਪਾਸਿਓਂ ਜਿਨ੍ਹਾਂ ਨੇ ਉਹਨਾਂ ਨੂੰ ਟੱਕਰ ਦਿੱਤੀ ਸੀਗੀ ਜਾਖੜ ਸਾਹਿਬ, ਉਹ ਵੀ ਹੁਣ ਬੀਜੇਪੀ 'ਚ, ਤੇ ਹੋ ਸਕਦਾ ਵੀ ਬੀਜੇਪੀ ਵਾਲਿਆਂ ਨੇ ਵੀ ਕਹਿਤਾ ਹੋਵੇ ਕਿ ਵੀ ਨਹੀਂ ਕੋਈ ਗੱਲ ਨਹੀਂ ਜਾਖੜ ਸਾਹਿਬ, ਆਪਾਂ ਹੁਣ ਦਿਓਲ ਸਾਹਿਬ ਨੇ ਤੇ ਗਾਂ ਇਲੈਕਸ਼ਨ ਲੜਨੀ ਨਹੀਂ, ਤੁਹਾਨੂੰ ਮੌਕਾ ਦੇ ਦਾਂਗੇ ਗੁਰਦਾਸਪੁਰੋਂ। ਇਹ ਤਾਂ ਫਿਊਚਰ ਦੀਆਂ ਗੱਲਾਂ, ਕਿਉਂਕਿ ਉਹਦੇ 'ਚ ਵੀ ਕਿਹੜਾ ਕੋਈ ਬਹੁਤਾ ਸਮਾਂ ਰਹਿ ਗਿਆ, ਇਸ ਸਾਲ ਦੇ ਵਿੱਚ ਇਹ ਕਹਾਣੀ ਨਹੀਂ ਕਲੀਅਰ ਹੋ ਜਾਣੀ ਆ। ਪਰ ਗੱਲ ਤੁਹਾਡੀ ਠੀਕ ਹੈ ਕਿ ਜਿਹੜਾ ਵੀ ਬੰਦਾ ਚੁਣਿਆ ਹੋਇਆ ਨੁਮਾਇੰਦਾ, ਉਹਨੂੰ ਇਹ ਸਮਝਣਾ ਜ਼ਰੂਰ ਚਾਹੀਦਾ ਕਿ ਯਾਰ ਇੰਨੇ ਲੋਕਾਂ ਨੇ ਮੈਨੂੰ ਵੋਟਾਂ ਪਾਈਆਂ ਨੇ, ਜੇ ਮੈਂ ਉੱਥੇ ਜਾਊਂਗਾ ਕੋਈ ਨਾ ਕੁਝ ਉੱਥੋਂ ਲੈ ਕੇ ਆਊਂਗਾ। ਜੇ ਕੋਈ 2, 4, 5 ਕੰਮ ਐਸੇ ਜਿਹੜੇ ਨੇ ਉਹ ਮੈਂ ਕਰ ਦਿੱਤੇ ਆਪਣੇ ਹਲਕੇ ਨਾਲ ਰਿਲੇਟਡ, ਤੇ ਹੋ ਸਕਦਾ ਕਈਆਂ ਨੂੰ ਉਹਦਾ ਬੈਨੀਫਿਟ ਹੋ ਜਾਵੇ, ਫਾਇਦਾ ਹੋ ਜਾਵੇ। ਪਰ ਚਲੋ ਆਸ ਉਮੀਦ ਕਰਦੇ ਹਾਂ ਵੀ ਇਹ ਸਾਰਾ ਕੁਝ ਇਸ ਤਰ੍ਹਾਂ ਚੱਲਦਾ ਰਹੇ। ਇੱਕ ਗੱਲ ਵਾਹਵਾ ਦਿਨਾਂ ਦੀ ਚਰਚਾ 'ਚ ਹੈ WhatsApp, ਮੈਨੂੰ ਲੱਗਦਾ ਕਿ ਆਪਾਂ ਥੋੜ੍ਹੀ ਜਿਹੀ ਕਰ ਲਈ, ਉਹ ਆ ਪੰਜਾਬ ਦੇ ਵਿੱਚ ਜਿਹੜੀਆਂ ਹੁਣ ਨਹਿਰਾਂ ਨੇ ਨਾ, ਵੱਡੀਆਂ ਨਹਿਰਾਂ ਖਾਸ ਕਰਕੇ ਜਿਹੜੀਆਂ ਮਾਲਵੇ ਨੂੰ ਜਾਂਦੀਆਂ ਨੇ, ਉਸ ਤੋਂ ਗਾਂ ਰਾਜਸਥਾਨ ਨੂੰ ਜਾਂਦੀਆਂ ਨੇ, ਉਹਨਾਂ ਨੂੰ ਪੱਕਿਆਂ ਕਰਨ ਦੀ ਗੱਲ ਚੱਲਦੀ। ਤੇ ਹੁਣ ਮੁਦਕੀ ਦੇ ਕੋਲ ਵੀ ਇੱਕ ਮੋਰਚਾ ਜਿਹੜਾ ਹੈ ਜੀ ਉਹ ਲੱਗਿਆ, ਜਿਹਦੇ ਵਿੱਚ ਉਹ ਕਹਿੰਦੇ ਵੀ ਪੰਜਾਬ ਦਾ ਜਿਹੜਾ ਪਾਣੀ ਹੈ ਜੀ ਇਹਨੂੰ ਬਚਾਉਣ ਦੀ ਲੋੜ ਹੈ। ਜੋ ਕੁਛ ਇਸ ਵਕਤ ਕੀਤਾ ਕਰਾਇਆ ਜਾ ਰਿਹਾ ਇਹ ਠੀਕ ਨਹੀਂ। ਜੇ ਨਹਿਰਾਂ ਪੱਕੀਆਂ ਕਰ ਦਿੱਤੀਆਂ ਗਈਆਂ ਤੇ ਪਾਣੀ ਰੀਚਾਰਜ ਨਹੀਂ ਹੋਣਾ ਜ਼ਮੀਨ ਦੇ ਥੱਲੇ, ਤੇ ਨਾ ਤੇ ਸਾਡੇ ਕੋਲੋਂ ਫਸਲਾਂ ਲਈ ਪਾਣੀ ਰਹਿਣਾ, ਨਾ ਮਿੱਠੇ ਪਾਣੀ ਦੀ ਤਹਿ ਹੀ ਰਹਿਣੀ ਆ, ਤੇ ਅਸੀਂ ਪੀਵਾਂਗੇ ਕੀ? ਕਿਉਂ ਸਾਨੂੰ ਤੁਸੀਂ ਧਿਆਏ ਮਾਰਨ ਦੇ ਬਾਰੇ 'ਚ ਇਹ ਸਾਰਾ ਕੁਛ ਕਰ ਰਹੇ ਹੋ? ਕਿਉਂਕਿ ਜਿੰਨੇ ਕੁ ਉੱਥੇ ਪਾਣੀ ਨਾਲ ਰਿਲੇਟਡ ਮਾਹਰ ਸੀਗੇ, ਉਹਨਾਂ ਦਾ ਕਹਿਣਾ ਇਹ ਸੀ ਵੀ ਜਿਹੜੀ ਕੱਚੀ ਨਹਿਰ ਆ, ਇੱਕ ਤਾਂ ਪਾਣੀ ਉਹਦੇ 'ਚ ਹੌਲੀ ਚੱਲਦਾ, ਜੇ ਪਾਣੀ ਹੌਲੀ ਚੱਲਦਾ ਤੇ ਉਹ ਵੱਧ ਰੀਚਾਰਜ ਹੁੰਦਾ ਥੱਲੇ, ਕਿਉਂਕਿ ਉਹ ਥੱਲੇੋਂ ਵੀ ਕੱਚੀ ਹੁੰਦੀ ਆ, ਤੇ ਉਹਦੇ ਨਾਲ ਨਹਿਰ ਤਾਂ ਲੰਘਦੀ ਆ, ਨਾਲ ਉਹ ਸਾਰੀ ਜ਼ਮੀਨ ਜਿੱਥੋਂ ਦੀ ਉਹ ਲੰਘਦੀ ਆ ਉਹਦੇ ਬਹੁਤ ਵੱਡੇ ਹਿੱਸੇ ਦੇ ਵਿੱਚ ਜਿਹੜੀ ਪਾਣੀ ਦੀ ਪੂਰਤੀ ਆ ਉਹ ਕਰ ਦਿੰਦੀ ਆ। ਤੇ ਜੇ ਨਹਿਰ ਪੱਕੀ ਕਰ ਦਿਆਂਗੇ ਤੇ ਪਾਣੀ ਇੱਕ ਤੇ ਤੇਜ਼ ਵਹਾਅ ਨਾਲ ਜਾਊਗਾ, ਤੇਜ਼ ਜਾਊਗਾ ਤੇ ਪਹਿਲਾਂ ਨਾਲੋਂ ਜ਼ਿਆਦਾ ਜਾਊਗਾ, ਦੂਸਰਾ ਉਹ ਪੱਕੀ ਹੋਊਗੀ ਤੇ ਜ਼ਮੀਨ ਦੇ ਥੱਲੇ ਪਾਣੀ ਰੀਚਾਰਜ ਨਹੀਂ ਹੋਊਗਾ। ਇਸ ਕਰਕੇ ਇੱਕ ਤੇ ਪੰਜਾਬ ਦਾ ਪਾਣੀ ਵੱਧ ਜਾਣਾ, ਦੂਸਰਾ ਰੀਚਾਰਜ ਨਹੀਂ ਹੋਣਾ। ਸਾਨੂੰ ਤੇ ਦੋਹਰੀ ਤੇਰੀ ਮਾਰ ਹੈ, ਤੇ ਸਰਕਾਰਾਂ ਧਿਆਨ ਦੇਣ। ਸੰਧਾਲੀਆ ਸਾਹਿਬ ਦੇਖੋ, ਇਹ ਕਿਉਂਕਿ ਮੇਰਾ ਜਾਂ ਤੁਹਾਡਾ ਵਿਸ਼ਾ ਨਹੀਂ, ਇਹ ਵਿਸ਼ਾ ਮਾਹਿਰਾਂ ਦਾ, ਜਿਹੜੇ ਕਿ ਇਸ ਖੇਤਰ ਦੇ ਮਾਹਿਰ ਨੇ, ਜਿਨ੍ਹਾਂ ਨੂੰ ਪਤਾ ਕਿ ਹਾਲਾਤ ਕੀ ਹੋਣੇ ਚਾਹੀਦੇ ਤੇ ਕੀ ਨਹੀਂ। ਮੈਨੂੰ ਤਾਂ ਇਹ ਵੀ ਲੱਗਦਾ ਕਿ ਇਹਦੇ ਵਿੱਚ ਤੀਜੀ ਵੀ ਗੱਲ ਹੈ, ਜੇ ਇਹ ਸਾਰੀਆਂ ਗੱਲਾਂ ਠੀਕ ਨੇ ਤਾਂ ਪੈਸੇ ਵੀ ਬਚਦੇ ਆ, ਕਿਉਂਕਿ ਨਹਿਰ ਪੱਕੀ ਕਿਹੜਾ ਥੁੱਕਣਾ ਬੜੇ ਪਕਾਉਣ ਵਾਲੀ ਗੱਲ ਤਾਂ ਹੈ ਨਹੀਂ। ਇਹ ਤਾਂ ਉੱਥੇ ਸੀਮੈਂਟ ਲੱਗਣਾ, ਉੱਥੇ ਇੱਟਾਂ ਲੱਗਣੀਆਂ, ਉੱਥੇ ਮਿਸਤਰੀ ਸਾਹਿਬ ਨੂੰ 4 ਪੈਸੇ ਦੇਣੇ ਪੈਣੇ ਆ, ਉੱਥੇ ਜਿਹੜੇ ਹੋਰ ਮਿਹਨਤਕਸ਼ ਲੋਕ, ਕਿਰਤੀ ਲੋਕ ਉੱਥੇ ਨਾਲ ਨਹਿਰ ਨੂੰ ਪੱਕੀ ਕਰਨ ਦੇ ਲਈ ਕੰਮ ਕਰਨਗੇ, ਉਹਨਾਂ ਨੂੰ ਵੀ 4 ਪੈਸੇ ਦੇਣੇ ਪੈਣੇ ਆ। ਸਰਕਾਰ ਦੇ ਪੈਸੇ ਵੀ ਬਚਣਗੇ, ਪਾਣੀ ਵੀ ਰੀਚਾਰਜ ਹੋ ਜਾਊਗਾ। ਹਾਂ, ਹੋ ਸਕਦਾ ਕਿ ਕੱਚੀ ਨਹਿਰ ਦੇ ਕੁਝ ਇੱਕ ਨੁਕਸਾਨ ਵੀ ਹੋਣ। ਅਸੀਂ ਇਹ ਨਹੀਂ ਕਹਿੰਦੇ ਕਿ ਕੱਚੀ ਨਹਿਰ ਦਾ ਕੋਈ ਨੁਕਸਾਨ ਨਹੀਂ, ਨਹਿਰ ਟੁੱਟ ਸਕਦੀ ਹੈ ਜਾਂ 20 ਚੀਜ਼ਾਂ ਹੋਰ ਹੋ ਸਕਦੀਆਂ। ਪੱਕੀ ਨਹਿਰ ਦੇ ਨਾਲ ਹੋ ਸਕਦਾ ਕਿ ਜਿਹੜਾ ਅੰਤ ਤੱਕ ਪਾਣੀ ਪਹੁੰਚਾਉਣਾ ਥੋੜ੍ਹਾ ਜਿਹਾ ਸੁਖਾਲਾ ਹੋਵੇ। ਪਰ ਇਹ ਨਿਰੇ ਪੁਰੇ ਸਾਡੇ ਅੰਦਾਜ਼ੇ, ਅਸੀਂ ਅੰਦਾਜ਼ਿਆਂ ਦੇ ਆਧਾਰ ਦੇ ਉੱਤੇ ਇਸ ਮੁੱਦੇ ਤੇ ਗੱਲ ਨਹੀਂ ਕਰਨਾ ਚਾਹੁੰਦੇ। ਸੰਧਾਲੀਆ ਸਾਹਿਬ, ਬੜੀ ਛੋਟੀ ਜੀ ਗੱਲ ਹੈ, ਸਰਕਾਰ ਜਿਨ੍ਹਾਂ ਨੇ ਮੋਰਚਾ ਲਾਇਆ
ਕਿ ਨਹਿਰਾਂ ਕੱਚੀਆਂ ਚਾਹੀਦੀਆਂ, ਉਹਨਾਂ ਤੋਂ ਜਾ ਕੇ ਪੁੱਛ ਲੈ, ਇੱਕ ਕਮੇਟੀ ਬਣਾ ਦੇ, ਕਮੇਟੀ ਨੂੰ 21 ਦਿਨ ਚਾਹੀਦਾ ਉਹਨਾਂ ਨਾਲ ਜਾ ਕੇ ਗੱਲ ਕਰਨ ਨੂੰ, ਉੱਥੋਂ ਨੂੰ ਲਿਖਤੀ ਵੀ ਦੇ ਦੇਣਗੇ ਕਿ ਭਾਈ ਸਾਡੇ ਆਹ ਤੌਖਲੇ ਨੇ, ਆਹ ਨਫੇ ਨੇ, ਆਹ ਨੁਕਸਾਨ ਨੇ। ਫਿਰ ਸਰਕਾਰ 2-3 ਦਿਨਾਂ ਦੇ ਵਿੱਚ ਕਿਤੇ ਹੋਰ ਜਿਹੜੇ ਐਕਸਪਰਟ ਨੇ ਇਸ ਸੰਬੰਧੀ ਉਹਨਾਂ ਤੋਂ ਵੀ ਪੁੱਛ ਸਕਦੀ ਹੈ। ਉਹਦੇ ਤੋਂ ਬਾਅਦ ਆਪਣਾ ਕੋਈ ਫੈਸਲਾ ਲੈ ਲੈ, ਕਿਉਂਕਿ ਜੇ ਕੱਚੀ ਨਹਿਰ ਜ਼ਰੂਰੀ ਹੈ, ਕਿਉਂਕਿ ਹੋ ਸਕਦਾ ਕਿ 2 ਹਿੱਸੇ ਹੋਣ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵਿੱਚੋਂ ਵੀ 2 ਤਰ੍ਹਾਂ ਦੀ ਰਾਏ ਸੀ। ਇੱਕ ਜਥੇਬੰਦੀਆਂ ਦੇ ਵਿੱਚੋਂ ਕੁਝ ਲੀਡਰ ਕਹਿੰਦੇ ਸੀ ਪੱਕੀਆਂ ਚਾਹੀਦੀਆਂ, ਕੁਝ ਲੀਡਰ ਕਹਿੰਦੇ ਸੀ ਨਹੀਂ ਜੀ ਨਹਿਰਾਂ ਕੱਚੀਆਂ ਚਾਹੀਦੀਆਂ। ਅਸੀਂ ਕਹਿੰਦੇ ਕਿ ਇਹਦੇ ਉੱਤੇ ਜੋ ਵੀ ਘੱਟ ਨੁਕਸਾਨ ਵਾਲੀ ਜਾਂ ਵੱਧ ਫਾਇਦੇ ਵਾਲੀ ਗੱਲ ਹੈ ਉਹਦੇ ਉੱਤੇ ਇੱਕ ਸੁਰਤਾ ਬਣਨੀ ਚਾਹੀਦੀ ਹੈ। ਇਹ ਕੋਈ ਬਹੁਤਾ ਲੰਬਾ ਚੌੜਾ ਕੰਸੈਪਟ ਨਹੀਂ। ਇਹ ਕਿਹੜਾ ਕੋਈ ਕਤਲ ਹੋਇਆ ਜਾਂ ਕੋਈ ਘਪਲਾ ਹੋਇਆ ਜਾਂ ਦੂਸਰੇ ਦੇਸ਼ ਦੇ ਵਿੱਚੋਂ ਜਾ ਕੇ ਜਾਂਚ ਪੜਤਾਲ ਕਰਨੀ ਹੈ, ਇਹ ਤਾਂ ਆਪਣਾ ਪੰਜਾਬ ਦਾ ਮਸਲਾ। ਇਹ ਹਫ਼ਤੇ ਦੇ ਵਿੱਚ ਚੰਗੀ ਰਿਪੋਰਟ, ਸਹੀ ਰਿਪੋਰਟ, ਤੱਥ ਆਧਾਰਿਤ ਰਿਪੋਰਟ ਸੰਧਾਲੀਆ ਸਭ ਤਿਆਰ ਕੀਤੀ ਜਾ ਸਕਦੀ ਹੈ। ਉਹਦੇ ਤੋਂ ਬਾਅਦ ਆਪਣਾ ਫੈਸਲਾ ਲੈ ਲਿਆ ਜਾਵੇ, ਦੋਵਾਂ ਤਰ੍ਹਾਂ ਦੀਆਂ ਗੱਲਾਂ ਸੁਣ ਲਈਆਂ ਜਾਣ। ਇੱਕ ਮੈਨੂੰ ਲੱਗਦਾ ਵੀ ਜਦੋਂ ਨੀਤੀਆਂ ਪਾਲਿਸੀਆਂ ਦੀ ਗੱਲ ਚੱਲਦੀ ਆ ਤੇ ਕਈ ਵਾਰ ਉਜਰ ਇਤਰਾਜ਼ ਹੁੰਦਾ ਵੀ ਆਮ ਤੌਰ ਤੇ ਅਫਸਰੀ ਜਿਹੜੀਆਂ ਕੁਰਸੀਆਂ ਨੇ ਉਹਨਾਂ ਦੇ ਉੱਪਰ ਪੰਜਾਬ ਦੇ ਜੰਮੇ ਜਾਏ ਘਟ ਗਏ, ਤਾਂ ਕਰਕੇ ਪੰਜਾਬ ਨਾਲ ਕਈ ਵਾਰ ਡਿਸੀਜਨ ਮੇਕਿੰਗ ਦੇ ਵਿੱਚ ਪ੍ਰੋਬਲਮ ਆਉਂਦੀ ਹੈ। ਤੇ ਉਹ ਹੁਣ ਨਿਆਣੇ ਜੇ ਮੰਨ ਲਓ ਵੀ ਜੇ ਕੋਈ ਛਿਲੜ ਚਾਰ ਹੈਗੇ ਆ ਤੇ ਉਹ ਤੇ ਪੜ੍ਹਾ ਲੂਗਾ, ਤੇ ਜੇ ਕੋਈ ਮਾਚੜ ਘਰ ਆ ਤੇ ਨਿਆਣਾ ਪੜ੍ਹਨ ਲਿਖਣ ਵਾਲਾ ਤੇ ਉਹਨੂੰ ਆਖੇ ਵੀ ਹੁਣ ਇਹਨੂੰ ਕੋਈ ਅਫਸਰ ਬਣਾ ਲਈਏ, ਇਹਦੀ ਪੜ੍ਹਾਈ ਲਿਖਾਈ ਤੇ ਪੈਸੇ ਲਾ ਲਈਏ, ਉਹ ਤੁਹਾਨੂੰ ਪਤਾ ਹੀ ਹੈ ਕਿ ਜਿਸ ਤਰ੍ਹਾਂ ਦੇ ਕੋਚਿੰਗ ਸੈਂਟਰ ਜਾਂ ਜਿੰਨਾ ਉਹਨਾਂ ਦੇ ਉੱਪਰ ਖਰਚਾ ਆਉਂਦਾ ਕਈ ਵਾਰ ਨਹੀਂ ਆਮ ਬੰਦੇ ਦੀ ਪਹੁੰਚ ਹੁੰਦੀ। ਹੁਣ ਸਰਕਾਰ ਕਹਿੰਦੇ ਆ ਕਿ ਕੋਈ 10 UPSC ਦੇ ਇਸ ਤਰ੍ਹਾਂ ਦੇ ਟਿਊਸ਼ਨ ਕੇਂਦਰ ਜਾਂ ਕੋਚਿੰਗ ਸੈਂਟਰ ਅਸੀਂ ਖੋਲਾਂਗੇ ਫ੍ਰੀ, ਜਿਹਦੇ ਨਾਲ ਨਿਆਣਿਆਂ ਨੂੰ ਬੈਨੀਫਿਟ ਹੋਊਗਾ। ਦੇਖੋ ਸੰਧਾਲੀਆ ਸਾਹਿਬ, ਇਹ ਸਭ ਤੋਂ ਜ਼ਰੂਰੀ ਚੀਜ਼ ਹੈ। ਆਪਾਂ ਤਾਂ ਇੱਕ ਤੋਂ ਵੱਧ ਵਾਰ ਇਸ ਮੁੱਦੇ ਤੇ ਰੌਲਾ ਪਾਉਂਦੇ ਰਿਹਾ ਕਿ ਭਾਈ ਉਸ ਕੁਰਸੀ ਦੇ ਉੱਤੇ ਪੰਜਾਬੀਆਂ ਨੂੰ ਬਿਠਾਉਣਾ ਬਹੁਤ ਜ਼ਰੂਰੀ ਹੈ ਜਿੱਥੋਂ ਫੈਸਲੇ ਹੁੰਦੇ ਆ, ਜਿੱਥੇ ਨੀਤੀ ਬਣਾਈ ਜਾਂਦੀ ਹੈ ਜਾਂ ਨੀਤੀ ਬਣਾਉਣ ਤੋਂ ਪਹਿਲਾਂ ਅਧਿਕਾਰੀ ਸਿਫਾਰਿਸ਼ਾਂ ਕਰਦੇ ਆ। ਉਹਦੇ ਲਈ ਸਾਡੇ ਬੱਚਿਆਂ ਨੂੰ ਪੜ੍ਹਨਾ ਪਊਗਾ, ਵੱਡੇ ਮੁਕਾਬਲੇ ਦੇ ਇਮਤਿਹਾਨਾਂ 'ਚ ਜਾਣਾ ਪਊਗਾ। ਆਪਾਂ ਤਾਂ SGPC ਨੂੰ ਕਿੰਨੀ ਵਾਰ ਕਿਹਾ, ਬਾਕੀ ਬਹੁਤ ਸਾਰੀਆਂ ਧਾਰਮਿਕ ਗੈਰ ਧਾਰਮਿਕ ਜਥੇਬੰਦੀਆਂ ਜਿਨ੍ਹਾਂ ਦੇ ਕੋਲੇ 4 ਛਿੱਲੜ ਹੁੰਦੇ, ਆਪਾਂ ਉਹਨਾਂ ਨੂੰ ਵੀ ਬੇਨਤੀ ਕਰਦੇ ਹੁੰਦੇ ਕਿ ਭਾਈ 1-1, 2-2 ਕੋਚਿੰਗ ਸੈਂਟਰ ਮੁਫਤ ਵਾਲੇ ਖੋਲ੍ਹ ਦਿਓ। ਪੰਜਾਬ ਸਰਕਾਰ ਦੀ ਤਾਂ ਡਿਊਟੀ ਬਣਦੀ ਹੈ, ਸਾਡੇ ਕੋਲੇ ਹਰ ਜ਼ਿਲ੍ਹੇ ਦੇ ਵਿੱਚ ਸੰਧਾਲੀਆ ਸਾਹਿਬ ਵੱਡੇ ਇਦਾਂ ਦੇ ਕੋਚਿੰਗ ਸੈਂਟਰ ਹੋਣੇ ਚਾਹੀਦੇ ਆ। ਸਾਡੇ ਬੱਚੇ ਗ੍ਰੈਜੂਏਸ਼ਨ ਕਰਦੇ ਆ, ਪੋਸਟ ਗ੍ਰੈਜੂਏਸ਼ਨ ਕਰਦੇ ਆ, ਉਹਦੇ ਤੋਂ ਬਾਅਦ ਕਿਉਂਕਿ ਕੰਪੀਟੀਸ਼ਨ ਬੜਾ, ਸਾਡਾ ਬੇਸ, ਸਾਡਾ ਜਿਹੜਾ ਮੁੱਢਲੇ ਪੱਧਰ ਦੇ ਉੱਤੇ ਸਾਡਾ ਢਾਂਚਾ ਉਹ ਇੰਨਾ ਜ਼ਿਆਦਾ ਮਜ਼ਬੂਤ ਨਹੀਂ ਕਿ ਸਾਡੇ ਬੱਚੇ ਪੂਰੇ ਦੇਸ਼ ਦੇ ਬੱਚਿਆਂ ਦੇ ਨਾਲ ਕੰਪੀਟ ਕਰ ਸਕਣ। ਉਹਦੇ ਲਈ ਜ਼ਰੂਰੀ ਹੈ ਕਿ ਭਾਈ ਅਸੀਂ ਇਹਨਾਂ ਨੂੰ ਤਰਾਸ਼ੀਏ, ਅਸੀਂ ਇਹਨਾਂ ਨੂੰ ਨਿਖਾਰੀਏ, ਅਸੀਂ ਇਹਨਾਂ ਨੂੰ ਚੰਗੇ ਤਰੀਕੇ ਗਾਈਡ ਕਰਕੇ ਫਿਰ ਮੁਕਾਬਲੇ ਦੇ ਇਮਤਿਹਾਨਾਂ ਦੇ ਵਿੱਚ ਭੇਜੀਏ ਤਾਂ ਸਾਡੇ ਬੱਚੇ ਉਹ ਇਮਤਿਹਾਨਾਂ ਦੇ ਵਿੱਚੋਂ ਪਾਸ ਹੋਣ, ਹਿੰਦੀ 'ਚ ਉਤੀਰਨ ਹੋਣਾ ਕਹਿੰਦੇ ਹੁੰਦੇ ਆ, ਉਹਦੇ ਤੋਂ ਬਾਅਦ ਚੰਗੀਆਂ ਕੁਰਸੀਆਂ ਦੇ ਉੱਤੇ ਬੈਠਣ, ਪੰਜਾਬ ਪੱਖੀ ਫੈਸਲੇ ਕਰਨ। ਉਹਨਾਂ ਨੂੰ ਦੇਖ ਕੇ ਪੰਜਾਬ ਦੇ ਬਾਕੀ ਬੱਚਿਆਂ ਦਾ ਰੁਝਾਨ ਉਧਰਲੇ ਪਾਸੇ ਜਾਊਗਾ ਕਿ ਭਾਈ ਮੈਂ ਵੀ ਅਫਸਰ ਬਣਨਾ। ਪਰ ਉਹਦੇ ਲਈ ਜ਼ਰੂਰੀ ਹੈ, ਠੀਕ ਹੈ ਮੁੱਖ ਮੰਤਰੀ ਸਾਹਿਬ ਤੁਸੀਂ 10 ਸੈਂਟਰ ਬਣਾਉਣ ਦੀ ਗੱਲ ਕੀਤੀ ਹੈ, 10 ਬਣਾ ਕੇ 10 ਅਗਲੇ ਸਾਲ ਬਣਾਓ, 2-3 SGPC ਵਾਲੇ ਤੁਸੀਂ ਬਣਾਓ, ਉਹਨਾਂ ਨੇ ਕਿਹਾ ਵੀ ਸੀ ਪਿਛਲੇ ਦਿਨੀ। ਹੋਰ ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਨੇ ਪੰਜਾਬ 'ਚ, ਤੁਸੀਂ ਵੀ ਬਣਾਓ। ਪੰਜਾਬ ਦਾ ਕੋਈ ਵੀ ਬੱਚਾ ਜਿਹਨੂੰ ਲੱਗਦਾ ਕਿ ਮੇਰੇ 'ਚ ਕਣ ਹੈਗਾ, ਮੈਂ ਇਸ ਮੁਕਾਬਲੇ ਦੇ ਇਮਤਿਹਾਨ ਦੇ ਵਿੱਚ ਜਾਣਾ ਚਾਹੁੰਦਾ, ਉਹ ਇਸ ਕਰਕੇ ਨਾ ਰਹਿ ਜਾਵੇ ਕਿ ਭਾਈ ਉਹਦੇ ਕੋਲ ਚੰਗੀ ਕੋਚਿੰਗ ਨਹੀਂ, ਉਹ ਇਸ ਕਰਕੇ ਨਾ ਰਹਿ ਜਾਵੇ ਕਿ ਭਾਈ ਚੰਗੀ ਕੋਚਿੰਗ ਤਾਂ ਹੈਗੀ ਪਰ ਉਹ ਦੇਣ ਦੇ ਲਈ ਪੈਸੇ ਨਹੀਂ। ਅਸੀਂ ਉਹਨਾਂ ਬੱਚਿਆਂ ਨੂੰ ਤਰਾਸ਼ ਕੇ ਉੱਪਰਲੇ ਪਾਸੇ ਲੈ ਕੇ ਜਾਈਏ, ਚੰਗਾ ਕਦਮ ਹੈ, ਪਰ ਬਾਕੀ ਸੰਸਥਾਵਾਂ ਵੀ ਇੱਧਰਲੇ ਪਾਸੇ ਕਦਮ ਚੱਕਣ ਜ਼ਰੂਰ ਜੀ। ਬਾਕੀ ਚਲੋ ਆਸ ਕਰਦੇ ਹਾਂ ਵੀ ਇਹ ਜੇ ਗੱਲ ਉਹਨਾਂ ਨੇ ਕਹੀ ਹੈ ਤੇ ਕਰਕੇ ਵੀ ਦਿਖਾਉਣਗੇ ਤੇ ਹੋ ਸਕਦਾ ਕੋਈ 1-2 ਸਾਲ ਤੱਕ ਇਹਦੇ ਨਤੀਜੇ ਵੀ ਨਜ਼ਰ ਆਉਣ। ਪਰ ਆਪਣੇ ਜਾਣ ਦਾ ਵੇਲਾ ਹੋ ਗਿਆ ਜੀ, ਚਲੀਏ ਫਿਰ। ਬਹੁਤ ਸ਼ੁਕਰੀਆ ਸੰਧਾਲੀਆ ਸਾਹਿਬ, ਮਿਹਰਬਾਨੀ ਜੀ, ਧੰਨਵਾਦ। ਉਹ ਜੀ ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਰਹਿੰਦੇ, ਉਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।